हाँ जी, तो सत श्री अकाल मेरे प्यारे बच्चों, स्वागत है ਤੁਹਾਡਾ ਸਾਡੇ YouTube ਚੈਨਲ ਪੰਜਾਬ ਕਲਾਸੀ ਜਲਾਲਾਬਾਦ ਦੇ ਉੱਪਰ। ਜਿੱਦਾਂ ਕਿ ਮੇਰੇ ਪਿਆਰੇ ਦੋਸਤੋ ਤੁਸੀਂ ਪੋਸਟਰ ਲੱਗਿਆ ਦੇਖ ਲਿਆ ਹੋਣਾ ਕਿ ਜਿਹੜਾ ਆਪਣਾ ਅੱਜ ਦਾ ਪੇਪਰ ਰਹੂਗਾ ਜੀ, ਅੱਜ ਦਾ ਪੇਪਰ ਪੀਐਸ ਟੈਟ ਪੇਪਰ 1 ਜਿਹੜਾ 2020 ਦੇ ਵਿੱਚ ਹੋਇਆ ਸੀਗਾ, ਇਸ ਦੇ ਮੈਥ ਦੇ 30 ਦੇ 30 ਕੁਐਸਚਨ ਆਪਾਂ ਫੁੱਲੀ ਡਿਸਕਸ ਕਰਾਂਗੇ। ਇਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਜਿਹੜੀਆਂ ਪਿਛਲੀਆਂ ਦੋ ਕਲਾਸਿਸ ਹੋਈਆਂ ਸੀਗੀਆਂ ਉਸ ਦੇ ਵਿੱਚ ਕੀ ਆ ਕਿ ਜਿਹੜਾ ਆਪਾਂ ਨਾਲ ਦੀ ਨਾਲ ਆਪਾਂ ਪੈਡਾਗੋਜੀ ਪਾਰਟ ਆ ਜਿਹੜਾ ਉਸ ਨੂੰ ਪੂਰੇ ਕਨਸੈਪਟ ਦੇ ਨਾਲ ਕਵਰ ਕਰ ਰਹੇ ਹਾਂ। ਅਰਥਮੈਟਿਕ ਜਬੈਂਟਰੀ ਜਿਹੜੇ ਪੋਰਸ਼ਨ ਹੈਗੇ ਉਸ ਨੂੰ ਤਾਂ ਆਪਾਂ ਦੇਖ ਹੀ ਰਹੇ ਹਾਂ। ਨਾਲ ਦੀ ਨਾਲ ਮੇਰੇ ਪਿਆਰੇ ਬੱਚੋ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਬਣ ਜਾਂਦਾ ਜੀ ਮੈਥ ਪੈਡਾਗੋਜੀ ਦੇ ਕੁਐਸਚਨ ਵੀ ਜਿੰਨੇ ਵੀ 6 ਤੋਂ 7 ਕੁਐਸਚਨ ਆ ਰਹੇ ਆ ਆਪਾਂ ਉਹਨਾਂ ਦੇ ਕਨਸੈਪਟ ਵੀ ਕੀ ਕਰ ਰਹੇ ਹਾਂ ਨਾਲ ਦੀ ਨਾਲ ਕਵਰ ਕਰ ਰਹੇ ਹਾਂ। ਸੋ ਇਸੇ ਤਰੀਕੇ ਦੇ ਨਾਲ ਜਿਹੜੀਆਂ ਆਉਣ ਵਾਲੀ ਕਲਾਸਿਸ ਹੋਣਗੇ ਮੇਰੇ ਪਿਆਰੇ ਦੋਸਤੋ ਸਾਰੀਆਂ ਇਸੇ ਤਰੀਕੇ ਦੀਆਂ ਰਹਿਣਗੀਆਂ। ਜਿਹੜੇ ਮੇਰੇ ਦੋਸਤਾਂ ਨੇ ਇੱਕ ਵਾਰ ਪਿਛਲੀਆਂ ਦੋ ਕਲਾਸਿਸ ਨਹੀਂ ਦੇਖੀਆਂ ਉਹ ਜ਼ਰੂਰ ਦੇਖਣ ਤਾਂ ਜੋ ਪੈਡਾਗੋਜੀ ਪਾਰਟ ਆ ਜਾਂ ਅਰਥਮੈਟਿਕ ਦੇ ਵਿੱਚ ਜਿਹੜੀਆਂ ਟਰਮਾਂ ਦੱਸੀਆਂ ਜਾ ਰਹੀਆਂ ਜਾਂ ਜਬੈਂਟਰੀ ਦੇ ਵਿੱਚ ਜਿਹੜੀਆਂ ਟਰਮਾਂ ਦੱਸੀਆਂ ਜਾ ਰਹੀਆਂ ਨੇ ਉਹਨਾਂ ਨੂੰ ਆਉਣ ਵਾਲੇ ਪੇਪਰਾਂ ਦੇ ਵਿੱਚ ਅਪਲਾਈ ਕੀਤਾ ਜਾ ਰਿਹਾ। ਸੋ ਇਸ ਤਰੀਕੇ ਦੇ ਨਾਲ ਜਿਹੜੇ ਸਾਰੇ ਕਨਸੈਪਟ ਤੁਹਾਡੇ ਬਣ ਰਹੇ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਛਾਪ ਕੇ ਰੱਖਣੇ ਆ। ਅਗਰ ਗੱਲ ਕਰੀਏ ਜੀ ਜਿਹੜਾ ਆਪਣਾ ਪੀਐਸ ਟੈਟ ਪੇਪਰ 1 ਜਿਹੜਾ 2020 ਦੇ ਵਿੱਚ ਹੋਇਆ ਸੀ ਇਸ ਦਾ ਆਪਾਂ ਫਸਟ ਕੁਐਸਚਨ ਦੇਖਦੇ ਹਾਂ ਤੇ ਫਸਟ ਕੁਐਸਚਨ ਦੇ ਵਿੱਚ ਉਹਨਾਂ ਨੇ ਜਿਹੜਾ ਆਪਣੇ ਸਾਹਮਣੇ ਐਗਜ਼ਾਮੀਨਰ ਦਾ ਕਹਿਣਾ ਜੀ ਪਾਰਟਨਰਸ਼ਿਪ ਦੇ ਵਿੱਚ ਉਸਨੇ ਸਵਾਲ ਪੁੱਛ ਲਿਆ ਜੀ। ਪਾਰਟਨਰਸ਼ਿਪ ਦੇ ਵਿੱਚ ਉਸਨੇ ਸਵਾਲ ਪੁੱਛਿਆ ਜੀ। ਪਾਰਟਨਰਸ਼ਿਪ ਦੇ ਵਿੱਚ ਉਸਨੇ ਕਹਿਤਾ ਜੀ ਤਿੰਨ ਬੰਦੇ ਆ ਜੀ ਅਲੱਗ-ਅਲੱਗ ਕਿਹੜੇ ਜੀ, ਇੱਕ ਹੈਗਾ ਗਰੀਸ਼ ਹੈਗਾ। ਗਰੀਸ਼ ਨੇ ਕਿੰਨੇ ਹਜ਼ਾਰ ਰੁਪਏ ਇਨਵੈਸਟ ਕੀਤੇ ਜੀ 45,000 ਰੁਪਏ ਇੱਕ ਨਿਵੇਸ਼ ਕਰਕੇ ਇੱਕ ਕਾਰੋਬਾਰ ਸ਼ੁਰੂ ਕੀਤਾ। 3 ਮਹੀਨੇ ਬਾਅਦ ਵਿਜੇ ਨੇ ਕਿੰਨਾ ਕਰਤਾ ਜੀ 60,000 ਰੁਪਏ ਨਿਵੇਸ਼ ਕਰਤਾ। ਇਸੇ ਤਰੀਕੇ ਨਾਲ 6 ਮਹੀਨੇ ਬਾਅਦ ਮੇਰੇ ਪਿਆਰੇ ਬੱਚੋ ਕਿੰਨੇ ਨਿਵੇਸ਼ ਕਰਤਾ ਜੀ ਅੰਕੁਸ਼ ਨੇ ਕਿੰਨਾ ਕਰਤਾ ਜੀ 90,000 ਰੁਪਏ ਨਿਵੇਸ਼ ਕਰਤਾ। ਇਸ ਤਰੀਕੇ ਨਾਲ ਸਾਲ ਦੇ ਅੰਤ ਵਿੱਚ ਉਹਨਾਂ ਨੂੰ ਕਿੰਨਾ ਲਾਭ ਹੋਇਆ ਜੀ, ਸਾਲ ਦੇ ਅੰਤ ਵਿੱਚ ਉਹਨਾਂ ਨੂੰ 16,500 ਦਾ ਲਾਭ ਹੋਇਆ ਹੈ। ਤੇ ਲਾਭ ਦੇ ਵਿੱਚ ਕੀ ਪੁੱਛਿਆ ਜਾ ਰਿਹਾ ਜੀ ਗਰੀਸ਼ ਦਾ ਹਿੱਸਾ ਕਿੰਨਾ ਹੋਵੇਗਾ। ਸੋ ਹੁਣ ਮੇਰੇ ਪਿਆਰੇ ਦੋਸਤੋ ਅਗਰ ਤੁਸੀਂ ਇੱਕ ਛੋਟੀ ਜਿਹੀ ਕਾਮਨ ਸੈਂਸ ਲਗਾਓ ਕਿ ਸਾਰੀਆਂ ਯੂਨਿਟਾਂ ਕਿਹਦੇ ਵਿੱਚ ਹੈਗੀਆਂ ਜੀ ਰੂਪੀਸ ਦੇ ਵਿੱਚ ਹੈਗੀਆਂ ਨੇ। ਜੇ ਰੂਪੀਸ ਦੇ ਵਿੱਚ ਹੈਗੇ ਨੇ ਤੇ ਕੀ ਅਪਲਾਈ ਕਰ ਸਕਦੇ ਮੇਰੇ ਪਿਆਰੇ ਦੋਸਤ, ਆਪਾਂ ਅਪਲਾਈ ਕਰ ਸਕਦੇ ਹਾਂ ਜੀ ਰੇਸ਼ੋ। ਕੀ ਅਪਲਾਈ ਕਰ ਸਕਦੇ ਮੇਰੇ ਪਿਆਰੇ ਦੋਸਤ, ਆਪਾਂ ਅਪਲਾਈ ਰੇਸ਼ੋ ਕਰ ਸਕਦੇ ਹਾਂ। ਜੇ ਰੇਸ਼ੋ ਅਪਲਾਈ ਕਰ ਸਕਦੇ ਤਾਂ ਰੇਸ਼ੋ ਸਭ ਤੋਂ ਲੋਐਸਟ ਟਰਮ ਹੁੰਦੀ ਹੈ। ਇਹ 3 ਜ਼ੀਰੋ ਦੇ ਨਾਲ 3 ਜ਼ੀਰੋ ਕੈਂਸਲ ਹੋ ਜਾਣਗੇ ਜੀ। ਇਹ 3 ਜ਼ੀਰੋ ਦੇ ਨਾਲ 3 ਜ਼ੀਰੋ ਕੈਂਸਲ ਹੋ ਗਈਆਂ। ਅਗਰ ਨੈਕਸਟ ਗੱਲ ਕਰਦੇ ਮੇਰੇ ਪਿਆਰੇ ਬੱਚਿਓ ਤਾਂ ਨੈਕਸਟ ਗੱਲ ਕੀ ਹੋ ਜੂਗੀ ਜੀ 15 ਤੇ ਕੱਟਿਆ ਜਾਊਗਾ 15 ਤੀਆ 45 ਹੋ ਜਾਊਗਾ 15 ਚੌਕਾ 60 ਹੋ ਜਾਊਗਾ ਮੇਰੇ ਪਿਆਰੇ ਬੱਚਿਓ ਤੇ ਇਸੇ ਤਰ੍ਹਾਂ 15 ਛਿਕਾ ਕਿੰਨਾ ਹੋ ਜਾਊਗਾ 90 ਹੋ ਜਾਊਗਾ। ਹੁਣ ਦੇਖ ਲੈਂਦੇ ਆ ਜੀ ਗਰੀਸ਼ ਰੇਸ਼ੋ। ਇਸ ਤੋਂ ਬਾਅਦ ਕੀ ਆ ਜਾਊਗਾ ਜੀ ਵਿਜੇ ਆ ਜਾਊਗਾ। ਵਿਜੇ ਤੋਂ ਬਾਅਦ ਮੇਰੇ ਪਿਆਰੇ ਬੱਚੇ ਕੌਣ ਆ ਜਾਊਗਾ ਅੰਕੁਸ਼ ਆ ਜਾਊਗਾ। ਤਿੰਨਾਂ ਦੀ ਰੇਸ਼ੋ ਕਿਸ ਤਰੀਕੇ ਦੀ ਬਣ ਰਹੀ ਹੈ ਜੀ 3 ਰੇਸ਼ੋ 4 ਰੇਸ਼ੋ ਕਿੰਨਾ ਬਣ ਰਿਹਾ ਜੀ 6 ਬਣ ਰਿਹਾ। ਸੋ ਇਹ ਤਾਂ ਆ ਗਈ ਜੀ ਉਹਨਾਂ ਦੀ ਕਿਹੜੀ ਰੇਸ਼ੋ ਮੇਰੇ ਪਿਆਰੇ ਬੱਚਿਓ ਇਹ ਰੂਪੀਸ ਦੀ ਰੇਸ਼ੋ ਆ ਗਈ ਜਿਹੜਾ ਉਹਨਾਂ ਨੇ ਇਨਵੈਸਟ ਕੀਤਾ। ਸੋ ਹੁਣ ਉਹਨਾਂ ਨੇ ਅਲੱਗ-ਅਲੱਗ ਟਾਈਮ ਦੇ ਵਿੱਚ ਕੀਤਾ। ਸਾਲ ਦੇ ਅੰਤ ਵਿੱਚ ਕਹਿਣ ਤੋਂ ਮੀਨ ਕਿ ਜੇ ਗਰੀਸ਼ ਦੀ ਗੱਲ ਕਰੀਏ ਮੇਰੇ ਪਿਆਰੇ ਦੋਸਤ ਇਸ ਨੇ ਕਿੰਨੇ ਮਹੀਨੇ ਨੇ ਇਨਵੈਸਟ ਕੀਤਾ ਜੀ 12 ਮਹੀਨੇ ਦੇ ਲਈ ਇਹਨਾਂ ਨੇ ਪੈਸੇ ਨੂੰ ਇਨਵੈਸਟ ਕੀਤਾ। ਤੇ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਜੀ ਵਿਜੇ ਦੀ ਤੇ ਵਿਜੇ ਦਾ ਕੀ ਹੈ ਜੀ 3 ਮਹੀਨੇ ਬਾਅਦ ਤਾਂ ਕਹਿਣ ਦਾ ਮੀਨ ਕਿ ਇੱਕ ਸਾਲ ਦੇ ਵਿੱਚ ਕਿੰਨੇ ਮਹੀਨੇ ਹੁੰਦੇ ਆ 12। ਇਹਨਾਂ ਨੂੰ ਕਿੰਨਾ ਪ੍ਰੋਫਿਟ ਮਿਲੇਗਾ ਜੀ ਇਹਨਾਂ ਨੂੰ ਮਿਲੇਗਾ ਜੀ 9 ਮਹੀਨਿਆਂ ਦਾ ਪ੍ਰੋਫਿਟ ਮਿਲੇਗਾ। ਇਸੇ ਤਰੀਕੇ ਨਾਲ ਜੇਕਰ ਗੱਲ ਕਰੀਏ ਅੰਕੁਸ਼ ਦੀ, ਅੰਕੁਸ਼ ਨੇ ਕੀਤਾ ਜੀ 6 ਮਹੀਨੇ ਬਾਅਦ। ਸੋ ਜਿਹੜਾ ਅੰਕੁਸ਼ ਦਾ ਜਿਹੜੇ ਪੈਸੇ ਬਣਨਗੇ ਅੰਕੁਸ਼ ਨੂੰ ਜਿਹੜਾ ਪ੍ਰੋਫਿਟ ਹੋ ਰਿਹਾ ਹੋਊਗਾ ਕਿੰਨੇ ਮਹੀਨੇ ਦਾ ਹੋ ਰਿਹਾ ਹੋਊਗਾ ਜੀ 6 ਮਹੀਨੇ ਦਾ ਹੋ ਰਿਹਾ ਹੋਊਗਾ। ਇਹ ਕਿੰਨਾ ਬਣ ਗਿਆ ਜੀ 12 ਤੀਆ 36 12 ਤੀਆ ਕਿੰਨੇ ਮੇਰੇ ਪਿਆਰੇ ਬੱਚੇ ਬਣ ਗਿਆ 36। ਇਸੇ ਤਰ੍ਹਾਂ 9 ਚੌਕਾ ਕਿੰਨਾ ਹੋ ਜਾਊਗਾ ਜੀ 36 ਹੋ ਜਾਊਗਾ। ਇਸੇ ਤਰ੍ਹਾਂ ਜੇ ਗੱਲ ਕਰੀਏ ਅੰਕੁਸ਼ ਦੀ ਤੇ ਇਹ ਵੀ ਕਿੰਨਾ ਹੋ ਜਾਊਗਾ ਜੀ ਰੇਸ਼ੋ 36। ਇਸ ਨੂੰ ਤੁਸੀਂ ਕੱਟ ਸਕਦੇ ਹੋ ਕਿੰਨਾ ਬਣ ਜਾਊਗਾ ਜੀ 1 ਰੇਸ਼ੋ 1 ਰੇਸ਼ੋ 1। ਇਹ ਸਾਰੇ ਮੇਰੇ ਪਿਆਰੇ ਬੱਚੇ ਇਹਨਾਂ ਦੀ ਕੀ ਆ ਜਾਊਗੀ ਜੀ ਰੇਸ਼ੋ ਆ ਜਾਊਗੀ। ਤਿੰਨਾਂ ਨੂੰ ਅਗਰ ਇੱਧਰ ਜੋੜਦੇ ਆ ਤੇ ਆਪਣੇ ਕੋਲੇ ਕਿੰਨਾ ਬਣ ਰਿਹਾ ਜੀ 3। ਇੱਧਰ 3 ਦਾ ਪ੍ਰੋਫਿਟ ਹੋ ਰਿਹਾ। ਇੱਧਰ ਕਿੰਨਾ ਹੋ ਰਿਹਾ ਮੇਰੇ ਪਿਆਰੇ ਦੋਸਤ ਇੱਧਰ ਹੋ ਰਿਹਾ ਜੀ 16,500 ਦਾ। 3 ਦੀ ਵੈਲਿਊ 16,500 ਹੈ ਮੇਰੇ ਪਿਆਰੇ ਬੱਚਿਓ ਤੇ 1 ਦੀ ਵੈਲਿਊ ਕਿੰਨੀ ਆ ਜਾਊਗੀ ਜੀ 1 ਦੀ ਵੈਲਿਊ ਮੇਰੇ ਪਿਆਰੇ ਬੱਚਿਓ ਆ ਜਾਊਗੀ 5500। 1 ਦੀ ਵੈਲਿਊ ਕਿੰਨੀ ਆ ਜਾਊਗੀ ਮੇਰੇ ਪਿਆਰੇ ਦੋਸਤ ਮੈਂ ਇੱਥੇ ਲਿਖ ਦਿੰਦਾ ਜੀ 1 ਦੀ ਵੈਲਿਊ ਆ ਗਈ 5500। ਸੋ ਇਸ ਕਾਰਨ ਜਿਹੜੀ ਇਸ ਦੀ ਆਪਸ਼ਨ ਹੋਊਗੀ ਆਪਸ਼ਨ ਨੰਬਰ ਏ ਇਸ ਦੀ ਐਗਜ਼ੈਕਟ ਆਨਸਰ ਸਹੀ ਹੋਊਗਾ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਵਧਦੇ ਹਾਂ। ਹਾਂਜੀ ਸੋ ਅਗਲੇ ਕੁਐਸਚਨ ਵਿੱਚ ਮੇਰੇ ਪਿਆਰੇ ਦੋਸਤੋ 2 ਅੰਕਾਂ ਵਾਲੀ ਸੰਖਿਆ ਇਸ ਦੇ ਅੰਕਾਂ ਨੂੰ ਆਪਸ ਵਿੱਚ ਬਦਲਣ ਉਪਰੰਤ ਪ੍ਰਾਪਤ ਹੀ ਸੰਖਿਆ ਦਾ ਜੋੜ ਕਿੰਨਾ ਹੈਗਾ ਜੀ 110 ਹੈਗਾ। ਇਸ ਨੂੰ ਤੁਸੀਂ ਨੋਟ ਕਰਕੇ ਰੱਖਣਾ ਜੀ। ਜੇਕਰ ਅੰਕਾਂ ਦਾ ਅੰਤਰ 4 ਹੋਵੇ ਤਾਂ ਸੰਖਿਆ। ਹੁਣ ਮੇਰੇ ਪਿਆਰੇ ਬੱਚੇ ਤੁਸੀਂ ਇਸ ਨੂੰ ਬਾਈ ਆਪਸ਼ਨ 1 ਸੈਕਿੰਡ ਤੋਂ ਪਹਿਲਾਂ ਸੋਲਵ ਕਰ ਸਕਦੇ ਹੋ। ਤੁਸੀਂ ਦੇਖੋ ਜੀ ਉਹਨਾਂ ਨੇ ਕਹਿਤਾ ਵੀ 2 ਅੰਕਾਂ ਵਾਲੀ ਸੰਖਿਆ 2 ਅੰਕਾਂ ਵਾਲੀ ਸੰਖਿਆ ਨੂੰ ਜੇਕਰ ਅੰਕਾਂ ਨੂੰ ਤੁਸੀਂ ਉਲਟਾ ਦਿਓ ਚੇਂਜ ਕਰ ਦਿਓ
ठीक है जी, जिथे x है उत्थे y कर दो, जिथे y है उत्थे x कर दो। ठीक है जी, इस तरीके की गल की जा रही जी। 2 अंक की आप संख्या मान लेंगे जी एक्स वाई, जेकर इसमें चेंज करांगे तो कितना बन जाऊगा वाई एक्स बन जाऊगा। आही चेंज है जी 2 अंकों वाली संख्या ਨੂੰ। तो अंकों ਨੂੰ बदलन तो बाद जोड़न ਤੇ ਕਿੰਨਾ ਬਣ ਰਿਹਾ ਹੋਣਾ ਚਾਹੀਦਾ ਜੀ 110 ਬਣ ਰਿਹਾ ਹੋਣਾ। ਤੁਸੀਂ ਇਸ ਨੂੰ ਬਾय ਆਪਸ਼ਨ ਵੀ ਕਰ ਸਕਦੇ ਹੋ। ਜੇਕਰ ਇਸ ਦੇ ਅੰਕ ਬਦਲ ਦੇਂਗੇ तो ਕਿੰਨਾ ਬਣ ਜਾਊਗਾ ਮੇਰੇ ਪਿਆਰੇ ਬੱਚੋ 15 ਬਣ ਜਾਊਗਾ। 15 ਨੂੰ ਜੋੜ ਦਿਓ ਜੀ ਕਿੰਨਾ ਬਣ ਗਿਆ 6, ਇੱਥੇ ਕਿੰਨਾ ਬਣ ਜਾਵੇਗਾ 66। ਇਹ ਵਾਲੀ ਆਪਸ਼ਨ ਮੇਰੇ ਪਿਆਰੇ ਬੱਚਿਓ ਨਹੀਂ ਹੋਊਗੀ। ਜੇਕਰ ਇਸ ਨੂੰ ਅੰਕਾਂ ਨੂੰ ਬਦਲਾਂਗੇ ਕਿੰਨਾ ਬਣ ਜਾਊਗਾ 48 ਬਣ ਜਾਊਗਾ। ਇਸ ਨੂੰ ਜੋੜਾਂਗੇ ਕਿੰਨਾ ਬਣ ਗਿਆ ਜੀ 8 4 12 12 ਤੱਕ ਕਿੰਨਾ ਹੋ ਗਿਆ 13। ਇਹ ਵਾਲੀ ਆਪਸ਼ਨ ਮੇਰੇ ਦੋਸਤ ਨਹੀਂ ਹੋਊਗੀ। ਅਗਰ ਇਸ ਦੇ ਵਿੱਚ 37 ਜੋੜ ਦਈਏ ਉਲਟਾ ਕੇ 110 ਬਣਨਾ ਚਾਹੀਦਾ ਜੀ। ਕਿੰਨਾ ਬਣ ਗਿਆ 10 10 ਤੇ 1 11। ਇਹ ਵਾਲੀ ਆਪਸ਼ਨ ਮੇਰੇ ਪਿਆਰੇ ਦੋਸਤੋ ਬਿਲਕੁਲ ਸਹੀ ਹੈ। ਅਗਰ ਇਸ ਨੂੰ ਉਲਟਾਵਾਂਗੇ ਤੇ ਕਿੰਨਾ ਬਣ ਜਾਊਗਾ 8 8। ਇਹ ਵਾਲੀ ਆਪਸ਼ਨ ਵੀ ਨਹੀਂ ਹੋਗੀ। ਇੱਕ ਤਾਂ ਇਸ ਨੂੰ ਆਪਾਂ ਡਾਇਰੈਕਟ ਬਾਈ ਆਪਸ਼ਨ ਵੀ ਸੋਲਵ ਕਰ ਸਕਦੇ ਸੀ। 2 ਸੈਕਿੰਡ ਤੋਂ ਪਹਿਲਾਂ ਇਹ ਵਾਲਾ ਕੁਐਸਚਨ ਹੋ ਜਾਊਗਾ। ਅਗਰ ਹੁਣ ਇਸ ਦੇ ਥੋੜੇ ਥਿਓਰੈਟੀਕਲ ਪਾਰਟ ਦੀ ਗੱਲ ਕਰਦੇ ਹਾਂ ਮੇਰੇ ਪਿਆਰੇ ਬੱਚਿਓ, ਤੁਸੀਂ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ ਜੀ। ਧਿਆਨ 'ਚ ਕੀ ਰੱਖਣਾ ਜੀ? ਸਭ ਤੋਂ ਪਹਿਲੀ ਗੱਲ, ਅਗਰ ਤੁਹਾਡੇ ਕੋਲੇ ਇਸ ਤੋਂ ਬਾਅਦ ਤੁਸੀਂ ਨੋਟ ਤੇ ਪੱਕੇ ਕਰਕੇ ਛਾਪ ਲੈਣਾ ਹੈ ਜੀ। ਜੇਕਰ ਤੁਹਾਡੇ ਕੋਲੇ ਐਕਸ ਵਾਈ 2 ਅੰਕਾਂ ਦੀ ਸੰਖਿਆ 2 ਅੰਕਾਂ ਦੀ ਸੰਖਿਆ ਜੇਕਰ ਇਸ ਦੇ ਕੀ ਕਰ ਦਿੱਤਾ ਗਿਆ ਜੀ ਅੰਕਾਂ ਨੂੰ ਬਦਲ ਦਿੱਤਾ ਗਿਆ। x ਦੀ ਜਗ੍ਹਾ ਤੇ ਕੀ ਕਰਤਾ y, y ਦੀ ਜਗ੍ਹਾ ਤੇ ਕੀ ਕਰਤਾ ਜੀ x ਕਰ ਦਿੱਤਾ ਗਿਆ। ਤੇ ਲਿਖ ਦਿੰਦੇ ਆ ਜੀ ਇੱਥੇ ਕੀ ਕਰ ਦਿੱਤਾ ਗਿਆ ਜੀ yx। ਜੇਕਰ ਇਸ ਤਰੀਕੇ ਨਾਲ ਕੋਈ ਵੀ ਸਟੇਟਮੈਂਟ ਦੇ ਰੱਖੀ ਆ ਤੇ ਇਹਨਾਂ ਨੂੰ ਕੀ ਕਰ ਦਿੱਤਾ ਗਿਆ ਜੀ ਜੋੜ ਦਿੱਤਾ ਗਿਆ। ਜੇਕਰ ਜੋੜ ਦਿੱਤਾ ਗਿਆ ਹੈ ਅੰਕਾਂ ਨੂੰ, ਠੀਕ ਹੈ ਜੀ, ਅੰਕਾਂ ਦਾ ਸਥਾਨ ਬਦਲਣ ਤੋਂ ਬਾਅਦ ਜੋੜ ਦਿੱਤਾ ਗਿਆ ਤੇ 2 ਚੀਜ਼ਾਂ ਹਮੇਸ਼ਾ ਯਾਦ ਰੱਖਣੀਆਂ ਜੀ। x plus y ਬਰਾਬਰ ਹੋਊਗਾ ਮੇਰੇ ਪਿਆਰੇ ਬੱਚਿਓ n ਬਟਾ 11। ਕਿੰਨਾ ਹੋਊਗਾ ਜੀ n ਬਟਾ 11 ਹੋਊਗਾ। ਜੇ ਇਸੇ ਤਰੀਕੇ ਨਾਲ ਮੈਂਸ ਦੀ ਗੱਲ ਕਰਦੀ ਤਾਂ x ਮੈਂਸ y ਬਰਾਬਰ ਹੋਊਗਾ ਜੀ n ਬਟਾ 9। ਇਹ ਜਿਹੜੇ ਦੋ ਰਿਜ਼ਲਟ ਆ ਮੇਰੇ ਪਿਆਰੇ ਦੋਸਤੋ ਇਸ ਨੂੰ ਤੁਸੀਂ ਆਪਣੇ ਧਿਆਨ ਦੇ ਵਿੱਚ ਰੱਖਣਾ ਹੈ। ਇਹ ਕਿਸ ਤਰੀਕੇ ਨਾਲ ਅਪਲਾਈ ਹੋਣਗੇ ਜਿੱਦਾਂ ਤੁਸੀਂ ਦੇਖੋ x y ਕਹਿਣ ਤੋਂ ਮੀਨਿੰਗ ਕਿ ਅੰਕਾਂ ਨੂੰ 2 ਅੰਕਾਂ ਦੀ ਸੰਖਿਆ ਸੀ, 2 ਅੰਕਾਂ ਦੀ ਸੰਖਿਆ ਨੂੰ ਉਹਨਾਂ ਦੇ ਅੰਕਾਂ ਨੂੰ ਕੀ ਕਰਤਾ ਬਦਲ ਦਿੱਤਾ ਤੇ ਬਾਅਦ ਵਿੱਚ ਜੋੜ ਦਿੱਤਾ। ਤੇ ਜੋੜੋਗੇ ਤੇ ਕਿੰਨਾ ਬਣ ਰਿਹਾ ਹੋਵੇਗਾ x y ਕਿੰਨਾ ਬਣ ਰਿਹਾ ਹੋਵੇਗਾ n ਬਟਾ 11। n ਦੀ ਵੈਲਿਊ ਮੇਰੇ ਪਿਆਰੇ ਬੱਚੇ ਇੱਥੇ ਕਿੰਨੀ ਆ ਰੱਖੀ ਹੈ ਜੀ 110। ਜੇ 110 ਰੱਖੋਗੇ ਜੀ 110 ਬਟਾ 11 ਕਿੰਨੀ ਵੈਲਿਊ ਨਿਕਲ ਕੇ ਆ ਜਾਵੇਗੀ ਤੁਹਾਡੇ ਕੋਲੇ? ਇਸ ਦੀ ਵੈਲਿਊ ਨਿਕਲ ਕੇ ਆ ਜਾਵੇਗੀ 10। ਇਸੇ ਤਰ੍ਹਾਂ x ਮਾਈਨਸ y ਉਹਨਾਂ ਨੇ ਕਿੰਨਾ ਦੇ ਰੱਖਿਆ ਜੀ x ਮਾਈਨਸ y ਉਹਨਾਂ ਨੇ ਦੇ ਰੱਖਿਆ 4। ਜੇਕਰ x plus 10 ਹੈ ਜੀ, ਇੱਥੇ ਮੈਂ ਇੱਕ ਹੋਰ ਆਪਸ਼ਨ ਲੈ ਲੈਂਦਾ ਜੀ। ਜੇਕਰ ਮੇਰੇ ਪਿਆਰੇ ਬੱਚੋ x plus y ਬਰਾਬਰ ਕਿੰਨਾ ਆ ਗਿਆ ਜੀ ਇਹ ਆਪਣੇ ਕੋਲੇ ਆ ਗਿਆ 10 ਤੇ ਉਹਨਾਂ ਨੇ ਦੇ ਰੱਖਿਆ ਜੀ x ਮਾਈਨਸ y ਮੇਰੇ ਪਿਆਰੇ ਬੱਚੋ ਕਿੰਨਾ ਹੈਗਾ 4। ਤੇ ਹੁਣ ਇਸ ਨੂੰ ਬਹੁਤ ਆਰਾਮ ਦੇ ਨਾਲ ਤੁਸੀਂ ਸੋਲਵ ਕਰ ਸਕਦੇ ਹੋ। ਦੇਖੋ ਜੀ ਇਹਨਾਂ ਨੂੰ ਪਲੱਸ ਕਰਾਂਗੇ ਕਿੰਨਾ ਬਣ ਜਾਊਗਾ, ਪਲੱਸ ਕਰੋਗੇ ਤੇ ਇਹ ਕੱਟ ਹੋ ਜਾਣਗੇ। 2x ਮੇਰੇ ਪਿਆਰੇ ਬੱਚੋ ਕਿੰਨਾ ਆ ਜਾਊਗਾ 14 ਆ ਜਾਵੇਗਾ ਤੇ x ਦੀ ਵੈਲਿਊ ਕਿੰਨੀ ਆ ਜਾਵੇਗੀ 7। ਜੇ x 7 ਹੈਗਾ ਤੇ y ਕਿੰਨਾ ਮੇਰੇ ਪਿਆਰੇ ਬੱਚੋ ਆ ਜਾਊਗਾ 3। ਇਹ ਦੋਨੇ ਆਪਸ਼ਨ ਨਿਕਲ ਕੇ ਆ ਜਾਣਗੀਆਂ ਕਿਉਂਕਿ ਦੋਨਾਂ ਦਾ ਜੋੜ ਕਿੰਨਾ ਜੀ 10। 10 ਦੇ ਵਿੱਚੋਂ x ਕਿੰਨਾ ਜੀ 7। ਜੇ ਦੋਨਾਂ ਦਾ ਜੋੜ 10 ਹੈ ਤੇ ਇਹ ਕਿੰਨਾ ਹੋਵੇਗਾ 3 ਹੋਵੇਗਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇਸ ਕੁਐਸਚਨ ਨੂੰ ਸੋਲਵ ਕਰ ਸਕਦੇ ਹੋ। ਇਹ ਦੋਨੇ ਫੰਡੇ ਆ ਜਿਹੜੇ ਤੁਸੀਂ ਆਪਣੇ ਧਿਆਨ ਦੇ ਵਿੱਚ ਰੱਖਣੇ ਆ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਵਧਦੇ ਹਾਂ। ਹਾਂਜੀ, ਤੋਂ ਅਗਲੇ ਕੁਐਸਚਨ ਵੱਲ ਦੇਖਦੇ ਹਾਂ ਜੀ। ਜਿਹੜਾ ਸਟਾਰਟਿੰਗ ਟਾਈਮ ਆ ਜਿਹਦੇ ਵਿੱਚ ਕਨਸੈਪਟ ਦੀ ਗੱਲ ਕਰਦੇ ਆ ਤੇ ਕਨਸੈਪਟ ਮੇਰੇ ਪਿਆਰੇ ਬੱਚਿਓ ਇਹੀ ਹੁੰਦੇ ਆ। ਅਲੱਗ-ਅਲੱਗ ਪੇਪਰਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਪੁੱਛੇ ਜਾਂਦੇ ਹੁੰਦੇ ਆ। ਹੋਰ ਕੋਈ ਬਾਹਲੀ ਵੱਡੀ ਚੌੜੀ ਜਾਂ ਲੰਬੀ ਚੌੜੀ ਗੱਲ ਹੈ ਨਹੀਂ। ਆਹੀ ਕਨਸੈਪਟ ਸਾਰੇ ਪੇਪਰਾਂ ਦੇ ਵਿੱਚ ਅਪਲਾਈ ਹੋ ਰਹੇ ਹੋਣਗੇ। ਇਸ ਤਰੀਕੇ ਦੇ ਨਾਲ ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਕੱਲੀਆਂ ਆਪਸ਼ਨਾਂ ਨੂੰ ਟਿਕ ਕਰਨਾ, ਨਾਲ ਦੀ ਨਾਲ ਕਨਸੈਪਟ ਨੂੰ ਵੀ ਡੀਲ ਕਰਦਾ ਜਾਣਾ ਹੈ ਜੀ। ਇਸ ਤਰੀਕੇ ਨਾਲ ਅਗਲਾ ਕੁਐਸਚਨ ਦੇਖਦੇ ਹਾਂ ਜੀ। ਵਿਦਿਆਰਥੀਆਂ ਨੂੰ ਵਿਅਕਤੀਗਤ ਤਵੱਜੋ ਇਸ ਕਾਰਨ ਨਹੀਂ ਦਿੱਤੀ ਜਾ ਸਕਦੀ। ਹੁਣ ਕਿਸ ਕਾਰਨ ਵਿਅਕਤੀਗਤ ਤਵੱਜੋ ਨਹੀਂ ਦਿੱਤੀ ਜਾ ਸਕਦੀ? ਹੁਣ ਬਹੁਤ ਕਾਮਨ ਸੈਂਸ ਜੀ ਵਾਲਾ ਕੁਐਸਚਨ ਹੈ ਜੀ। ਅਗਰ ਤੁਸੀਂ ਮੰਨ ਲਓ ਜੀ ਇੱਕ ਕਲਾਸ ਦੇ ਵਿੱਚ 30 ਬੱਚੇ ਹੈਗੇ ਆ, ਅਗਰ ਇੱਕ ਲੈਕਚਰ ਦਾ 35 ਮਿੰਟ ਟਾਈਮ ਹੈ ਜੀ, 35 ਮਿੰਟ ਦੇ ਵਿੱਚ ਜੇਕਰ ਟੀਚਰ ਹਰੇਕ ਬੱਚੇ ਨੂੰ 5 ਜਾਂ 6 ਮਿੰਟ ਦੇ ਰਿਹਾ ਤਾਂ ਉਹ ਸਾਰੇ ਬੱਚੇ ਨੂੰ ਤਾਂ ਡੀਲ ਨਹੀਂ ਕਰ ਸਕਦਾ। ਤਾਂ ਇਸ ਕਾਰਨ ਕਲਾਸ ਦਾ ਜਿਹੜਾ ਲਾਰਜੈਸਟ ਹੋਣਾ, ਜਿਹੜਾ ਕਲਾਸ ਦਾ ਵੱਡਾ ਹੋਣਾ ਕੀ ਕਰਦਾ ਹੈ ਕਿ ਵਿਅਕਤੀਗਤ ਤਵੱਜੋ ਨਹੀਂ ਦਿੱਤੀ ਜਾ ਸਕਦੀ। ਮਤਲਬ ਕਿ ਤੁਸੀਂ ਇੱਕ ਸਟੂਡੈਂਟ ਨੂੰ ਨਹੀਂ ਸਮਝਾਓਗੇ, ਤੁਸੀਂ ਕਲੈਕਟਿਵ ਦੇ ਵਿੱਚ ਗੱਲ ਕਰੋ। ਟੀਚਰ ਕੀ ਗੱਲ ਕਰੇਗਾ? ਕਲੈਕਟਿਵ ਦੇ ਵਿੱਚ ਗੱਲ ਕਰੇਗਾ, ਸਾਰਿਆਂ ਨੂੰ ਨਾਲ ਲੈ ਕੇ ਚੱਲੇਗਾ। ਇੱਕ ਸਟੂਡੈਂਟ ਦੇ ਵੱਲ ਧਿਆਨ ਨਹੀਂ ਦੇਊਗਾ ਜਾਂ ਇੱਕ ਸਟੂਡੈਂਟ ਨੂੰ ਤਵੱਜੋ ਨਹੀਂ ਦੇਵੇਗਾ, ਉਹਦੇ ਤੇ ਟਾਈਮ ਨਹੀਂ ਲਗਾਵੇਗਾ, ਸਾਰਿਆਂ ਤੇ ਇਕੱਠੀ ਕਲਾਸ ਲਗਾਊਗਾ। ਇਸ ਕਾਰਨ ਆਪਾਂ ਕੀ ਕਹਿ ਦਾਂਗੇ ਇਸ ਦੀ ਆਪਸ਼ਨ ਕਿਹੜੀ ਹੋਗੀ ਮੇਰੇ ਪਿਆਰੇ ਬੱਚਿਓ? ਇਸ ਦੀ ਆਪਸ਼ਨ ਇਹ ਬਿਲਕੁਲ ਰਾਈਟ ਆਂਸਰ ਹੈ ਜੀ। ਕਲਾਸ ਦਾ ਵੱਡਾ ਹੋਣਾ ਕੀ ਹੋਊਗਾ? ਬਿਲਕੁਲ ਰਾਈਟ ਆਂਸਰ ਹੋਊਗਾ ਔਰ ਕੋਈ ਵੀ ਇਸ ਦੀ ਆਪਸ਼ਨ ਨਹੀਂ ਹੋਗੀ। ਇਹ ਵਾਲੀ ਵੀ ਆਪਸ਼ਨ ਨਹੀਂ ਹੋਗੀ, ਇਹ ਵਾਲੀ ਆਪਸ਼ਨ ਵੀ ਨਹੀਂ ਹੋਗੀ। ਇਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ ਜੀ। ਰਾਸ਼ਟਰੀ ਗਣਿਤ ਦਿਵਸ
ਮਨਾਇਆ ਜਾਂਦਾ ਹੈ। ਹੁਣ ਮੇਰੇ ਪਿਆਰੇ ਬੱਚੋ ਜੇਕਰ ਤੁਸੀਂ ਪਿਛਲੀ ਕਲਾਸਿਸ ਦੇਖੀਆਂ ਉਸ ਦੇ ਵਿੱਚ ਮੈਂ ਇੱਕ ਚੀਜ਼ ਬਹੁਤ ਇੰਪੋਰਟੈਂਟ ਦੱਸ ਕੇ ਆਇਆ ਸੀਗਾ ਕਿ ਰਾਮਾਨੁਜਨ ਭਾਰਤ ਦੇ ਜਿਹੜਾ ਤਾਮਿਲਨਾਡੂ ਸਥਾਨ ਤੇ ਪੈਦਾ ਹੋਏ ਸੀ। ਉਹਨਾਂ ਦੇ ਬਾਰੇ ਮੈਂ ਗੱਲ ਕਰੀ ਸੀਗੀ ਜਿਨ੍ਹਾਂ ਦਾ ਜਨਮ ਕਦੋਂ ਹੋਇਆ ਜੀ, ਜਿਨ੍ਹਾਂ ਦਾ ਜਨਮ ਹੋਇਆ ਜੀ 22 ਦਸੰਬਰ 22 ਦਸੰਬਰ ਮੇਰੇ ਪਿਆਰੇ ਬੱਚਿਓ 22 ਦਸੰਬਰ 1887 ਦੇ ਵਿੱਚ ਜਨਮ ਹੋਇਆ ਜੀ। ਕਿੱਥੇ ਹੋਇਆ ਜੀ? ਤਾਮਿਲਨਾਡੂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ। ਸੋ ਇਹਨਾਂ ਦੇ ਜਨਮ ਦਿਨ ਤੇ ਕੀ ਬਣਾਇਆ ਜਾਂਦਾ ਮੇਰੇ ਪਿਆਰੇ ਬੱਚਿਓ? ਦਾ ਨੈਸ਼ਨਲ ਮੈਥਮੈਟਿਕਸ ਇੱਥੇ ਡੇ ਕਰ ਲਓ ਜੀ। ਇੱਥੇ ਕੀ ਹੈਗਾ ਜੀ? ਇੱਥੇ ਡੇ ਤੇ ਸੈਲੀਬ੍ਰੇਟ ਇਹਨਾਂ ਦੇ ਕੀ ਕੀਤਾ ਜਾਂਦਾ ਜੀ? ਇਹਨਾਂ ਦੇ ਜਨਮ ਦਿਨ ਤੇ ਕੀ ਮਨਾਇਆ ਜਾਂਦਾ ਹੈ ਜੀ? ਇੰਡੀਅਨ ਨੈਸ਼ਨਲ ਮੈਥਮੈਟਿਕਸ ਡੇ ਮਨਾਇਆ ਜਾਂਦਾ ਕਿੰਨੇ ਨੂੰ? 22 ਦਸੰਬਰ ਨੂੰ। ਤੇ ਹੋਰ ਚੀਜ਼ਾਂ ਵੀ ਨੋਟ ਕਰ ਸਕਦੇ ਹੋ ਜੀ। ਰਾਮਾਨੁਜਨ ਨੇ ਹੋਰ ਕੀ ਮੇਰੇ ਪਿਆਰੇ ਬੱਚਿਓ ਕੀਤਾ ਜੀ? ਰਾਮਾਨੁਜਨ ਨੇ ਮੇਰੇ ਪਿਆਰੇ ਬੱਚਿਓ ਅਨਫਿਨਿਟੀ ਫਾਰਮੂਲਾ ਇਹ ਜਿਹੜਾ ਮੇਰੇ ਪਿਆਰੇ ਬੱਚਿਓ ਇਹ ਕਿਸ ਨੇ ਦਿੱਤਾ ਸੀਗਾ? ਇਹ ਰਾਮਾਨੁਜਨ ਨੇ ਦਿੱਤਾ ਸੀਗਾ। ਇੱਕ ਇਸ ਦੇ ਬਾਰੇ ਹੋਰ ਵੀ ਚਰਚਾ ਕਰਦੇ ਹਾਂ ਜੀ। ਜਦੋਂ ਆਪਾਂ ਫਸਟ ਕਲਾਸ ਦੇ ਵਿੱਚ ਪੜ੍ਹ ਰਹੇ ਸੀ, ਫਸਟ ਕਲਾਸ ਦੇ ਵਿੱਚ ਇੱਕ ਮੈਂ ਹਾਰਡੀ ਬਾਰੇ ਵੀ ਗੱਲ ਕਰ ਰਹੇ ਸੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਜਾ ਕੇ ਕੰਮ ਕੀਤਾ ਸੀਗਾ। ਜੇਕਰ ਜ਼ਿਆਦਾ ਚਰਚਾ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਲਾਸਟ ਵਾਲੀ ਕਲਾਸ ਹੀ ਦੇ ਸਕਦੇ ਹੋ ਜਿੱਥੇ ਮੈਂ ਇਹਨਾਂ ਰਾਮਾਨੁਜਨ ਦੇ ਬਾਰੇ ਫੁੱਲ ਚਰਚਾ ਕੀਤੀ ਹੈ। ਤੇ ਇਸ ਕਾਰਨ ਜਿਹੜੀ ਇਸ ਦੀ ਆਪਸ਼ਨ ਆਊਗੀ ਮੇਰੇ ਪਿਆਰੇ ਬੱਚਿਓ ਉਹ ਕਿਹੜੀ ਆਊਗੀ? ਬੀ ਆਪਸ਼ਨ ਆਊਗੀ। ਹਾਂਜੀ, ਤੋਂ ਅਗਲੇ ਕੁਐਸਚਨ ਵੱਲ ਦੇਖਦੇ ਹਾਂ ਜੀ। ਸੰਖਿਆ ਪੂਰਵ ਸੰਕਲਪ ਮਹੱਤਵਪੂਰਨ ਹੈ। ਸੋ ਹੁਣ ਜਿਹੜਾ ਆਪਣੇ ਸਾਹਮਣੇ ਪ੍ਰੀ ਨੰਬਰ ਕਨਸੈਪਟ ਮੇਰੇ ਪਿਆਰੇ ਬੱਚਿਓ, ਪ੍ਰੀ ਨੰਬਰ ਕਨਸੈਪਟ, ਹੁਣ ਇਸ ਦੀ ਜਿਹੜੀ ਆਪਸ਼ਨ ਦੀ ਗੱਲ ਕਰੀਏ ਤਾਂ ਆਪਸ਼ਨ ਮੇਰੇ ਪਿਆਰੇ ਬੱਚਿਓ ਜਿਹੜੀ ਆ ਰਹੀ ਹੋਗੀ ਤੁਹਾਡੇ ਕੋਲੇ ਆਪਸ਼ਨ ਬਣ ਰਹੀ ਹੋਊਗੀ ਜੀ ਬਿਲਡ ਅਪ ਨੰਬਰ ਕਨਸੈਪਟ। ਹੁਣ ਇਹ ਗੱਲ ਕੀ ਹੈ ਜੀ? ਜਿਹੜਾ ਪ੍ਰੀ ਨੰਬਰ ਕਨਸੈਪਟ ਹੁੰਦਾ, ਪ੍ਰੀ ਨੰਬਰ ਦੀ ਗੱਲ ਕਰੀਏ ਮੇਰੇ ਪਿਆਰੇ ਦੋਸਤ, ਪ੍ਰੀ ਨੰਬਰ ਕਨਸੈਪਟ ਮੇਰੇ ਪਿਆਰੇ ਬੱਚਿਓ ਇਹਦੇ ਬਾਰੇ ਗੱਲ ਕਰਦੇ ਹਾਂ ਤੇ ਇਹ ਕੀ ਹੁੰਦਾ ਜੀ? ਇਹ ਬਹੁਤ ਵਾਰ ਕੁਐਸਚਨ ਪੁੱਛਿਆ ਜਾ ਚੁੱਕਿਆ। ਪ੍ਰੀ ਨੰਬਰ ਕਨਸੈਪਟ ਦੇ ਵਿੱਚ ਕੀ ਹੈ? ਇਸ ਦੇ ਵਿੱਚ ਇੱਕ ਤਾਂ ਗੱਲ ਕਰੀ ਜਾਊਗੀ ਜੀ ਬਿਗ ਕੌਣ ਹੈ ਤੇ ਸਮਾਲਰ ਕੌਣ ਹੈ। ਇਹ ਦੋ ਚੀਜ਼ਾਂ ਤੁਸੀਂ ਧਿਆਨ 'ਚ ਰੱਖ ਸਕਦੇ ਹੋ। ਇਸ ਦੇ ਵਿੱਚ ਬੱਚਿਆਂ ਨੂੰ ਕੀ ਦੱਸਿਆ ਜਾਂਦਾ ਜੀ? ਜਿੱਦਾਂ ਮੈਂ ਮੰਨ ਲਓ ਜੀ ਇੱਕ ਸਾਈਡ 8 ਲਿਖਤਾ, ਇੱਕ ਸਾਈਡ 7 ਲਿਖਤਾ। ਹੁਣ ਪੁੱਛਿਆ ਜਾਂਦਾ ਜੀ ਵੱਡਾ ਕੌਣ ਹੈ ਜੀ? 8 ਵੱਡਾ ਹੈ। ਸੋ ਇਸੇ ਤਰੀਕੇ ਨਾਲ ਜੇ ਗੱਲ ਕਰੀਏ ਜੀ ਮੈਂ ਦੋ ਬੋਟਲ ਲੈ ਲੈਂਦਾ ਜੀ। ਇਸ ਤਰੀਕੇ ਦੀਆਂ ਦੋ ਬੋਟਲ ਹੈਗੀਆਂ ਨੇ ਆਪਣੇ ਕੋਲੇ, ਠੀਕ ਹੈ ਜੀ। ਸੋ ਇਸ ਤਰੀਕੇ ਦੇ ਆਪਣੇ ਕੋਲੇ ਦੋ ਬੋਟਲ ਹੈਗੀਆਂ ਨੇ। ਹੁਣ ਇਸ ਦੇ ਵਿੱਚ ਪੁੱਛਿਆ ਜਾਊਗਾ ਜੀ ਇਹਨਾਂ ਦੇ ਵਿੱਚੋਂ ਵੱਡੀ ਬੋਟਲ ਕਿਹੜੀ ਹੈ? ਜ਼ਿਆਦਾ ਪਾਣੀ ਕਿਸ ਦੇ ਵਿੱਚ ਪਊਗਾ? ਇਸ ਦੇ ਵਿੱਚ ਪਊਗਾ। ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਆਪਣੀਆਂ ਪ੍ਰੀ ਕਨਸੈਪਟ ਦੇ ਵਿੱਚ ਮੇਰੇ ਪਿਆਰੇ ਬੱਚਿਓ ਦੱਸੀਆਂ ਜਾਂਦੀਆਂ ਜਿਸ ਦੇ ਵਿੱਚ ਕੀ ਦੱਸਿਆ ਜਾਂਦਾ ਜੀ? ਸ਼ੇਪ ਕਿਸ ਤਰੀਕੇ ਦੀ ਹੋਣਗੀ, ਕਿਹੜੀ ਸ਼ੇਪ ਵੱਡੀ ਹੋਊਗੀ, ਕਿਹੜੀ ਸ਼ੇਪ ਛੋਟੀ ਹੋਊਗੀ, ਕਿਹੜਾ ਨੰਬਰ ਵੱਡਾ ਹੋਊਗਾ, ਕਿਹੜਾ ਨੰਬਰ ਛੋਟਾ ਹੋਊਗਾ। ਇਸ ਦੇ ਨਾਲ ਆਪਾਂ ਕੀ ਕਰਦੇ ਹਾਂ ਜੀ? ਇਸ ਦੇ ਨਾਲ ਆਪਣਾ ਜਿਹੜੇ ਬੱਚਿਆਂ ਦਾ ਹੈ ਉਹ ਆਪਾਂ ਕੀ ਕਰਦੇ ਹਾਂ? ਬਿਲਡ ਅਪ ਦਾ ਨੰਬਰ ਕਨਸੈਪਟ। ਇਸ ਕਾਰਨ ਇਸ ਦੀ ਆਪਸ਼ਨ ਜਿਹੜੇ ਮੇਰੇ ਪਿਆਰੇ ਬੱਚਿਓ ਕੀ ਹੋਊਗੀ ਜੀ? ਸੀ ਹੋਊਗੀ। ਇਹ ਵਾਲਾ ਵੀ ਨਹੀਂ ਹੋਊਗਾ, ਇਹ ਵਾਲਾ ਵੀ ਨਹੀਂ ਸਹੀ ਹੋਊਗਾ, ਇਹ ਵਾਲਾ ਵੀ ਸਹੀ ਨਹੀਂ ਹੋਊਗਾ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਵਧਦੇ ਹਾਂ। ਵਿਦਿਆਰਥੀਆਂ ਦਾ ਮੁਲਾਂਕਣ ਕਰਨ ਲਈ ਸਭ ਤੋਂ ਵੱਧ ਪ੍ਰਭਾਵਸ਼ਾਲੀ ਢੰਗ। ਹੁਣ ਜੇਕਰ ਵਿਦਿਆਰਥੀਆਂ ਦਾ ਮੁਲਾਂਕਣ ਕਰਨ ਲਈ ਸਭ ਤੋਂ ਪ੍ਰਭਾਵਸ਼ਾਲੀ ਢੰਗ ਜਿਹੜਾ ਮੰਨਦੇ ਆ ਤੇ ਉਹ ਆਪਾਂ ਕੀ ਮੰਨਦੇ ਆ ਜੀ? ਉਹ ਆਪਾਂ ਮੰਨਦੇ ਆ ਜੀ ਕੰਟੀਨਿਊ ਐਂਡ ਦਾ ਕੰਪਰੋਹੈਂਸਿਵ ਇਵੈਲੂਏਸ਼ਨ। ਹੁਣ ਇਹ ਕੀ ਹੁੰਦੀ ਹੈ? ਇਹ ਮੇਰੇ ਪਿਆਰੇ ਬੱਚਿਓ ਜਿਹੜਾ ਸਾਲ ਤੋਂ ਬਾਅਦ ਜਾਂ ਸਾਲ ਦੇ ਦੌਰਾਨ ਜਿਹੜਾ ਸਾਲ ਬੀਤਣ ਤੋਂ ਬਾਅਦ ਜਿਹੜੇ ਇੱਕ ਸਟੂਡੈਂਟ ਨੇ ਕਿੰਨੇ ਟੀਚੇ ਪ੍ਰਾਪਤ ਕੀਤੇ ਉਸ ਨੂੰ ਆਪਾਂ ਕੀ ਪੜ੍ਹਦੇ ਆ? ਉਸ ਨੂੰ ਪੜ੍ਹਦੇ ਆ ਕੰਟੀਨਿਊ ਐਂਡ ਕੰਪਰੋਹੈਂਸਿਵ ਇਵੈਲੂਏਸ਼ਨ। ਹੁਣ ਮੈਂ ਇਸ ਦੇ ਬਾਰੇ ਚਰਚਾ ਕਰ ਲੈਂਦਾ। ਇਸ ਦੀ ਆਪਸ਼ਨ ਮੇਰੇ ਪਿਆਰੇ ਦੋਸਤ ਕਿਹੜੀ ਹੋਊਗੀ? ਡੀ ਹੋਊਗੀ। ਥੋੜੀਆਂ ਜੀ ਹੋਰ ਗੱਲਾਂ ਕਰ ਲੈਂਦੇ ਆ ਜੀ। ਵੀਕਲੀ ਟੈਸਟ ਤੇ ਮੰਥਲੀ ਟੈਸਟ, ਇਸ ਨੂੰ ਮੇਰੇ ਪਿਆਰੇ ਦੋਸਤ ਆਪਾਂ ਕੀ ਪੜ੍ਹਦੇ ਆ ਜੀ? ਇਸ ਨੂੰ ਪੜ੍ਹਦੇ ਆ ਕ੍ਰਿਊਡ ਅਸੈਸਮੈਂਟ। ਇਸ ਨੂੰ ਆਪਾਂ ਕੀ ਪੜ੍ਹਦੇ ਆ ਮੇਰੇ ਪਿਆਰੇ ਬੱਚਿਓ? ਕ੍ਰਿਊਡ ਅਸੈਸਮੈਂਟ। ਕ੍ਰਿਊਡ ਅਸੈਸਮੈਂਟ ਦਾ ਮੀਨਿੰਗ ਹੁੰਦਾ ਵੀ ਕੱਚੇ ਮੁਲਾਂਕਣ। ਕੱਚੇ ਮੁਲਾਂਕਣ ਜ਼ਿਆਦਾ ਕਿੰਦੇ ਤੇ ਆਧਾਰਿਤ ਹੁੰਦੇ ਆ? ਇਹ ਮੇਰੇ ਪਿਆਰੇ ਬੱਚਿਓ ਜ਼ਿਆਦਾ ਕਿੰਦੇ ਤੇ ਆਧਾਰਿਤ ਹੁੰਦੇ ਆ? ਇਹ ਮੈਮਰੀ ਬੇਸਡ ਜ਼ਿਆਦਾ ਹੁੰਦੇ ਆ ਜਿਹੜੇ ਕੀ ਲੈ ਜਾਂਦੇ ਆ? ਮੰਥਲੀ ਟੈਸਟ ਲੈ ਜਾਂਦੇ ਆ, ਤੇ ਵੀਕਲੀ ਟੈਸਟ ਲੈ ਜਾਂਦੇ ਆ। ਇਹ ਦੋਨੇ ਕਿਹਦੇ ਨਾਲ ਸੰਬੰਧ ਰੱਖਦੇ ਆ ਜੀ? ਇਹ ਕ੍ਰਿਊਡ ਅਸੈਸਮੈਂਟ ਦੇ ਨਾਲ ਰੱਖਦੇ ਆ, ਕੱਚੇ ਮੁਲਾਂਕਣਾਂ ਦੇ ਨਾਲ ਰੱਖਦੇ ਆ। ਇਸ ਦੇ ਵਿੱਚ ਜ਼ਿਆਦਾ ਡੀਪ ਦੇ ਵਿੱਚ ਨਹੀਂ ਪੁੱਛਿਆ ਜਾਂਦਾ। ਇਸ ਦੇ ਵਿੱਚ ਕੀ ਪੁੱਛਿਆ ਜਾਂਦਾ ਜੀ? ਇਸ ਦੇ ਵਿੱਚ ਇਹ ਪੁੱਛਿਆ ਜਾਂਦਾ ਜੀ ਬੱਚੇ ਨੂੰ ਜੇਕਰ ਕੱਲ ਪੜ੍ਹਾਇਆ ਤੇ ਜੇਕਰ ਅੱਜ ਉਹਨਾਂ ਦਾ ਟੈਸਟ ਲਿਆ ਜਾ ਰਿਹਾ ਤਾਂ ਜਿਹੜਾ ਕੱਲ ਪੜ੍ਹਾਇਆ ਸੀਗਾ ਉਹ ਉਸ ਬੱਚੇ ਨੂੰ ਕਿੰਨਾ ਰਿਮੈਂਬਰ ਆ, ਕਿੰਨਾ ਯਾਦ, ਕਨਸੈਪਟ ਕਲੀਅਰ ਹੋਏ ਨਾ ਹੋਏ ਇਸ ਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਸ ਕਾਰਨ ਜੇ ਆਪਾਂ ਮੁਲਾਂਕਣ ਕਰਨਾ ਪ੍ਰੋਪਰ ਤੌਰ ਤੇ ਇਵੈਲੂਏਸ਼ਨ ਕਰਨੀ ਮੇਰੇ ਪਿਆਰੇ ਬੱਚਿਓ ਤੇ ਇਵੈਲੂਏਸ਼ਨ ਕਰਨ ਲਈ ਆਪਾਂ ਨੂੰ ਕੀ ਚਾਹੀਦਾ ਹੁੰਦਾ ਜੀ? ਇੱਕ ਸ਼ਬਦ ਲਿਖ ਸਕਦੇ ਹੋ ਜੀ ਹੋਲਿਸਟਿਕ। ਹੋਲਿਸਟਿਕ ਦਾ ਮੀਨਿੰਗ ਮੇਰੇ ਪਿਆਰੇ ਬੱਚਿਓ ਇਹ ਹੋਊਗਾ ਜੀ ਪੂਰੇ ਪੱਧਰ ਤੇ ਸਾਰੇ ਪਾਸੋਂ ਦੇਖਿਆ ਜਾਊਗਾ ਜੀ ਬੱਚੇ ਨੇ ਗੇਮਸ ਦੇ ਵਿੱਚ ਕਿਸ ਤਰੀਕੇ ਦੀ ਪਰਫਾਰਮੈਂਸ ਕੀਤੀ ਆ, ਪੜ੍ਹਾਈ ਦੇ ਵਿੱਚ ਕਿਸ ਤਰੀਕੇ ਦੀ ਕੀਤੀ ਆ, ਰੈਗੂਲਰ ਸਕੂਲ ਆ ਰਿਹਾ ਸੀ ਜਾਂ ਨਹੀਂ ਆ ਰਿਹਾ ਸੀਗਾ,
ਉਹਨਾਂ ਦੀ ਨੋਟਬੁੱਕ ਕਿਸ ਤਰੀਕੇ ਦੀ ਸੀਗੀਆਂ, ਉਹਨਾਂ ਨੇ ਫੈਸਟੀਵਲ ਜੇਕਰ ਸਕੂਲ ਦੇ ਵਿੱਚ ਹੋਏ ਨੇ ਉਹਨਾਂ ਨੂੰ ਕਿੰਨੇ ਪਾਰਟਿਸਿਪੇਟ ਕੀਤੇ ਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਆਪਾਂ ਕਿਹਦੇ ਵਿੱਚ ਨੋਟ ਕਰਦੇ ਆ ਮੇਰੇ ਪਿਆਰੇ ਬੱਚਿਓ, ਇਹ ਜਿਹੜੀ ਆਪਣੀ ਕੰਟੀਨਿਊ ਐਂਡ ਕੰਪਰੈਸਿਵ ਐਵੈਲੂਏਸ਼ਨ ਹੁੰਦੀ ਹੈ, ਸਭ ਤੋਂ ਵਧੀਆ ਵਾਲੀ ਇਹੀ ਮੰਨੀ ਜਾਂਦੀ ਹੈ, ਸਭ ਤੋਂ ਵੱਧ ਪ੍ਰਭਾਵਸ਼ਾਲੀ ਇਹੀ ਹੁੰਦੀ ਹੈ। ਇਸ ਕਾਰਨ ਇਸ ਦੀ ਜਿਹੜੀ ਆਪਸ਼ਨ ਹੋਊਗੀ ਡੀ ਹੋਊਗੀ, ਉੱਪਰ ਵਾਲੀਆਂ ਆਪਸ਼ਨ ਨਹੀਂ ਹੋਣਗੀਆਂ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਵਧਦੇ ਹਾਂ। ਅਗਲੇ ਕੁਐਸਚਨ ਦੀ ਗੱਲ ਕਰੀ ਮੇਰੇ ਪਿਆਰੇ ਬੱਚਿਓ ਤਾਂ ਵਿਦਿਆਰਥੀਆਂ ਨੂੰ ਜਿਓਮੈਟ੍ਰਿਕ ਬਾਕਸ ਦੀ ਵਰਤੋਂ ਨਾਲ ਵਰਗ ਦੀਆਂ ਵਿਸ਼ੇਸ਼ਤਾਵਾਂ ਲੱਭਣ ਲਈ ਕਿਹਾ ਗਿਆ ਹੈ ਜੀ ਕਿਹੜੀ ਅਧਿਆਪਨ ਵਿਧੀ ਦੀ ਵਰਤੋਂ ਕੀਤੀ ਗਈ ਹੈ। ਸੋ ਇਹ ਜਿਹੜਾ ਟੀਚਿੰਗ ਮੈਥਡ ਦੇ ਵਿੱਚੋਂ ਕੁਐਸਚਨ ਪੁੱਛਿਆ ਗਿਆ ਜੀ ਪੈਡਾਗੋਜੀ ਪਾਰਟ ਦਾ। ਟੀਚਿੰਗ ਮੈਥਡ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਜੀ ਇਸ ਦਾ ਜਿਹੜਾ ਆਨਸਰ ਆਊਗਾ, ਆਨਸਰ ਮੇਰੇ ਪਿਆਰੇ ਬੱਚਿਓ ਕਿਹੜਾ ਆਊਗਾ ਜੀ, ਸਭ ਤੋਂ ਜੇਕਰ ਗੱਲ ਕਰਦੇ ਵਿਦਿਆਰਥੀ ਨੂੰ ਜਿਓਮੈਟ੍ਰੀ ਬਾਕਸ ਦੀ ਵਰਤੋਂ ਦੇ ਵਰਗ ਦੀ ਵਿਸ਼ੇਸ਼ਤਾਵਾਂ ਲੱਭਣ ਲਈ ਕਿਹਾ ਗਿਆ ਕਿਹੜੀ ਅਧਿਆਪਨ ਵਿਧੀ ਦੀ ਵਰਤੋਂ ਕੀਤੀ ਗਈ। ਇਹ ਮੇਰੇ ਪਿਆਰੇ ਬੱਚਿਓ ਕੀਤੀ ਗਈ ਜੀ ਹੋਰਿਸਟਿਕ ਮੈਥਡ ਦੀ। ਕਿਹੜੀ ਦੀ ਗੱਲ ਕੀਤੀ ਗਈ ਜੀ, ਹੋਰਿਸਟਿਕ ਮੈਥਡ ਦੀ। ਇਸ ਦੀ ਆਪਸ਼ਨ ਜਿਹੜੀ ਸਹੀ ਹੋਊਗੀ ਉਹ ਕਿਹੜੀ ਹੋਊਗੀ ਜੀ, ਉਹ ਆਪਣੀ ਇਸ ਦੀ ਬੀ ਆਪਸ਼ਨ ਬਿਲਕੁਲ ਰਾਈਟ ਹੋਊਗੀ। ਹੋਰ ਚਰਚਾ ਕਰ ਲੈਂਦੇ ਆ ਜੀ ਜੇਕਰ ਗੱਲ ਕਰੀਏ ਜੀ ਲੈਕਚਰ ਮੈਥਡ। तो हुण जिहड़ा लैक्चर मैथड होगा मेरे प्यारे बच्चों ये किहड़ा होगा जी ओल्डेस्ट टीचिंग मैथड। ये किहड़ा मन्निया जांदा जी, ये ओल्डेस्ट टीचिंग मैथड मन्निया जांदा जी। होर की गल इस दे विच आपां लिख सकदे हां, इस दे विच आपां होर गल ये लिख सकदे हां जी, नाल दी नाल छाप लेना है जी क्योंकि इस तो बाद रेज कर दिता जाऊगा। इस दे विच जिहड़ा स्टूडेंट होगा मेरे प्यारे बच्चों, जिहड़ा स्टूडेंट होगा स्टूडेंट की होवेगा जी पैसिव होवेगा। स्टूडेंट मेरे प्यारे बच्चों किवें होवेगा, स्टूडेंट पैसिव होएगा, वो एक्टिव नहीं होएगा क्योंकि भाषण दे विच की हुंदा जी जिहड़ी अपने लैक्चर दे रहे हुंदे आ उस दे विच एक टीचर बोल रहा हुंदा, स्टूडेंट की हुंदे आ सुन रहे हुंदे, छोटे छोटे जे लैवल ते जाके क्वेश्चन आंसर हो जांदे आ, उच्चे पद्धर ते नहीं हुंदे। जे उच्चे पद्धर ते हो रहे हुण उसनूं आपां डिबेट कहंदे आ, ठीक है जी, जिसनूं आपां डिस्कशन मैथड कह दांगे। बट इन्नी गल तुसीं एक बार ध्यान च रखनी है जी लैक्चर मैथड के बारे। लैक्चर मैथड मेरे प्यारे बच्चों ओल्डेस्ट टीचिंग मैथड हैगा। इस दे विच की हुंदा जी स्टूडेंट की होवेगा पैसिव होवेगा, पैसिव तो मीनिंग की वो एक्टिव नहीं है, कोई क्रिया नहीं कर रहा। इस तरीके नाल जिहड़ा टीचर आ, टीचर मेरे प्यारे बच्चों की होवेगा, टीचर मेरे प्यारे बच्चों एक्टिव होवेगा। टीचर मेरे प्यारे बच्चों की होवेगा जी, टीचर एक्टिव होवेगा। इन्नियां चीज़ां तुसीं इस दे बारे ध्यान विच रखनियां। अगर हुण इस तो बाद गल करिए जी, इस तो बाद होरेस्टिक मैथड दी। होरेस्टिक मैथड सब तो पहला तो गल ये आ जूगी जी भी ये दिता किसने। होरेस्टिक मैथड की गल करते हैं मेरे प्यारे बच्चों, तो जिहड़ा अपना होरेस्टिक मैथड है ये दिता किस दे द्वारा गया जी, होरेस्टिक मैथड। होरेस्टिक मैथड मेरे प्यारे जे बच्चों जो दिता गया ये दिता गया जी आर्मस्ट्रांग द्वारा। आर्मस्ट्रांग द्वारा किंदे द्वारा दिता गया जी, ये आर्मस्ट्रांग दे द्वारा दिता गया। तो हुण ये हुंदा की है जी, इस दे विच की हुंदा है, इस दे विच ये प्रॉब्लम दित्ती जांदी एक बच्चे नूं प्रॉब्लम दित्ती जांदी, वो सैल्फ अपने आप उस प्रॉब्लम नूं सॉल्व करेगा। कहण तो मीनिंग कि स्टूडेंट कल्ला जिन्ना उस दे नाल कोई होर नहीं, ना कोई टीचर हैल्प कर रहा होगा पर पिछे होकर कर रहा होगा जिथे उन्होंने थोड़ी जी जरूरत पैंदी है। क्योंकि आप NCF 2005 पढ़ते हैं उस दे विच ये गल कीती गई जी भी जिहड़ा टीचर होगा, टीचर उनका की होगा सिद्धा दाता होगा, जो उसनूं लोड़ पवेगी उहदा जाके नाल खड़ेगा। फिलहाल तुसीं की करो कि स्टूडेंट नूं कल्ला काम करन दो, डूइंग बाय लर्निंग करन दो, करके सीखण दो। ठीक है जी, इन्नी गल तुसीं ध्यान च रखनी है जी। जिहड़ा होरेस्टिक मैथड होगा ये किहदे द्वारा दिता गया जी, ये दिता गया जी आर्मस्ट्रांग दे द्वारा। अगली गल करते हैं मेरे प्यारे बच्चों, तो अगली गल दे विच है जी जिहड़ा होरेस्टिक मैथड है इस दे विच की होगा जी, इस दे विच जिहड़ा स्टूडेंट है मेरे प्यारे बच्चों, जिहड़ा स्टूडेंट होगा वो की होगा जी, वो एक्टिव होवेगा। वो की होगा मेरे प्यारे दोस्तों, वो एक्टिव होवेगा। जिहड़ा टीचर है वो डीएक्टिव होगा। ध्यान जरूर होगा उस दे विच भी बच्चा की कर रहा की नहीं कर रहा, पर थोड़ा जिहा डीएक्टिव होगा। ज्यादा जिहड़ा एक्टिव रहेगा वो कौन रहेगा जी, स्टूडेंट रहेगा, वो अपने आप कुछ करके सीख रहा होगा। इस तो बाद गल करते हैं जी प्रोजैक्ट विधि। प्रोजैक्ट विधि मेरे प्यारे बच्चों ये किस दे द्वारा दी गई, ये दी गई जी किलपैट्रिक्स दे द्वारा। किलपैट्रिक दे द्वारा ये मेरे प्यारे बच्चों किंदे दी गई जी, किलपैट्रिक द्वारा। दोनों दे विच सिर्फ फर्क इन्ना जी, एक इत्थे स्टूडेंट किंदे च काम करदे आ जी, इस दे विच करदे आ ग्रुप दे विच। इत्थे भी वैसे तो स्टूडेंट अपने पद्धर दी काम कर रहे हुंदे आ जेकर गल करिए प्रोजैक्ट विधि दी, बट प्रोजैक्ट विधि दे विच ग्रुप दे विच काम हो रहा हुंदा मेरे प्यारे बच्चों। ते होरेस्टिक दे विच की हुंदा जी, कल्ला स्टूडेंट कर रहा हुंदा। इस कारण उसने की कहता जी विद्यार्थियों नूं जियोमैट्रिक बॉक्स की वरतों दे नाल वर्ग दी विशेषतावां क्या गया जी, किहड़ी विधि अध्यापन विधि की वरतों की गई है। सो जिहड़ा ज़्यादा इफेक्टिव रहूगा, ठीक है, जिहड़ा ज़्यादा इफेक्टिव रहूगा वो किहड़ा रहूगा जी, होरेस्टिक। इस दे कारण इसकी जिहड़ी ऑप्शन सही होगी जी वो किहड़ी होगी, ऑप्शन नंबर बी। अगर जेकर गल करते हैं जी डिस्कशन मैथड,
ਸੋ ਇਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਇਸ ਦੇ ਵਿੱਚ ਜ਼ਿਆਦਾ ਡਿਬੇਟ ਹੁੰਦੀ ਆ, ਕੁਐਸਚਨ ਆਨਸਰਿੰਗ ਜ਼ਿਆਦਾ ਹੁੰਦੀ ਆ। ਇੰਨੀਆਂ ਚੀਜ਼ਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਵਧਦੇ ਹਾਂ। ਇੱਕ ਵਾਰ ਛੋਟਾ ਜਿਹਾ ਇਸ ਦੀ ਰਿਵੀਜ਼ਨ ਲੈ ਲਓ, ਕਿਉਂਕਿ ਇਸ ਦੇ ਆਧਾਰ ਤੇ ਬਹੁਤ ਸਾਰੇ ਕੁਐਸਚਨ ਪੁੱਛੇ ਜਾਂਦੇ ਆ। ਸੋ ਇੱਕ ਛੋਟੀ ਚਰਚਾ ਕਰ ਲੈਂਦੇ ਆ ਜੀ। ਲੈਕਚਰ ਮੈਥਡ ਕੀ ਹੋਵੇਗਾ ਜੀ? ਓਲਡੈਸਟ ਟੀਚਿੰਗ ਮੈਥਡ ਹੈ। ਔਰ ਕੀ ਹੈ ਜੀ? ਸਟੂਡੈਂਟ ਜਿਹੜਾ ਹੋਵੇਗਾ ਇਸ ਦੇ ਵਿੱਚ ਪੈਸਿਵ ਹੋਵੇਗਾ, ਐਕਟਿਵ ਨਹੀਂ ਹੋਵੇਗਾ। ਇਸ ਤੋਂ ਬਾਅਦ ਹੋਰੈਸਟਿਕ ਮੈਥਡ ਦੀ ਗੱਲ ਕਰਦੇ ਹਾਂ। ਹੋਰੈਸਟਿਕ ਮੈਥਡ ਦੇ ਵਿੱਚ ਕੀ ਹੁੰਦਾ ਜੀ? ਇਹ ਕਿਹਦੇ ਦੁਆਰਾ ਦਿੱਤਾ ਗਿਆ? ਇਹ ਆਰਮਸਟਰਾਂਗ ਦੇ ਦੁਆਰਾ ਦਿੱਤਾ ਗਿਆ। ਇਸ ਦੇ ਵਿੱਚ ਕੀ ਹੁੰਦਾ ਜੀ? ਸਟੂਡੈਂਟ ਖੁਦ ਐਕਟੀਵਿਟੀ ਕਰਦਾ ਹੈ, ਉਸ ਦੇ ਨਾਲ ਜਿਹੜਾ ਟੀਚਰ ਹੁੰਦਾ ਹੈ ਉਹ ਕੀ ਹੁੰਦਾ ਜੀ? ਸੁਵਿਧਾ ਦਾਤਾ ਹੁੰਦਾ ਹੈ, ਲੋੜ ਪੈਣ ਤੇ ਉਸ ਦੀ ਸਹਾਇਤਾ ਕਰਦਾ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਆਪਣਾ ਜਿਹੜਾ ਪ੍ਰੋਜੈਕਟ ਮੈਥਡ ਹੈ। ਪ੍ਰੋਜੈਕਟ ਮੈਥਡ ਮੇਰੇ ਪਿਆਰੇ ਬੱਚਿਓ ਕਿਹਦੇ ਦੁਆਰਾ ਦਿੱਤਾ ਗਿਆ ਜੀ? ਕਿਲਪੈਟਰਿਕ ਦੇ ਦੁਆਰਾ ਦਿੱਤਾ ਗਿਆ। ਇਸ ਦੇ ਵਿੱਚ ਸਟੂਡੈਂਟ ਕੀ ਕਰਦੇ ਆ ਜੀ? ਗਰੁੱਪ ਦੇ ਵਿੱਚ ਕੰਮ ਕਰਦੇ ਆ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਵਧਦੇ ਹਾਂ। ਸੋ ਅਗਲੇ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਜੀ ਦਾ ਨੇਚਰ ਆਫ ਮੈਥਮੈਟਿਕਸ। ਜਿਹੜਾ ਨੇਚਰ ਹੈਗਾ ਮੈਥਮੈਟਿਕਸ ਦਾ ਮੇਰੇ ਪਿਆਰੇ ਬੱਚਿਓ, ਇਹ ਕਿਹੜਾ ਹੁੰਦਾ ਜੀ? ਲੌਜੀਕਲ। ਜਿਹੜਾ ਮੈਥਮੈਟਿਕਸ ਦਾ ਨੇਚਰ ਹੈਗਾ ਉਹ ਕਿਵੇਂ ਦਾ ਹੈਗਾ ਜੀ? ਇਹ ਲੌਜੀਕਲ। ਇਹ ਤਾਂ ਸਾਰਿਆਂ ਨੂੰ ਪਤਾ ਜੀ। ਜੇਕਰ ਮੈਂ ਦੇਖੋ ਅਗਰ ਲਿਖ ਰਿਹਾ ਜੀ ਤੁਹਾਡੇ ਕੋਲੇ 10 + 10, ਇਹ ਮੇਰੇ ਪਿਆਰੇ ਬੱਚਿਓ ਕਿੰਨਾ ਹੋ ਜਾਊਗਾ? ਤੇ 20 ਹੋ ਜਾਊਗਾ। ਤੁਸੀਂ ਇਸ ਨੂੰ ਪ੍ਰੂਫ ਕਰ ਸਕਦੇ ਹੋ। ਤੁਸੀਂ 10 ਪੈਨ ਇੱਧਰ ਲਿਖ ਲਓ, ਠੀਕ ਹੈ ਜੀ, ਤੇ ਪਲੱਸ ਕਰ ਦਿਓ 10 ਪੈਨ ਇਸ ਤਰੀਕੇ ਦੇ ਹੋਰ, ਠੀਕ ਹੈ ਜੀ। ਜਦੋਂ ਤੁਸੀਂ ਸਾਰਿਆਂ ਨੂੰ ਜੋੜ ਰਹੇ ਹੋਗੇ ਕਿੰਨੇ ਬਣ ਰਹੇ ਹੋਣਗੇ? 20 ਬਣ ਰਹੇ ਹੋਣਗੇ। ਇਸ ਨੂੰ ਪ੍ਰੂਫ ਕੀਤਾ ਜਾ ਸਕਦਾ ਹੈ। ਇਹ ਕੋਈ ਹਵਾ ਦੇ ਵਿੱਚ ਗੱਲਾਂ ਨਹੀਂ ਹੈ, ਇਹ ਹਾਈਪੋਥੀਸਿਸ ਨਹੀਂ ਹੈ। ਇਸ ਨੂੰ ਤੁਸੀਂ ਪ੍ਰੂਫ ਕਰ ਸਕਦੇ ਹੋ। ਤੁਹਾਡੇ ਕੋਲ ਲੌਜੀਕ ਹੈ ਜੀ 10 ਪੈਨ ਆ ਹੈਗੇ ਨੇ, 10 ਪੈਨ ਆ ਹੈਗੇ ਨੇ, ਤੁਸੀਂ ਜੋੜੋਗੇ ਤੇ ਤੁਹਾਡੇ ਕੋਲ ਕਿੰਨੇ ਬਣ ਜਾਣਗੇ? 20 ਬਣ ਜਾਣਗੇ। ਇਸ ਦੇ ਵਿੱਚ ਲੌਜੀਕ ਚੱਲਦਾ ਹੈ, ਇਸ ਦੇ ਵਿੱਚ ਕਲਪਨਾ ਜਾਂ ਪਰਿਕਲਪਨਾ ਨਹੀਂ ਚਲਦੀ। ਤੇ ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਤੇ ਆਉਂਦੇ ਹਾਂ। ਤੇ ਅਗਲੇ ਕੁਐਸਚਨ ਦੇ ਵਿੱਚ ਮੇਰੇ ਪਿਆਰੇ ਬੱਚਿਓ ਇੱਕ ਵਾਰ ਤੁਸੀਂ ਧਿਆਨ ਦੇ ਨਾਲ ਦੇਖੋ ਜੀ, ਧਿਆਨ ਦੇ ਨਾਲ ਦੇਖਿਓ। ਹਾਂਜੀ, तो अगला मेरे प्यारे बच्चों ਜਿਹੜਾ ਕੁਐਸਚਨ ਹੈ, ਅਗਲੇ ਕੁਐਸਚਨ 'ਚ ਪੁੱਛਿਆ ਜੀ ਹੇਠ ਲਿਖਿਆਂ ਵਿੱਚੋਂ ਅਧਿਆਪਕ ਕੇਂਦਰਿਤ ਵਿਧੀ ਕਿਹੜੀ ਹੈ? ਹੁਣ ਮੇਰੇ ਪਿਆਰੇ ਬੱਚਿਓ ਜਿਹੜੀ ਆਪਾਂ ਪਿੱਛੇ ਗੱਲ ਕਰਕੇ ਹਟੇ, ਪਿੱਛੇ ਗੱਲ ਕੀ ਕਰਕੇ ਹਟੇ ਆ ਜੀ? प्ले मैथड तो मीनिंग है कि बच्चा खेड के द्वारा सीखेगा। बच्चा किंदे द्वारा सीखेगा मेरे प्यारे बच्चों? खेड के द्वारा सीखेगा। जिवें उन्होंने मन लो कि इस तरीके के कुछ दे दिते गए जी, नंबर दे दिते गए बॉक्स के उपर, ठीक है जी। इहदे विच एक लिखिया होया, एक और बॉक्स दे दिता गया जी, इस दे विच कितना लिखिया होया जी? 2 लिखा गया। इन्होंने अरेंज कर रहा जी 1 2 3 4। सो इहदे तो की पता चल रहा है? इहदे तो पता चल रहा जी किहड़ा नंबर वड्डा किहड़ा नंबर छोटा है। इस तरीके दे नाल आपां कह दांगे प्ले मैथड के द्वारा भी आपां ਜਿਹੜੇ मैथ के बहुत सारे कंसैप्ट बच्चा सीखता है। पर अध्यापक केंद्रित केड़ा है? क्योंकि ये तो हो गया किंदे ते, ये तो हो गया अपने चाइल्ड सेंटर्ड हो गया मेरे प्यारे बच्चों। क्योंकि इस दे विच बच्चा खुद 1 के उपर 2 लगा रहा है, 2 के उपर 3 लगा रहा है, 3 के उपर 4 लगा रहा है। बच्चा खुद करके काम करके सीख रहा है। इस तरीके नाल जेकर गल करदे प्रोजैक्ट मैथड, तो प्रोजैक्ट मैथड दे विच मेरे प्यारे बच्चों स्टूडेंट एक्टिव होगा, स्टूडेंट एक्टिव होगा मेरे प्यारे बच्चों। स्टूडेंट की होगा? एक्टिव होगा। पर काम किवें कर रहा होगा जी? ग्रुप दे विच काम कर रहा होगा। किहदे विच काम कर रहा होगा मेरे प्यारे बच्चों? ग्रुप दे विच काम कर रहा होगा। ते जेकर गल कर लेंदे आ जी लैक्चर मैथड दी, ते लैक्चर मैथड मेरे प्यारे बच्चों आपां इस दे बारे पिछे भी चर्चा करके आए हैं जी। इत्थे की होगा जी? इत्थे होगा टीचर एक्टिव। इत्थे मेरे प्यारे बच्चों किहड़ा होगा जी? इत्थे होगा अपना टीचर एक्टिव होगा, इत्थे स्टूडेंट एक्टिव नहीं होगा। इस कारण जो अध्यापक केंद्रित विधि बन जूगी मेरे प्यारे बच्चों, ये किहड़ी बन जूगी अपनी? सी इसका राइट आंसर होगा। इत्थे भी स्टूडेंट एक्टिव होगा, इत्थे भी स्टूडेंट एक्टिव होगा। इस कारण ये वाली 2 ऑप्शन नहीं होणगियां। ऑप्शन नंबर सी इसका सही आंसर होगा। इस तो बाद अगले क्वेश्चन वाल वधदे हां जी। पाठ योजना दी 5 चरनी प्रणाली किसने शुरू की थी? मेरे प्यारे बच्चों बहुत प्यारा जिहा क्वेश्चन है जी। ये कीती सी हलबर्ट ने। ये मेरे प्यारे बच्चों किसने की जी? हलबर्ट ने। हुण गल कर लो जी किलपैट्रिक दी, इसकी गल करते आपां पिछे करके हटे हैं जी। किलपैट्रिक ने की दिता जी मेरे प्यारे बच्चों? इसने दिता जी प्रोजैक्ट मैथड, प्रोजैक्ट टीचिंग मैथड। ये मेरे प्यारे बच्चों इसने की दिता सीगा? प्रोजैक्ट मैथड, या तुसीं कह सकते हो प्रोजैक्ट टीचिंग मैथड इसने दिता सीगा। ते जे गल करते हैं जी मैरिसन दी, इसने मेरे प्यारे बच्चों 5 स्थान दिते हैं किंदे दे? टीचिंग करने वास्ते भी तुसीं स्टूडेंट नूं इस तरीके दे नाल एक्सप्लोर कर सकते हो। अगर कोई अच्छा जिहा क्वेश्चन आता तो इसके बारे में फुल चर्चा करूंगा। फिलहाल तुसीं इन्ना ही समझना जी ये किसने स्टार्ट की जी? ये हरबर्ट ने स्टार्ट की सीगी। ते किलपैट्रिक ने की दिता सीगा? प्रोजैक्ट टीचिंग मैथड, जिथे बच्चे की काम करते हैं जी? इत्थे काम करते हैं जी ग्रुप दे विच। ये मेरे प्यारे बच्चों किहदे च काम करते हैं? ग्रुप दे च काम करते हैं। इस तो बाद आपां अगले क्वेश्चन वाल आउंदे हां। प्राप्ति सिक्ख्या का उद्देश्य किस नूं परखना हुंदा है?
ਹੁਣ ਮੇਰੇ ਪਿਆਰੇ ਬੱਚੋ ਜੇਕਰ ਗੱਲ ਕਰਦੇ ਹਾਂ ਦਾ ਟੈਸਟ ਇਨ ਮੈਥਮੈਟਿਕਸ, ਟੈਸਟ ਇਨ ਮੈਥਮੈਟਿਕ ਏਮ दैट ਟੈਸਟਿੰਗ। ਹੁਣ ਜਿਹੜੇ ਟੈਸਟ ਲਾਏ ਜਾਂਦੇ ਮੇਰੇ ਪਿਆਰੇ ਬੱਚੋ, ਇਹ ਤਾਂ ਟੈਸਟ ਇਸ ਤਰੀਕੇ ਦੇ ਜਿਹੜੇ ਹੁੰਦੇ ਆ, ਜਿਹੜੇ ਆਪਾਂ ਕਲਾਸ ਦੇ ਵਿੱਚ ਆਪਣੇ ਕੋਲੋਂ ਕੀ ਹੁੰਦਾ ਵੀ ਹਫਤੇ ਬਾਅਦ ਜਾਂ 2 ਦਿਨਾਂ ਬਾਅਦ ਜਾਂ 6 ਦਿਨਾਂ ਬਾਅਦ ਜਿਹੜੇ ਟੈਸਟ ਲਾਏ ਜਾਂਦੇ ਆ, ਉਹ ਕਿਸ ਤਰੀਕੇ ਦੇ ਹੁੰਦੇ ਆ, ਉਹ ਜ਼ਿਆਦਾ ਉਹਦੇ ਵਿੱਚ ਜਿਹੜਾ ਆਪਣੇ ਟੀਚਰ ਸਾਹਿਬਾਨ ਹੁੰਦੇ ਆ ਕੀ ਚੈੱਕ ਕਰ ਰਹੇ ਹੁੰਦੇ ਆ, ਆਪਣੀ ਇੱਕ ਤਾਂ ਆਪਣੀ ਪਰਫਾਰਮੈਂਸ ਚੈੱਕ ਕਰ ਰਹੇ ਹੁੰਦੇ ਆ, ਸਪੀਡ ਚੈੱਕ ਕਰ ਰਹੇ ਹੁੰਦੇ ਆ ਤੇ ਐਕੂਰੈਂਸੀ ਚੈੱਕ ਕਰ ਰਹੇ ਹੁੰਦੇ ਆ। ਹੁਣ ਤਿੰਨਾਂ ਦੇ ਵਿੱਚ ਅਲੱਗ-ਅਲੱਗ ਫਰਕ ਹੈ ਜੀ, ਉਹ ਤੁਸੀਂ ਦੇਖ ਸਕਦੇ ਹੋ ਜੀ। ਠੀਕ ਹੈ ਜੀ, ਮੰਨ ਲਓ ਜੀ ਉਹਨਾਂ ਨੇ 10 ਸਵਾਲ ਦਿੱਤੇ, 10 ਸਵਾਲਾਂ ਦੇ ਵਿੱਚੋਂ ਆਪਾਂ ਕਿੰਨੇ ਸਵਾਲ ਕੀਤੇ, ਫਸਟ ਗੱਲ। ਠੀਕ ਹੈ, ਦੂਜੀ ਗੱਲ ਰਫਤਾਰ। ਹੁਣ ਇਹ ਤਾਂ ਹੈ ਨਹੀਂ ਜੀ ਉਹਨਾਂ ਕੋਲ 35 ਮਿੰਟ ਦਾ ਲੈਕਚਰ ਆ, ਇੱਕ ਟੀਚਰ ਦੇ ਕੋਲੇ 35 ਮਿੰਟ ਦੇ ਲੈਕਚਰ ਦੇ ਵਿੱਚ ਆਪਾਂ ਵੱਧ ਤੋਂ ਵੱਧ ਆਪਾਂ ਨੂੰ 20 ਮਿੰਟ ਦਾ ਟੈਸਟ ਦੇ ਦੂਗਾ, ਕਿਉਂਕਿ ਉਸਨੇ ਬਾਅਦ ਚ ਚੈੱਕ ਵੀ ਕਰਨੇ ਆ। ਤੋ ਇਹ ਜਿਹੜੀ ਚੀਜ਼ ਆ ਇਹ ਵੀ ਦੇਖੀ ਜਾਊਗੀ ਵੀ ਉਸਨੇ ਕਿੰਨੀ ਰਫਤਾਰ ਦੇ ਵਿੱਚ ਕੀਤਾ। ਤੇ ਤੀਜਾ ਜੀ ਜਿੰਨਾ ਉਸਨੇ ਟੈਸਟ ਅਟੈਂਪਟ ਕੀਤਾ ਬੱਚੇ ਨੇ, ਉਸ ਦੇ ਵਿੱਚ ਕਿੰਨਾ ਕਰੈਕਟ ਹੈਗਾ, ਵੀ ਸਾਰਾ ਗਲਤ ਤਾਂ ਨਹੀਂ ਹੈਗਾ, ਕਿੰਨਾ ਸਹੀ ਆ। ਇਸ ਕਾਰਨ ਤਿੰਨੇ ਚੀਜ਼ਾਂ ਦੇਖੀਆਂ ਜਾਣਗੀਆਂ ਮੇਰੇ ਪਿਆਰੇ ਬੱਚਿਓ, ਪਰਫਾਰਮੈਂਸ ਦੇਖੀ ਜਾਊਗੀ, ਸਪੀਡ ਦੇਖੀ ਜਾਊਗੀ ਤੇ ਐਕੂਰੈਂਸੀ ਦੇਖੀ ਜਾਵੇਗੀ, ਔਰ ਇਸ ਦੀ ਕੋਈ ਵੀ ਆਪਸ਼ਨ ਨਹੀਂ ਬਣ ਰਹੀ। ਇਸ ਕਾਰਨ ਇਸ ਦੀ ਜਿਹੜੀ ਆਪਸ਼ਨ ਸਹੀ ਹੋਊਗੀ, ਉਹ ਇਸ ਦੀ ਰਾਈਟ ਆਪਸ਼ਨ ਕਿਹੜੀ ਬਣੇਗੀ ਮੇਰੇ ਪਿਆਰੇ ਬੱਚਿਓ, ਇਹ ਹੋਗੀ। ਆਪਾਂ ਤਿੰਨੇ ਚੀਜ਼ਾਂ ਹੀ ਦੇਖਦੇ ਹਾਂ, ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਆਉਂਦੇ ਹਾਂ। ਐਂਡ ਐਂਗਲ ਇਜ਼ ਕੋਣ ਤੋਂ ਭਾਵ ਹੈ ਵੀ ਐਂਗਲ ਕੀ ਹੈ ਮੇਰੇ ਪਿਆਰੇ ਬੱਚਿਓ, ਜਿਹੜੀ ਇਸ ਦੀ ਆਪਸ਼ਨ ਆ, ਇਹ ਆਪਸ਼ਨ ਇਸ ਦੀ ਬਿਲਕੁਲ ਰਾਈਟ ਜਿਹੜੀ ਬਣ ਰਹੀ ਹੈ, ਉਹ ਇਹ ਆਪਸ਼ਨ ਬਣ ਰਹੀ ਹੈ। ਇਹ ਆਪਸ਼ਨ ਤੋਂ ਬਾਅਦ ਆਪਾਂ ਥੋੜੀ ਜਿਹੀ ਹੋਰ ਚਰਚਾ ਅੱਗੇ ਵਧਾਉਂਦੇ ਹਾਂ ਜੀ। ਤਿੰਨ ਚੀਜ਼ਾਂ ਤੁਸੀਂ ਧਿਆਨ ਚ ਰੱਖਣੀਆਂ ਜੀ, ਲਾਈਨ, ਲਾਈਨ, ਇਸ ਤੋਂ ਬਾਅਦ ਮੇਰੇ ਪਿਆਰੇ ਬੱਚਿਓ ਲਾਈਨ ਸੈਗਮੈਂਟ, ਲਾਈਨ ਸੈਗਮੈਂਟ, ਇਸ ਤੋਂ ਬਾਅਦ ਮੇਰੇ ਪਿਆਰੇ ਬੱਚਿਓ ਰੇ। ਹੁਣ ਤਿੰਨਾਂ ਤੋਂ ਬਾਅਦ ਆਪਾਂ ਇਸ ਕੁਐਸਚਨ ਦੇ ਵੱਲ ਵਧਾਂਗੇ, ਤੁਸੀਂ ਬਾਕੀ ਨੂੰ ਕਿਸ ਤਰੀਕੇ ਨਾਲ ਰਿਜੈਕਟ ਕਰ ਸਕਦੇ ਹੋ। ਅਗਰ ਲਾਈਨ ਦੀ ਗੱਲ ਕਰਦੇ ਮੇਰੇ ਪਿਆਰੇ ਦੋਸਤ, ਤੇ ਲਾਈਨ ਦਾ ਮੀਨਿੰਗ ਹੁੰਦਾ ਹੈ ਜੀ ਇਹ ਵਾਲਾ। ਲਾਈਨ ਦਾ ਮੀਨਿੰਗ ਇਹ ਹੁੰਦਾ ਵੀ ਇਸ ਦੇ ਵਿੱਚ ਕਿੰਨੇ ਤੀਰ ਤੁਹਾਨੂੰ ਸ਼ੋ ਹੋ ਰਹੇ ਹੋਣਗੇ, 2 ਤੀਰ ਸ਼ੋ ਹੋ ਰਹਿਣਗੇ। ਇਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਡਿਨੋਟ ਕਰ ਸਕਦੇ ਹੋ ਤੇ ਲਿਖ ਸਕਦੇ ਹੋ ਵੀ ਨੋ ਐਂਡ ਪੁਆਇੰਟ, ਨੋ ਐਂਡ ਪੁਆਇੰਟ। ਜਿਹੜਾ ਮੇਰੇ ਪਿਆਰੇ ਬੱਚਿਓ ਲਾਈਨ ਹੁੰਦੀ ਹੈ, ਇਸ ਦੇ ਵਿੱਚ ਕੋਈ ਵੀ ਐਂਡ ਪੁਆਇੰਟ ਨਹੀਂ ਹੁੰਦਾ, ਇਹ ਇਸੇ ਤਰੀਕੇ ਨਾਲ ਅੱਗੇ ਵੱਧਦੀ ਜਾਊਗੀ, ਇਹ ਵੀ ਇਸੇ ਤਰੀਕੇ ਦੇ ਨਾਲ ਅੱਗੇ ਵੱਧਦੀ ਜਾਊਗੀ। ਅਗਰ ਗੱਲ ਕਰਦੇ ਹਾਂ ਜੀ ਲਾਈਨ ਸੈਗਮੈਂਟ ਦੀ, ਤੇ ਲਾਈਨ ਸੈਗਮੈਂਟ ਦੇ ਵਿੱਚ ਮੇਰੇ ਪਿਆਰੇ ਬੱਚਿਓ ਇਸ ਦਾ ਜਿਹੜਾ ਸਿੰਬਲ ਹੈ ਇਸ ਤਰੀਕੇ ਦਾ ਹੋਊਗਾ, ਇਸ ਤਰੀਕੇ ਦੀ ਜਿਹੜੀ ਹੋਊਗੀ ਇਹ ਆਪਣੀ ਕੀ ਹੋਊਗੀ, ਸੌਰੀ ਜਿਹੜੀ ਆਪਣੇ ਕੋਲੇ ਹੋਊਗੀ ਲਾਈਨ ਸੈਗਮੈਂਟ ਹੋਊਗੀ ਮੇਰੇ ਪਿਆਰੇ ਬੱਚਿਓ, ਇਹ ਕੁਝ ਇਸ ਪ੍ਰਕਾਰ ਦੀ ਹੋਊਗੀ, ਇਸ ਪ੍ਰਕਾਰ ਦੀ ਹੋਊਗੀ ਜੀ, ਇਸ ਪ੍ਰਕਾਰ ਦੀ। ਇਸ ਨੂੰ ਇਸ ਤਰੀਕੇ ਦੇ ਨਾਲ ਡਿਨੋਟ ਕੀਤਾ ਜਾਂਦਾ ਹੈ, ਇਸ ਤਰੀਕੇ ਦੇ ਨਾਲ ਤੁਸੀਂ ਡਿਨੋਟ ਕਰ ਸਕਦੇ ਹੋ। ਤੇ ਇਸ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਜੀ ਇਹ ਕੀ ਹੋਣਗੇ, 2 ਐਂਡ ਪੁਆਇੰਟ। ਇਸ ਦੇ ਵਿੱਚ ਕਿੰਨੇ ਐਂਡ ਪੁਆਇੰਟ ਹੁੰਦੇ ਆ, ਕਹਿਣ ਤੋਂ ਮੀਨਿੰਗ ਕਿ ਇੱਥੇ ਜਾ ਕੇ ਸਟਾਪ ਹੋ ਜਾਵੇਗੀ, ਇੱਥੇ ਜਾ ਕੇ ਸਟਾਪ ਹੋ ਜਾਵੇਗੀ, ਇਸ ਦੇ ਵਿੱਚ 2 ਐਂਡ ਪੁਆਇੰਟ ਹੁੰਦੇ ਆ। ਤੀਸਰੀ ਗੱਲ ਕਰਦੇ ਹਾਂ ਜੀ ਰੇ ਦੀ, ਤੇ ਰੇ ਮੇਰੇ ਪਿਆਰੇ ਬੱਚਿਓ ਕੁਝ ਇਸ ਪ੍ਰਕਾਰ ਦੀ ਹੋਊਗੀ, ਇਸ ਨੂੰ ਆਪਾਂ ਕੀ ਕਹਿ ਦਿੰਦੇ ਆ, ਰੇ ਕਹਿ ਦਿੰਦੇ ਆ। ਰੇ ਦੇ ਵਿੱਚ ਕੀ ਹੁੰਦਾ ਜੀ 1 ਐਂਡ ਪੁਆਇੰਟ, 1 ਐਂਡ ਪੁਆਇੰਟ। ਇੰਨੀਆਂ ਚੀਜ਼ਾਂ ਤੁਸੀਂ ਧਿਆਨ ਚ ਰੱਖਣੀਆਂ। ਇਸ ਤੋਂ ਬਾਅਦ ਮੈਂ ਕੁਐਸਚਨ ਨੂੰ ਥੋੜਾ ਜਿਹਾ ਹੋਰ ਓਪਨ ਕਰਤਾ। ਹੁਣ ਮੇਰੇ ਪਿਆਰੇ ਬੱਚਿਓ ਜਦੋਂ ਵੀ ਤੁਸੀਂ ਐਂਗਲ ਬਣਿਆ ਦੇਖਿਆ ਹੋਣਾ ਕਿਤੇ, ਤੇ ਐਂਗਲ ਦੇ ਵਿੱਚ ਤੁਹਾਨੂੰ ਇਸ ਤਰੀਕੇ ਦੇ 2 ਨਿਸ਼ਾਨ ਮਿਲ ਰਹੇ ਹੋਣਗੇ, ਤੇ ਇੱਥੇ ਕਲੋਜ਼ ਹੋ ਰਹੀ ਹੋਊਗੀ। ਹੁਣ ਜੇ ਮੰਨੋ ਜੀ ਰੇ ਆ, ਤੇ ਜੇਕਰ ਰੇ ਪਹਿਲਾਂ ਇੱਥੇ ਮੰਨੋ ਜੀ ਇੱਥੇ ਉੱਪਰ ਹੀ ਰੇ ਸੀਗੀ A ਤੇ B, ਇੱਥੇ ਦੋਨੇ ਇਕੱਠੀਆਂ ਸੀਗੀਆਂ, ਤੇ ਬਾਅਦ ਦੇ ਵਿੱਚ ਕੀ ਹੋਇਆ ਜੀ, ਇਹ ਹੌਲੇ ਹੌਲੇ ਚਲਦੀ ਚਲਦੀ ਜਿਹੜੀ B ਸੀਗੀ ਇਹ ਪਹੁੰਚ ਗਈ ਇੱਥੇ, ਤੇ ਇਹ ਐਂਗਲ ਉਹਨਾਂ ਨੇ ਬਣਾਤਾ ਜੀ 30 ਡਿਗਰੀ ਦਾ। ਹੁਣ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਰੇ ਆ, ਰੇ ਦੇ ਘੁੰਮਣ ਦੇ ਕਾਰਨ ਹੀ ਕੀ ਬਣ ਰਿਹਾ ਹੋਊਗਾ, ਰੇ ਦੇ ਘੁੰਮਣ ਦੇ ਨਾਲ ਹੀ ਕੀ ਬਣ ਰਿਹਾ ਹੋਊਗਾ ਮੇਰੇ ਪਿਆਰੇ ਬੱਚਿਓ, ਐਂਗਲ ਬਣ ਰਿਹਾ ਹੋਊਗਾ। ਨਾ ਤਾਂ ਲਾਈਨ ਐਂਗਲ ਬਣਾਉਗੀ, ਨਾ ਲਾਈਨ ਸੈਗਮੈਂਟ ਬਣਾਉਗੀ, ਐਂਗਲ ਬਣਾਉਗੀ ਕੌਣ, ਰੇ ਬਣਾਵੇਗੀ। ਤੇ ਰੇ ਦੇ ਘੁੰਮਣ ਦੇ ਨਾਲ ਕੀ ਬਣਦਾ ਮੇਰੇ ਪਿਆਰੇ ਬੱਚਿਓ, ਐਂਗਲ ਬਣਦਾ ਹੈ, ਕਿਉਂਕਿ ਇਹ ਇੱਥੇ ਜਾ ਕੇ ਸਟਾਪ ਹੋ ਰਹੀ ਹੋਊਗੀ ਇੱਕ ਪੁਆਇੰਟ ਤੇ, ਇੱਕ ਤੀਰ ਇੱਧਰ ਹੋਊਗਾ, ਇੱਕ ਤੀਰ ਇੱਧਰ ਹੋਊਗਾ, ਤੇ ਇਸ ਨੂੰ ਆਪਾਂ ਪੜ੍ਹਦੇ ਕੀ ਆ ਜੀ, ਇਸ ਨੂੰ ਆਪਾਂ ਪੜ੍ਹਦੇ ਆ ਰੇ, ਤੇ ਰੇ ਦੇ ਘੁੰਮਣ ਦੇ ਨਾਲ ਕੀ ਬਣੇਗਾ ਮੇਰੇ ਪਿਆਰੇ ਬੱਚਿਓ, ਐਂਗਲ ਬਣੇਗਾ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਵਧਦੇ ਹਾਂ। ਦੱਖਣ ਅਤੇ ਪੂਰਬ ਦਿਸ਼ਾਵਾਂ ਵਿਚਕਾਰ ਬਣਨ ਵਾਲਾ ਕੌਣ ਹੁੰਦਾ ਹੈ। ਹੁਣ ਮੇਰੇ ਪਿਆਰੇ ਬੱਚਿਓ ਜੀ ਪਹਿਲਾਂ ਤਾਂ ਚਾਰੇ ਡਾਇਰੈਕਸ਼ਨ ਆਪਾਂ ਕਲੀਅਰ ਕਰ ਲੈਂਦੇ ਆ। ਚਾਰੇ ਡਾਇਰੈਕਸ਼ਨ ਕਿਹੜੀਆਂ ਹੋਣਗੀਆਂ, ਇਹ ਨਾਰਥ ਹੁੰਦੀ ਹੈ ਜੀ, ਇਹ ਸਾਊਥ ਹੋਊਗਾ, ਇਹ ਮੇਰੇ ਪਿਆਰੇ ਬੱਚਿਓ ਈਸਟ ਹੋਊਗਾ, ਤੇ ਇਹ ਕਿਹੜਾ ਹੋਊਗਾ ਜੀ, ਇਹ ਵੈਸਟ ਹੋਊਗਾ। ਅਗਰ ਸਾਰੇ ਸਰਕਲ ਦੀ ਗੱਲ ਕਰਦੇ ਹੋ ਤੇ ਇਹ ਕਿੰਨਾ ਹੁੰਦਾ ਜੀ, ਇਹ 360 ਡਿਗਰੀ ਹੁੰਦਾ ਹੈ। ਜੇ 360 ਡਿਗਰੀ ਹੁੰਦਾ ਹੈ, ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਮੇਰੇ ਪਿਆਰੇ ਬੱਚਿਓ ਵੀ ਇਹ ਕਿੰਨੇ ਦਾ ਹੁੰਦਾ ਹੈ, ਇਹ 90 ਡਿਗਰੀ ਦਾ, ਇਹ ਵੀ ਮੇਰੇ ਪਿਆਰੇ ਬੱਚਿਓ ਕਿੰਨੇ ਡਿਗਰੀ ਦਾ, 90 ਡਿਗਰੀ ਦਾ। ਇਹ ਵਾਲੇ ਸਾਰੇ ਦੇ ਸਾਰੇ ਕਿੰਨੇ ਹੁੰਦੇ ਆ ਮੇਰੇ ਪਿਆਰੇ ਦੋਸਤ, ਇਹ ਸਾਰੇ ਦੇ ਸਾਰੇ 90 ਡਿਗਰੀ ਦੇ ਹੁੰਦੇ ਆ। ਜੇਕਰ ਸਾਰੇ ਦੇ ਸਾਰੇ 90 ਡਿਗਰੀ ਦੇ ਹੁੰਦੇ ਆ, ਠੀਕ ਹੈ ਜੀ, ਉਸਨੇ ਪੁੱਛਿਆ ਕੀ ਜੀ, ਉਸਨੇ ਪੁੱਛਿਆ ਜੀ ਪੂਰਬ ਅਤੇ, ਠੀਕ ਹੈ ਜੀ, ਬਿਟਵੀਨ ਕਿੰਦੇ ਕਿੰਦੇ ਵਿਚਕਾਰ ਪੁੱਛਿਆ ਗਿਆ, ਸਾਊਥ ਅਤੇ ਈਸਟ।
ਇਹ ਰਿਹਾ ਜੀ ਸਾਊਥ ਤੇ ਇਹ ਰਿਹਾ ਮੇਰੇ ਬੱਚਿਓ ਈਸਟ ਤੇ ਇਹਨਾਂ ਦੇ ਵਿਚਕਾਰ ਕਿੰਨੇ ਦਾ ਐਂਗਲ ਬਣ ਰਿਹਾ ਜੀ 90 ਡਿਗਰੀ ਦਾ। ਸੋ ਇਸ ਕਾਰਨ ਇਸ ਦੀ ਆਪਸ਼ਨ ਕਿਹੜੀ ਰਾਈਟ ਹੋਗੀ ਜੀ, ਇਹ ਇਸ ਦੀ ਰਾਈਟ ਆਪਸ਼ਨ ਹੋਵੇਗੀ। ਤੇ ਜੇਕਰ ਪੁੱਛ ਲਿਆ ਜਾਂਦਾ ਜੀ ਨਾਰਥ ਤੇ ਸਾਊਥ ਇਹ ਵਾਲਾ ਕੰਪਲੀਟ ਹੋ ਜਾਵੇ ਆ, ਇਹ ਕੰਪਲੀਟ ਹੋਣ ਤੋਂ ਬਾਅਦ 90 ਤੇ 90 ਮੇਰੇ ਪਿਆਰੇ ਬੱਚਿਓ ਕਿੰਨਾ ਹੋ ਜਾਣਾ ਸੀਗਾ 180। ਬਟ ਉਹਨਾਂ ਨੇ ਪੁੱਛਿਆ ਜੀ ਸਾਊਥ ਤੇ ਈਸਟ ਤੇ ਸਾਊਥ ਤੇ ਈਸਟ ਦੇ ਵਿਚਕਾਰ ਕਿੰਨਾ ਮੇਰੇ ਪਿਆਰੇ ਬੱਚਿਓ 90 ਡਿਗਰੀ। ਸੋ ਇਸ ਦੀ ਆਪਸ਼ਨ ਇਹ ਬਿਲਕੁਲ ਸਹੀ ਹੈ। ਤੇ ਜੇਕਰ ਗੱਲ ਕਰੀਏ ਜੀ ਜੇਕਰ ਕਿਸੇ ਚਤੁਰਭੁਜ ਦੇ ਚਾਰ ਕੋਣ ਦਾ ਆਪਸੀ ਅਨੁਪਾਤ ਕਿੰਨਾ ਹੈਗਾ ਜੀ 1:2:3:4 ਹੋਵੇ ਤਾਂ ਸਭ ਤੋਂ ਛੋਟਾ ਕੋਣ ਕੌਣ ਹੈ। ਹੁਣ ਮੇਰੇ ਪਿਆਰੇ ਦੋਸਤੋ ਤੁਸੀਂ ਇਸ ਗੱਲ ਨੂੰ ਥੋੜਾ ਜਿਹਾ ਅੰਡਰਸਟੈਂਡ ਕਰਨਾ ਹੈ। ਵੈਸੇ ਤਾਂ 1 ਸੈਕਿੰਡ ਤੋਂ ਪਹਿਲਾਂ ਤੁਸੀਂ ਇਸ ਕੁਐਸਚਨ ਨੂੰ ਗੱਲ ਕਰ ਸਕਦੇ ਹੋ ਜੀ। ਤੁਸੀਂ ਸਾਰਿਆਂ ਨੂੰ ਜੋੜ ਦਿਓ ਜੀ, ਸਾਰਿਆਂ ਨੂੰ ਜੋੜੋਗੇ ਕਿੰਨਾ ਬਣ ਗਿਆ 7 7 2 9 9 ਤੇ ਇੱਕ ਮੇਰੇ ਪਿਆਰੇ ਬੱਚਿਓ 10 10 ਦਾ ਜੋੜ ਕਿੰਨਾ ਹੁੰਦਾ ਜੀ। ਜੇਕਰ ਤੁਸੀਂ ਕੁਆਡਰੀਲੇਟਰ ਬਾਰੇ ਜਾਣਦੇ ਹੋ ਕੁਆਡਰੀਲੇਟਰ ਕਿਹੜਾ ਹੁੰਦਾ ਇਸ ਦੇ ਬਾਰੇ ਮੈਂ ਦੱਸ ਦਿੰਦਾ, ਪਹਿਲਾਂ ਤੁਸੀਂ ਛੋਟਾ ਜਿਹਾ ਆਪਾਂ ਕੁਐਸਚਨ ਸੋਲਵ ਕਰ ਲਈਏ ਕਿ ਤੁਸੀਂ ਸਾਰੇ ਐਂਗਲਾਂ ਨੂੰ ਜੋੜ ਰਹੇ ਹੋਗੇ ਜਦੋਂ ਕੁਆਡਰੀਲੇਟਰ ਤੇ, ਠੀਕ ਹੈ ਜੀ, ਚਤੁਰਭੁਜ ਦੇ ਸਾਰੇ ਐਂਗਲਾਂ ਨੂੰ ਜੋੜ ਰਹੇ ਹੋਗੇ ਤੇ ਇਹ ਮੇਰੇ ਪਿਆਰੇ ਬੱਚਿਓ ਕਿੰਨਾ ਬਣ ਰਿਹਾ ਹੋਵੇਗਾ 360 ਡਿਗਰੀ। ਤੇ 10 ਦਾ ਜੋੜ ਕਿੰਨਾ ਹੈ ਜੀ 360 ਡਿਗਰੀ। ਸਾਰੇ ਐਂਗਲਾਂ ਦਾ ਜੋੜ ਕਿੰਨਾ ਬਣਿਆ 10 ਤੇ ਇਹ ਸਾਰੇ ਐਂਗਲਾਂ ਦਾ ਜੋੜ ਕਰੀਏ ਕਿੰਨਾ ਬਣਨਾ ਹੁੰਦਾ 360। 10 ਦੀ ਵੈਲਿਊ ਜੇਕਰ 360 ਮੇਰੇ ਪਿਆਰੇ ਬੱਚਿਓ ਤੇ ਇੱਕ ਦਾ ਕਿੰਨਾ ਆ ਜਾਊਗਾ ਜੀ 36 ਡਿਗਰੀ ਆ ਜਾਊਗਾ। ਇਹ 36 ਡਿਗਰੀ ਹੋਊਗਾ, ਇਹ ਕਿੰਨਾ ਹੋਊਗਾ ਮੇਰੇ ਪਿਆਰੇ ਬੱਚਿਓ ਇਹ 72 ਡਿਗਰੀ ਹੋ ਜਾਊਗਾ। ਇਸੇ ਤਰੀਕੇ ਨਾਲ ਇਹ ਹੋਰ ਵੱਧ ਜਾਊਗਾ, ਇਹ ਹੋਰ ਵੱਧ ਜਾਊਗਾ, ਠੀਕ ਹੈ ਜੀ। ਜਦੋਂ ਤੁਸੀਂ ਜੋੜ ਰਹੇ ਹੋਗੇ ਤੇ ਇਸ ਦੀ ਆਪਸ਼ਨ ਜਿਹੜੀ ਰਾਈਟ ਬਣੇਗੀ ਇਹ ਕਿੰਨੀ ਬਣੇਗੀ ਜੀ ਬੀ। ਤੇ ਇਹ ਮੇਰੇ ਪਿਆਰੇ ਬੱਚਿਓ ਕੀ ਹੁੰਦਾ ਜੀ ਇਹ ਕੁਆਡਰੀਲੇਟਰ ਹੁੰਦਾ ਹੈ। ਸੋ ਇਸ ਨੂੰ ਤੁਸੀਂ ਮੰਨ ਸਕਦੇ ਹੋ ਜੀ ਇਸ ਦਾ ਐਵਰੀ ਕੋਣ ਕਿੰਨਾ ਮੰਨ ਸਕਦੇ ਹੋ 90 90 ਡਿਗਰੀ ਦਾ ਮੰਨ ਸਕਦੇ ਹੋ, ਠੀਕ ਹੈ ਜੀ। ਕਿੰਨਾ ਮੰਨ ਸਕਦੇ ਹੋ 90 90 ਡਿਗਰੀ ਦਾ ਮੰਨ ਸਕਦੇ ਹੋ, ਠੀਕ ਹੈ ਜੀ। ਸਾਰਿਆਂ ਦਾ ਤੁਸੀਂ ਜੋੜ ਕਰੋਗੇ ਤਾਂ ਕਿੰਨਾ ਬਣ ਰਿਹਾ ਹੋਊਗਾ ਤੁਹਾਡੇ ਕੋਲ 360 ਡਿਗਰੀ ਬਣ ਰਿਹਾ ਹੋਊਗਾ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਵਧਦੇ ਹਾਂ। ਪਾਸੇ ਦੇ ਸਨਮੁਖ ਫਲਕਾਂ ਉੱਪਰ ਦਰਸਾਏ ਗਏ ਅੰਕਾਂ ਦਾ ਜੋੜ ਹੁੰਦਾ ਹੈ। ਹੁਣ ਮੇਰੇ ਪਿਆਰੇ ਬੱਚਿਓ ਇਹ ਜਿਹੜਾ ਡਾਈਸ ਦੇ ਵਿੱਚੋਂ ਕੁਐਸਚਨ ਪੁੱਛਿਆ ਗਿਆ ਜੀ, ਡਾਈਸ ਦੇ ਵਿੱਚੋਂ ਪੁੱਛਿਆ ਗਿਆ ਜੀ ਸਟੈਂਡਰਡਾਈਜ਼ ਦੇ ਵਿੱਚੋਂ। ਸਟੈਂਡਰਡਾਈਜ਼ ਦਾ ਮੀਨਿੰਗ ਕੀ ਹੁੰਦਾ ਜੀ, ਸਟੈਂਡਰਡਾਈਜ਼ ਦਾ ਮੀਨਿੰਗ ਹੁੰਦਾ ਜੀ ਸਮ ਆਫ ਆਪੋਜ਼ਿਟ ਫੇਸ, ਸਮ ਆਫ ਆਪੋਜ਼ਿਟ ਫੇਸ, ਸਮ ਆਫ ਆਪੋਜ਼ਿਟ ਫੇਸ ਮੇਰੇ ਪਿਆਰੇ ਬੱਚਿਓ ਇਹ ਕਿੰਦੇ ਬਰਾਬਰ ਹੁੰਦਾ ਜੀ, ਇਹ ਬਰਾਬਰ ਹੁੰਦਾ ਜੀ 7 ਦੇ। ਸੋ ਇਸ ਕਾਰਨ ਇਸ ਦੀ ਜਿਹੜੀ ਆਪਸ਼ਨ ਆਊਗੀ ਬਿਲਕੁਲ ਰਾਈਟ ਆਪਸ਼ਨ ਜਿਹੜੀ ਹੋਊਗੀ ਇਸ ਦੀ ਬੀ ਹੋਊਗੀ। ਇੱਕ ਮੇਰੇ ਪਿਆਰੇ ਬੱਚਿਓ ਇਹ ਕੀ ਹੁੰਦਾ ਜੀ ਜਨਰਲਾਈਜ਼, ਕਿਹੜੀ ਡਾਈਜ਼ ਹੁੰਦੀ ਹੈ ਜੀ ਜਨਰਲਾਈਜ਼। ਇੱਕ ਹੁੰਦੀ ਹੈ ਜੀ ਸਟੈਂਡਰਡਾਈਜ਼, ਇੱਕ ਹੁੰਦੀ ਹੈ ਮੇਰੇ ਪਿਆਰੇ ਬੱਚਿਓ ਸਟੈਂਡਰਡਾਈਜ਼ ਤੇ ਇੱਕ ਮੇਰੇ ਪਿਆਰੇ ਬੱਚਿਓ ਕਿਹੜੀ ਹੁੰਦੀ ਹੈ ਜੀ ਜਨਰਲਾਈਜ਼। ਤੇ ਜਨਰਲਾਈਜ਼ ਦੇ ਵਿੱਚ ਕੀ ਹੁੰਦਾ ਜੀ ਇਸ ਦੀ ਮੀਨਿੰਗ ਹੁੰਦਾ ਜੀ ਦੋ ਦਿਖ ਰਹੀਆਂ ਦੋ ਪਾਸਿਆਂ ਦਾ ਜੋੜ ਮੇਰੇ ਪਿਆਰੇ ਬੱਚਿਓ ਕਿੰਦੇ ਬਰਾਬਰ ਹੁੰਦਾ ਜੀ 7 ਦੇ ਬਰਾਬਰ ਹੁੰਦਾ ਹੈ। ਇਹ ਕਿਸ ਤਰੀਕੇ ਦੀ ਹੋਊਗੀ ਮੈਂ ਇਸ ਦੀ ਪਹਿਲਾਂ ਐਗਜ਼ਾਮਪਲ ਦੇ ਰਿਹਾ ਜੀ ਸਟੈਂਡਰਡਾਈਜ਼ ਦੀ। ਮੇਰੇ ਪਿਆਰੇ ਬੱਚਿਓ ਸਟੈਂਡਰਡਾਈਜ਼ ਕਿਸ ਤਰੀਕੇ ਦੀ ਹੋਊਗੀ ਇਹ ਕੁਝ ਇਸ ਪ੍ਰਕਾਰ ਦੀ ਹੋਊਗੀ ਤੇ ਇਸ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਇਸ ਪ੍ਰਕਾਰ ਦੀ ਹੋਊਗੀ, ਮੰਨ ਲਓ ਜੀ 1 3 2 ਤੁਸੀਂ ਦੋ ਸਾਈਡਾਂ ਜਿਹੜੀਆਂ ਮਰਜ਼ੀ ਜੋੜ ਕੇ ਦੇਖ ਲਓ, ਦੋ ਸਾਈਡਾਂ ਜਿਹੜੀਆਂ ਮਰਜ਼ੀ ਜੋੜ ਕੇ ਦੇਖ ਲਓ। ਸਾਹਮਣੇ ਜਿਹੜਾ 7 ਨਹੀਂ ਬਣ ਰਿਹਾ, 3 ਤੇ 2 5, 1 ਤੇ 3 4, ਠੀਕ ਹੈ ਜੀ 1 ਤੇ 2 3, 7 ਨਹੀਂ ਬਣ ਰਿਹਾ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ। ਤਿੰਨ ਫੇਸ ਹੀ ਆਪਾਂ ਨੂੰ ਦਿਖਾਈ ਦਿੰਦੇ ਆ ਡਾਈਸ ਦੇ, ਇਸ ਕਾਰਨ ਜਦੋਂ ਸਮ 7 ਨਹੀਂ ਬਣ ਰਿਹਾ ਤੇ ਤੁਸੀਂ ਕੀ ਕਹਿ ਸਕਦੇ ਹੋ ਜੀ ਇਹ ਸਟੈਂਡਰਡਾਈਜ਼ ਆ। ਸਟੈਂਡਰਡਾਈਜ਼ ਦਾ ਮੀਨਿੰਗ ਹੁੰਦਾ ਹੈ ਜੀ ਇਹ ਕਿਹੜੀ ਡਾਈਜ਼ ਹੈ ਜਿਸ ਦੇ ਮਤਲਬ ਕਿ ਅਪੋਜ਼ਿਟ ਫੇਸ ਦਾ ਕਹਿਣ ਤੋਂ ਮੀਨਿੰਗ ਕਿ 3 ਦੇ ਪਿੱਛੇ ਜਿਹੜਾ ਹੋਊਗਾ ਉਹ ਕਿੰਨਾ ਹੋਊਗਾ 4 ਹੋਊਗਾ। 3 ਦੇ ਪਿੱਛੇ ਕਿੰਨਾ ਛਿਪਿਆ ਹੋਇਆ 4 ਛਿਪਿਆ ਹੋਇਆ। 3 ਦੇ ਪਿੱਛੇ 4 ਹੋਊਗਾ, 2 ਦੇ ਪਿੱਛੇ 5 ਹੋਊਗਾ ਤੇ 1 ਦੇ ਪਿੱਛੇ ਮੇਰੇ ਪਿਆਰੇ ਬੱਚੋ ਕਿੰਨਾ ਆ ਰਿਹਾ ਹੋਵੇਗਾ 6 ਆ ਰਿਹਾ ਹੋਵੇਗਾ। ਕਿਉਂਕਿ ਜਿਹੜੀ ਸਟੈਂਡਰਡਾਈਜ਼ ਹੁੰਦੀ ਇਸ ਦਾ ਉਲਟੇ ਫਲਕਾਂ ਦਾ ਜੋੜ ਜਿਹੜਾ ਹੁੰਦਾ ਅਪੋਜ਼ਿਟ ਫੇਸ ਦਾ ਜਿਹੜਾ ਜੋੜ ਹੁੰਦਾ ਉਹ ਕਿੰਨਾ ਹੁੰਦਾ ਜੀ 7 ਹੁੰਦਾ ਹੈ। ਤੇ ਜਨਰਲਾਈਜ਼ ਦੀ ਗੱਲ ਕਰਦੇ ਮੇਰੇ ਪਿਆਰੇ ਬੱਚੋ ਇਹ ਕੁਝ ਇਸ ਪ੍ਰਕਾਰ ਦੀ ਹੁੰਦੀ ਹੈ ਜੀ 3 4 1। ਹੁਣ ਇਹਨਾਂ ਦਾ ਜੋੜ ਕਿੰਨਾ ਬਣ ਰਿਹਾ ਜੀ 7 ਬਣ ਰਿਹਾ ਜਿਹੜੇ ਆਪਾਂ ਨੂੰ ਦਿਖ ਰਿਹਾ। ਇਹ ਕਨਸੈਪਟ ਨੂੰ ਤੁਸੀਂ ਕਲੀਅਰ ਕਰ ਸਕਦੇ ਹੋ। ਇਸ ਤੋਂ ਬਾਅਦ ਜਿਹੜੇ ਪੇਡ ਕੋਰਸ ਹੈਗੇ ਉਸ ਦੇ ਵਿੱਚ ਇਸ ਦੀ ਪੂਰੀ ਡਿਟੇਲ ਦਿੱਤੀ ਗਈ ਹੈ, ਡਾਈਸ ਟੌਪਿਕ ਪੜ੍ਹਾ ਦਿੱਤਾ ਗਿਆ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਆਉਂਦੇ ਹਾਂ ਜੀ। ਹਾਂਜੀ ਤਾਂ ਅਗਲੇ ਕੁਐਸਚਨ ਵਿੱਚ ਪੁੱਛਿਆ ਗਿਆ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਹੈ। ਹੁਣ ਮੇਰੇ ਪਿਆਰੇ ਬੱਚੋ ਸਾਰੇ ਕਥਨ ਪਹਿਲਾਂ ਪੜ੍ਹ ਲੈਂਦੇ ਆ ਜੀ। ਸਾਰੀਆਂ ਜਿਸਤ ਸੰਖਿਆਵਾਂ ਅਭਾਜ ਸੰਖਿਆਵਾਂ ਹੁੰਦੀਆਂ ਹਨ। ਹੁਣ ਮੇਰੇ ਪਿਆਰੇ ਬੱਚੋ ਕੰਪੋਜਿਟ ਨੰਬਰ 1 ਆ ਚੁੱਕਿਆ, ਇੱਕ ਪ੍ਰਾਈਮ ਨੰਬਰ ਆ ਚੁੱਕਿਆ। ਹੁਣ ਇਸ ਦੇ ਵਿੱਚ ਫਰਕ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਜੀ ਵੀ ਪ੍ਰਾਈਮ ਨੰਬਰ ਕੀ ਹੁੰਦਾ ਕੰਪੋਜਿਟ ਨੰਬਰ ਕੀ ਹੁੰਦਾ।
ਪ੍ਰਾਈਮ ਤੇ ਕੰਪੋਜ਼ਿਟ ਬਾਰੇ ਜਦੋਂ ਮੈਂ ਫਸਟ ਕਲਾਸ ਲਈ ਸੀਗੀ ਉਸ ਦੇ ਵਿੱਚ ਦੱਸ ਦਿੱਤਾ ਸੀਗਾ, ਮੈਂ ਇੱਕ ਵਾਰ ਫਿਰ ਚਰਚਾ ਕਰ ਦਿੰਦਾ ਜੀ। ਜਿਹੜਾ ਮੇਰੇ ਪਿਆਰੇ ਜੀ ਬੱਚਿਓ, ਜਿਹੜਾ ਆਪਣਾ ਹੋਊਗਾ ਕੰਪੋਜ਼ਿਟ ਨੰਬਰ, ਕੰਪੋਜ਼ਿਟ ਨੰਬਰ, ਤੇ ਇੱਕ ਮੇਰੇ ਪਿਆਰੇ ਬੱਚੇ ਕਿਹੜਾ ਹੋਊਗਾ ਜੀ, ਪ੍ਰਾਈਮ ਨੰਬਰ। ਹੁਣ ਪਹਿਲਾਂ ਆਪਾਂ ਇੱਕ ਵਾਰ ਆਪਸ਼ਨ ਸਾਰੀਆਂ ਧਿਆਨ ਨਾਲ ਪੜ੍ਹ ਲੈਂਦੇ ਆ। ਤਾਂ ਮੇਰੇ ਖਿਆਲ 'ਚ ਜਿਹੜੇ ਇਸ ਦੀ ਆਨਸਰ ਆ ਰਹੇ ਹੋਗੇ, ਸਾਰੀਆਂ ਜਿਸ ਸੰਖਿਆਵਾਂ ਅਭਾਜ ਸੰਖਿਆਵਾਂ ਹੁੰਦੀਆਂ ਹਨ, ਇਹ ਬਿਲਕੁਲ ਗਲਤ ਹੈ ਜੀ। ਸਾਰੀਆਂ ਟਾਂਕ ਸੰਖਿਆਵਾਂ ਅਭਾਜ ਸੰਖਿਆਵਾਂ ਹੁੰਦੀਆਂ ਹਨ, ਇਹ ਵੀ ਬਿਲਕੁਲ ਗਲਤ ਹੈ ਜੀ। ਅਭਾਜ ਸੰਖਿਆਵਾਂ ਅਣਗਿਣਤ ਹੁੰਦੀਆਂ ਹਨ, ਇਹ ਬਿਲਕੁਲ ਇਸ ਦੀ ਰਾਈਟ ਆਪਸ਼ਨ ਆ, ਕਿਉਂਕਿ ਆਪਾਂ ਗੱਲ ਕਰਦੇ ਮੇਰੇ ਪਿਆਰੇ ਬੱਚਿਓ ਕੰਪੋਜ਼ਿਟ ਨੰਬਰ ਦੀ, ਤੇ ਕੰਪੋਜ਼ਿਟ ਨੰਬਰ ਦਾ ਮੀਨਿੰਗ ਕੀ ਹੁੰਦਾ ਹੈ ਜੀ, ਮੋਰ ਦੈਨ 2 ਫੈਕਟਰ, ਮੋਰ ਦੈਨ 2 ਫੈਕਟਰ ਮੇਰੇ ਪਿਆਰੇ ਦੋਸਤ, ਇਸ ਦਾ ਮੀਨਿੰਗ ਇਹ ਹੁੰਦਾ ਹੈ। ਹੁਣ ਫੈਕਟਰ ਦਾ ਮੀਨਿੰਗ ਫਿਰ ਆਪਾਂ ਆਉਂਦੇ ਹਾਂ ਜੀ ਪ੍ਰਾਈਮ ਨੰਬਰ ਵੱਲ, ਪਹਿਲਾਂ ਇਸ ਨੂੰ ਸਮਝ ਲੈਂਦੇ ਆ ਜੀ। ਜਿੱਦਾਂ ਮੰਨ ਲਓ ਜੀ ਤੁਹਾਡੇ ਕੋਲ ਇੱਕ ਨੰਬਰ ਲੈ ਲੈਂਦੇ ਆ ਜੀ, ਆਪਾਂ ਨੰਬਰ ਲੈ ਲੈਂਦੇ ਆ 6 ਲੈ ਲੈਂਦੇ ਆ। ਹੁਣ 6 ਅਗਰ ਤੁਹਾਡੇ ਤੋਂ ਇਹ ਪੁੱਛਿਆ ਜਾਏ ਮੇਰੇ ਪਿਆਰੇ ਦੋਸਤੋ ਵੀ ਇਹ ਕੰਪੋਜ਼ਿਟ ਨੰਬਰ ਹੈ ਜਾਂ ਪ੍ਰਾਈਮ ਨੰਬਰ ਹੈ, ਤੇ ਤੁਸੀਂ ਪਹਿਲਾਂ ਇਸ ਨੂੰ ਚੈੱਕ ਕਰ ਲਓ ਵੀ ਇਹ ਕਿਸ ਕਿਸ ਦੀ ਟੇਬਲ ਤੇ ਡਿਵਾਈਡ ਹੋ ਰਿਹਾ। 1 ਤੇ ਡਿਵਾਈਡ ਹੋ ਜਾਊਗਾ, 2 ਤੇ ਮੇਰੇ ਪਿਆਰੇ ਬੱਚੋ ਡਿਵਾਈਡ ਹੋ ਜਾਊਗਾ, 3 ਤੇ ਡਿਵਾਈਡ ਹੋ ਜਾਊਗਾ, ਇਸੇ ਤਰ੍ਹਾਂ 6 ਤੇ ਡਿਵਾਈਡ ਹੋ ਜਾਊਗਾ। ਕਿੰਨੇ ਫੈਕਟਰ ਬਣ ਗਏ ਜੀ, ਫੈਕਟਰ ਬਣ ਕੇ ਮੇਰੇ ਪਿਆਰੇ ਬੱਚੋ 4। ਜੇਕਰ ਮੋਰ ਦੈਨ 2 ਫੈਕਟਰ ਕਹਿਣ ਤੋਂ ਮੀਨ ਕਿ 2 ਤੋਂ ਵੱਧ ਫੈਕਟਰ ਹੋਣੇ ਚਾਹੀਦੇ ਆ, ਤੇ ਫੈਕਟਰ ਉਹ ਹੁੰਦੇ ਆ ਜਿੰਦੇ ਤੇ ਆਪਾਂ ਕਿਸੇ ਨੰਬਰ ਨੂੰ ਡਿਵਾਈਡ ਕਰ ਰਹੇ ਹੁੰਦੇ ਆ। ਜਿੱਦਾਂ 15 ਕਿੰਨੇ ਤੇ ਭਾਗ ਹੋ ਰਿਹਾ, ਇੱਕ ਤਾਂ 1 ਤੇ ਹੋ ਜਾਊਗਾ, 3 ਤੇ ਹੋ ਜਾਊਗਾ, 5 ਤੇ ਹੋ ਜਾਊਗਾ, ਇਸੇ ਤਰ੍ਹਾਂ 15 ਤੇ ਵੀ ਹੋ ਜਾਊਗਾ। ਜਿੰਦੇ ਤੇ ਭਾਗ ਹੋ ਰਿਹਾ ਉਹ ਉਸਦੇ ਕੀ ਹੁੰਦੇ ਆ ਮੇਰੇ ਪਿਆਰੇ ਬੱਚਿਓ, ਫੈਕਟਰ ਹੁੰਦੇ ਆ। ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਜੀ ਜਿਹੜੇ 6 ਦੇ ਫੈਕਟਰ ਹੈਗੇ ਆ, ਇਹ ਕਿੰਨੇ ਹੈਗੇ ਆ ਜੀ, 4 ਫੈਕਟਰ ਹੈਗੇ ਆ। ਤੇ ਮੋਰ ਦੈਨ 2 ਫੈਕਟਰ ਨੂੰ ਆਪਾਂ ਕੀ ਕਹਿੰਦੇ ਆ, ਕੰਪੋਜ਼ਿਟ ਨੰਬਰ ਪੜ੍ਹਦੇ ਆ। ਤੇ ਜੇ ਗੱਲ ਕਰੀਏ ਪ੍ਰਾਈਮ ਨੰਬਰ ਦੀ ਮੇਰੇ ਪਿਆਰੇ ਬੱਚਿਓ, ਪ੍ਰਾਈਮ ਨੰਬਰ, ਤੇ ਪ੍ਰਾਈਮ ਨੰਬਰ ਕੀ ਹੋਊਗਾ ਜੀ, ਓਨਲੀ 2 ਫੈਕਟਰ। ਓਨਲੀ ਮੇਰੇ ਪਿਆਰੇ ਬੱਚਿਓ ਕਿੰਨੇ ਹੋਣੇ ਚਾਹੀਦੇ ਆ ਜੀ, 2 ਫੈਕਟਰ ਹੋਣੇ ਚਾਹੀਦੇ ਆ, 2 ਤੋਂ ਵੱਧ ਨਹੀਂ ਹੋਣੇ ਚਾਹੀਦੇ। ਲੈਟ ਸਪੋਜ਼ ਕਿ ਤੁਸੀਂ ਮੰਨ ਲਓ ਜੀ ਤੁਹਾਡੇ ਕੋਲ ਕਿੰਨਾ ਹੈਗਾ ਜੀ 3। ਹੁਣ 3 ਕਿੰਨੇ ਟੇਬਲ ਤੇ ਡਿਵਾਈਡ ਹੋ ਰਿਹਾ, ਇੱਕ ਤੇ ਹੋ ਜਾਊਗਾ, ਦੂਸਰਾ 3 ਤੇ ਹੋ ਜਾਊਗਾ। ਇਸ ਤੋਂ ਇਲਾਵਾ ਕਿਸੇ ਵੀ ਨੰਬਰ ਤੇ ਇਹ ਭਾਗ ਨਹੀਂ ਹੋ ਰਿਹਾ ਹੋਵੇਗਾ। ਇਸ ਕਾਰਨ ਜਿਹੜਾ 3 ਹੋਊਗਾ ਉਹ ਕਿਵੇਂ ਹੋਊਗਾ ਜੀ, ਉਹ ਇਹ ਹੋਏਗਾ ਆਪਣਾ ਪ੍ਰਾਈਮ ਨੰਬਰ ਹੋਵੇਗਾ, ਕੰਪੋਜ਼ਿਟ ਨੰਬਰ ਨਹੀਂ ਹੋਵੇਗਾ। ਇੰਨੀ ਗੱਲ ਤੁਸੀਂ ਅੰਡਰਸਟੈਂਡ ਕਰ ਗਏ ਹੋਗੇ। ਹੁਣ ਤੁਸੀਂ ਦੇਖ ਸਕਦੇ ਹੋ ਜੀ ਇਸ ਦੀ ਆਪਸ਼ਨ, ਸਾਰੀਆਂ ਜਿਸ ਸੰਖਿਆਵਾਂ ਅਭਾਜ ਸੰਖਿਆਵਾਂ ਹੁੰਦੀਆਂ ਹਨ। ਹੁਣ ਤੁਸੀਂ ਦੇਖੋ ਮੇਰੇ ਪਿਆਰੇ ਬੱਚੋ, ਸਾਰੀਆਂ ਜਿਸ ਸੰਖਿਆਵਾਂ, ਹੁਣ ਜਿਹੜਾ ਇੱਥੇ ਗੱਲ ਕਰੀਏ, ਹਾਂਜੀ, ਆਲ ਈਵਨ ਨੰਬਰ ਆਰ ਕੰਪੋਜ਼ਿਟ ਨੰਬਰ, ਇਹ ਤਾਂ ਬਿਲਕੁਲ ਗਲਤ ਹੈ ਜੀ। ਜਿਹੜਾ 6 ਹੈਗਾ, ਜੇਕਰ ਗੱਲ ਕਰੀਏ 6 ਦੀ, ਤੇ 6 ਮੇਰੇ ਪਿਆਰੇ ਬੱਚੋ ਕੀ ਸੀਗਾ, 6 ਮੇਰੇ ਪਿਆਰੇ ਬੱਚੋ ਕੀ ਸੀਗਾ, 6 ਸੀਗਾ ਮੇਰੇ ਪਿਆਰੇ ਬੱਚੋ ਕੰਪੋਜ਼ਿਟ ਨੰਬਰ। 6 ਮੇਰੇ ਪਿਆਰੇ ਬੱਚੋ ਕੀ ਸੀਗਾ, ਕੰਪੋਜ਼ਿਟ ਨੰਬਰ। ਤੇ ਇਸੇ ਤਰੀਕੇ ਨਾਲ ਜੇਕਰ ਗੱਲ ਕਰਦੇ ਆ ਆਪਾਂ 2 ਦੀ, ਤੇ ਜੇਕਰ ਗੱਲ ਕਰਦੀ ਹੈ 2 ਦੀ, ਤੇ 2 ਦੇ ਕਿੰਨੇ ਫੈਕਟਰ ਹੈਗੇ, ਇੱਕ ਤੇ ਭਾਗ ਹੋ ਰਿਹਾ, ਇੱਕ 2 ਤੇ ਹੋ ਰਿਹਾ, ਤੇ ਫਿਰ ਜਿਹੜਾ 2 ਹੋਊਗਾ, 2 ਮੇਰੇ ਪਿਆਰੇ ਦੋਸਤ ਕਿਹੜਾ ਬਣ ਜਾਊਗਾ, ਪ੍ਰਾਈਮ ਨੰਬਰ ਬਣ ਜਾਵੇਗਾ। ਇਹ ਕਿਹੜਾ ਨੰਬਰ ਬਣ ਜਾਵੇਗਾ, ਪ੍ਰਾਈਮ ਨੰਬਰ। ਹੁਣ ਹੈਗਾ ਤੇ ਇਹ ਵੀ ਆਪਣੇ ਕੋਲੇ ਕੀ ਆ ਮੇਰੇ ਪਿਆਰੇ ਬੱਚੋ, ਈਵਨ ਨੰਬਰ ਆ। ਸੋ ਇਹ ਤਾਂ ਈਵਨ ਨੰਬਰ, ਇਹਨੇ ਕਹਿਤਾ ਵੀ ਸਾਰੇ ਈਵਨ ਨੰਬਰ ਕੀ ਹੋਣੇ ਚਾਹੀਦੇ ਆ, ਕੰਪੋਜ਼ਿਟ ਨੰਬਰ ਹੋਣੇ ਚਾਹੀਦੇ ਆ। ਪਰ ਇਹ ਜਿਹੜਾ, ਹਾਂਜੀ, ਕੰਪੋਜ਼ਿਟ ਹੋਣੇ ਚਾਹੀਦੇ ਆ। ਤੇ ਇਹ ਮੇਰੇ ਪਿਆਰੇ ਬੱਚੋ ਜਿਹੜੇ ਈਵਨ ਨੰਬਰ ਇਹ ਕੀ ਹੈਗਾ ਜੀ, ਪ੍ਰਾਈਮ ਹੈਗਾ। ਇਸ ਕਾਰਨ ਇਹ ਵਾਲੀ ਆਪਸ਼ਨ ਨਹੀਂ ਹੋਗੀ। ਹੁਣ ਗੱਲ ਕਰੀਏ ਜੀ ਸਾਰੀਆਂ ਆਲ ਔਡ ਨੰਬਰ ਆਰ ਪ੍ਰਾਈਮ ਨੰਬਰ, ਸਾਰੇ ਜਿਹੜੇ ਔਡ ਨੰਬਰ ਹੁੰਦੇ ਉਹ ਪ੍ਰਾਈਮ ਨਹੀਂ ਹੁੰਦੇ, ਕਿਉਂਕਿ ਇਹ ਵਾਲਾ ਜਿਹੜਾ ਨੰਬਰ ਹੈਗਾ ਇਹ ਕੀ ਹੈਗਾ ਜੀ, ਈਵਨ ਨੰਬਰ ਹੈਗਾ ਮੇਰੇ ਪਿਆਰੇ ਬੱਚੋ। ਇਹ ਕੀ ਹੈਗਾ ਜੀ, ਈਵਨ ਪ੍ਰਾਈਮ ਹੈ, ਈਵਨ ਨੰਬਰ ਹੈਗਾ, ਸਭ ਤੋਂ ਛੋਟਾ ਈਵਨ ਪ੍ਰਾਈਮ ਨੰਬਰ ਹੈ। ਤੇ ਇਸ ਕਾਰਨ ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਇਹ ਵਾਲੀ ਆਪਸ਼ਨ ਵੀ ਆਪਣੀ ਨਹੀਂ ਆਊਗੀ, ਕਿਉਂਕਿ ਇਹ ਜਿਹੜਾ ਹੈਗਾ ਇਸ ਨੇ ਔਡ ਨੰਬਰ ਦੀ ਗੱਲ ਕੀਤੀ ਸੀ, ਇਹ ਜਿਹੜਾ ਹੈਗਾ ਇਹ ਕਿਵੇਂ ਦਾ ਹੈਗਾ ਜੀ, ਈਵਨ ਹੈਗਾ। ਇਸ ਕਾਰਨ ਇਹ ਵਾਲੀ ਆਪਸ਼ਨ ਵੀ ਨਹੀਂ ਹੋਗੀ, ਤੇ ਆਪਸ਼ਨ ਨੰਬਰ ਇਸ ਦੀ ਸੀ ਬਿਲਕੁਲ ਰਾਈਟ ਆਨਸਰ ਹੋਊਗਾ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਆਉਂਦੇ ਹਾਂ। ਤੇ ਅਗਲੇ ਕੁਐਸਚਨ ਦੇ ਵਿੱਚ ਮੇਰੇ ਪਿਆਰੇ ਬੱਚੋ ਜੋ ਕੁਐਸਚਨ ਪੁੱਛਿਆ ਗਿਆ ਜੀ, 1 ਕਰੋੜ ਇਜ਼ ਇਕੁਅਲ ਟੂ, ਹੁਣ 1 ਕਰੋੜ ਇਕੁਅਲ ਟੂ ਮੇਰੇ ਪਿਆਰੇ ਦੋਸਤ ਤੁਸੀਂ 2 ਚੀਜ਼ਾਂ ਧਿਆਨ ਚ ਰੱਖਣੀਆਂ। ਪਹਿਲੀ ਗੱਲ ਤਾਂ ਇਹ, ਹਾਂਜੀ, 1 ਕਰੋੜ ਇਕੁਅਲ ਟੂ, ਹਾਂਜੀ, ਜੇ ਗੱਲ ਕਰੀਏ ਮੇਰੇ ਪਿਆਰੇ ਬੱਚੋ 1 ਮਿਲੀਅਨ ਦੀ, 1 ਮਿਲੀਅਨ, 1 ਮਿਲੀਅਨ, ਇਹ ਮੇਰੇ ਪਿਆਰੇ ਦੋਸਤ ਕਿੰਨੇ ਬਰਾਬਰ ਹੁੰਦਾ ਜੀ, ਇਹ 10 ਲੱਖ ਦੇ ਬਰਾਬਰ ਹੁੰਦਾ। ਇੰਨੀ ਗੱਲ ਤੁਸੀਂ ਧਿਆਨ ਵਿੱਚ ਰੱਖਣੀ ਆ। 1 ਮਿਲੀਅਨ ਕਿੰਨੇ ਬਰਾਬਰ ਹੁੰਦਾ ਹੈ ਜੀ, 10 ਲੱਖ ਦੇ। ਸੋ ਇੱਥੇ ਗੱਲ ਕਰਦੇ ਹਾਂ ਜੀ 10 ਨੂੰ ਅੱਗੇ ਕੀ ਕਰਨਾ ਪਊਗਾ, ਮਿਲੀਅਨ, ਮਿਲੀਅਨ ਬਰਾਬਰ ਹੋਊਗਾ ਜੀ 10 ਲੱਖ ਦੇ, 10 ਲੱਖ ਦੇ। ਤੇ ਲੱਖ ਦੀ ਵੈਲਿਊ ਮੇਰੇ ਪਿਆਰੇ ਦੋਸਤ ਤੁਸੀਂ ਲਿਖ ਸਕਦੇ ਹੋ ਜੀ, ਲੱਖ ਦੀ ਵੈਲਿਊ ਕਿੰਨੀ ਲਿਖ ਸਕਦੇ ਹੋ ਮੇਰੇ ਪਿਆਰੇ ਬੱਚਿਓ,
ਲੱਖ ਦੀ ਜਗ੍ਹਾ ਤੇ ਤੁਸੀਂ ਲਿਖ ਸਕਦੇ ਹੋ ਜੀ 1 ਦੇ ਪਿੱਛੇ 5 ਜ਼ੀਰੋ 1 2 3 4 5। ਸੋ ਹੁਣ ਟੋਟਲ ਕਿੰਨੀਆਂ ਜ਼ੀਰੋ ਬਣ ਗਈਆਂ ਜੀ 1 2 3 4 5 6 7। ਸੋ ਇਹ ਮੇਰੇ ਪਿਆਰੇ ਬੱਚੋ ਕਿੰਨਾ ਬਣ ਗਿਆ 1 2 3 4 5 6 7। 1 ਦੇ ਪਿੱਛੇ ਕਿੰਨੀਆਂ ਜ਼ੀਰੋ ਆ ਜਾਣਗੀਆਂ 7। ਇਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ ਜੀ 100 ਲੱਖ। ਸੋ ਇਹ ਤਾਂ ਆਪਾਂ ਹੁਣੀ ਕਰਕੇ ਹਟੇ ਜੀ 100 100 ਪਾ ਦਿਓ ਜੀ। ਲੱਖ ਦੇ ਵਿੱਚ ਕਿੰਨੀਆਂ ਜ਼ੀਰੋ ਹੁੰਦੀਆਂ ਜੀ 5। 1 2 3 4 5। ਸੋ ਟੋਟਲ ਜ਼ੀਰੋ ਮੇਰੇ ਪਿਆਰੇ ਬੱਚੋ ਕਿੰਨੀਆਂ ਹੋ ਜਾਣਗੀਆਂ 1 ਦੇ ਵਿੱਚ 7 ਜ਼ੀਰੋ ਹੋ ਜਾਣਗੀਆਂ 3 4 5 6 7। ਇਸ ਦੇ ਵਿੱਚ ਵੀ 7 ਜ਼ੀਰੋ, ਇਸ ਦੇ ਵਿੱਚ ਵੀ 7 ਜ਼ੀਰੋ, ਇਹ ਵੀ 7 ਇਹ ਵੀ 7। ਤੇ ਇਸੇ ਤਰੀਕੇ ਨਾਲ ਹਾਂਜੀ 1000 ਤਾਂ ਲਿਖ ਲਿਆ ਜੀ, ਸੌਰੀ 10000। 10000 ਤੋਂ ਬਾਅਦ 1000 ਲਿਖਦਾ ਜੀ। ਕਿੰਨੀਆਂ ਹੋ ਗਈਆਂ ਜੀ 4 ਤੇ 3 ਮੇਰੇ ਪਿਆਰੇ ਬੱਚੋ। ਇਹ ਵੀ 1 ਦੇ ਪਿੱਛੇ 1 2 3 4 5 6 7। ਇਹ ਵੀ ਕਿੰਨੀਆਂ ਜ਼ੀਰੋ ਆ ਜਾਣਗੀਆਂ 7 ਆ ਜਾਣਗੀਆਂ। ਇਸ ਕਾਰਨ ਇਹ ਵੀ ਆਪਸ਼ਨ ਸਹੀ ਹੈ, ਇਹ ਵੀ ਸਹੀ ਹੈ, ਇਹ ਵੀ ਸਹੀ ਹੈ। ਤੇ ਇਸ ਕਾਰਨ ਸਾਰੀ ਆਪਸ਼ਨ ਇਸ ਦੀਆਂ ਸਹੀ ਨੇ, ਕਿਉਂਕਿ ਸਾਰਿਆਂ ਨੂੰ ਜਦੋਂ ਆਪਾਂ ਤੋੜ ਰਹੇ ਹੋਵਾਂਗੇ ਤੇ 1 ਦੇ ਪਿੱਛੇ ਕਿੰਨੀਆਂ ਜ਼ੀਰੋ ਬਣ ਰਹੀਆਂ ਹੋਣਗੀਆਂ 7 ਜ਼ੀਰੋ ਤੁਹਾਡੇ ਕੋਲੇ ਬਣ ਰਹੀਆਂ ਹੋਣਗੀਆਂ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਆਉਂਦੇ ਆ। ਇੱਕ ਪਿੰਡ ਦੀ ਕੁੱਲ ਆਬਾਦੀ ਕਿੰਨੀ ਹੈਗੀ ਜੀ 6508 ਹੈ, ਜਿਨ੍ਹਾਂ ਵਿੱਚੋਂ 2541 ਆਦਮੀ ਅਤੇ 2318 ਕੀ ਹੈਗੀਆਂ ਨੇ ਔਰਤਾਂ ਹੈਗੀਆਂ ਨੇ। ਤੇ ਬਾਕੀ ਬੱਚਿਆਂ ਦੀ ਗਿਣਤੀ ਪਤਾ ਕਰੋ। ਇਹ ਤਾਂ ਮੈਨੂੰ ਲੱਗਦਾ ਵੀ ਦੁਨੀਆ ਦਾ ਜਿਹੜਾ ਮਰਜ਼ੀ ਅਗਰ ਕਿਸੇ ਨੇ ਕਦੇ ਜ਼ਿੰਦਗੀ ਦੇ ਵਿੱਚ ਮੈਥ ਨਹੀਂ ਪੜ੍ਹਿਆ ਮੇਰੇ ਪਿਆਰੇ ਬੱਚਿਓ, ਉਹ ਵੀ ਇਸ ਨੂੰ ਸੋਲਵ ਕਰ ਜੂਗਾ। ਬਹੁਤ ਈਜ਼ੀ ਜਿਹਾ ਕੁਐਸਚਨ ਹੈ ਜੀ, ਮੈਂ ਇਸ ਦੀ ਸੋਲਵ ਕਰ ਦਿੰਦਾ ਜੀ। ਕਿੰਨਾ ਹੈਗਾ ਜੀ 2541। 2541 ਤੇ ਕਿੰਨਾ ਹੋ ਗਿਆ 2541। 2541 ਦੇ ਵਿੱਚ ਕਿੰਨਾ ਜੋੜ ਦੋ 2300 ਮੇਰੇ ਪਿਆਰੇ ਬੱਚਿਓ 2318। ਕਿੰਨਾ ਬਣ ਜੂਗਾ ਟੋਟਲ 9 ਬਣ ਗਿਆ ਜੀ, 5 ਬਣ ਗਿਆ, ਇਹ 8 ਬਣ ਜੂਗਾ, ਇਹ ਕਿੰਨਾ ਬਣ ਜੂਗਾ 4 ਬਣ ਜੂਗਾ। ਇਹ ਮੇਰੇ ਪਿਆਰੇ ਦੋਸਤ ਅਗਰ ਤੁਸੀਂ ਦੋਨਾਂ ਦਾ ਜੋੜ ਰਹੇ ਹੋ ਤੇ ਕਿੰਨਾ ਬਣ ਰਿਹਾ ਜੀ 4859 ਬਣ ਰਿਹਾ। ਤੇ ਟੋਟਲ ਕਿੰਨਾ ਹੈਗਾ ਜੀ 6508 ਜੀ। ਇਸ ਦੇ ਵਿੱਚੋਂ ਮਾਈਨਸ ਕਰ ਦੋ, ਠੀਕ ਹੈ ਜੀ, ਮਾਈਨਸ ਹੀ ਕਰਨਾ ਸੀਗਾ, ਹੋਰ ਕੁਝ ਵੀ ਨਹੀਂ ਸੀਗਾ। ਠੀਕ ਹੈ ਜੀ 18 ਦੇ ਵਿੱਚ 9 ਗਏ 9। ਹਾਂਜੀ 9 ਇੱਕ ਹੀ ਆਪਸ਼ਨ ਹੈ ਜੀ, ਇਸ ਦੇ ਪਿੱਛੇ 9 ਆ ਰਿਹਾ। ਇਹ ਬਿਲਕੁਲ ਰਾਈਟ ਆਪਸ਼ਨ ਹੋਗੀ, ਆਪਸ਼ਨ ਨੰਬਰ ਸੀ। ਇਸ ਦਾ ਆਨਸਰ ਕਿੰਨਾ ਆ ਰਿਹਾ ਹੋਵੇਗਾ ਤੁਹਾਡੇ ਕੋਲੇ 1649 ਇਸ ਦਾ ਰਾਈਟ ਆਨਸਰ ਆ ਰਿਹਾ ਹੋਵੇਗਾ। ਇਸ ਤੋਂ ਬਾਅਦ ਅਗਲੇ ਕੁਐਸਚਨ ਵੱਲ ਆਉਂਦੇ ਆ। ਹਾਂਜੀ 50 ਲੀਟਰ ਦੁੱਧ ਇੱਕ ਸਕੂਲ ਦੇ ਵਿਦਿਆਰਥੀਆਂ ਵਿਚਕਾਰ ਬਰਾਬਰ ਵੰਡਿਆ ਗਿਆ ਜੀ। ਜੇਕਰ ਹਰ ਵਿਦਿਆਰਥੀ ਨੂੰ ਕਿੰਨਾ ਮਿਲਿਆ ਹੋਵੇ ਜੀ 1/4 ਲੀਟਰ ਦੁੱਧ ਮਿਲਿਆ ਹੋਵੇ ਤਾਂ ਸਕੂਲ ਵਿੱਚ ਵਿਦਿਆਰਥੀਆਂ ਦੀ ਕੁੱਲ ਗਿਣਤੀ ਕਿੰਨੀ ਹੈ। ਹੁਣ ਮੇਰੇ ਪਿਆਰੇ ਦੋਸਤੋ ਤੁਸੀਂ ਧਿਆਨ ਨਾਲ ਸੁਣਨੀ ਗੱਲ ਨੂੰ। ਤੁਸੀਂ ਵਿਦਿਆਰਥੀਆਂ ਦੀ ਸੰਖਿਆ ਮੰਨ ਲਓ ਜੀ a ਹਰੇਕ ਨੂੰ ਕਿੰਨਾ ਮਿਲ ਰਿਹਾ ਜੀ 1/4 ਤੇ ਟੋਟਲ ਦੁੱਧ ਹੈ ਕਿੰਨਾ ਜੀ 50। ਟੋਟਲ ਕਿੰਨਾ ਜੀ ਦੁੱਧ 50 ਲੀਟਰ। ਤੇ a ਦੀ ਵੈਲਿਊ ਕਿੰਨੀ ਆ ਜਾਊਗੀ 4 ਨਾਲ ਕਰ ਦੋਗੇ ਗੁਣਾ ਤੇ ਕਿੰਨਾ ਬਣ ਜਾਊਗਾ ਜੀ a ਦੀ ਵੈਲਿਊ ਆ ਜਾਊਗੀ 200। ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਆਊਗਾ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਆਉਂਦੇ ਹਾਂ। ਜੇਕਰ ਅਸੀਂ 999 ਨੂੰ ਇਸ ਦਾ ਆਪਸ਼ਨ ਤੁਸੀਂ ਬਹੁਤ ਅੱਖਾਂ ਮੀਚ ਕੇ ਆਨਸਰ ਦੇ ਸਕਦੇ ਹੋ ਜੀ 999। ਇਸ ਨੂੰ ਆਪਾਂ ਲਿਖਾਂਗੇ ਜੀ 0.009। ਤੇ ਜੇਕਰ ਮੇਰੇ ਪਿਆਰੇ ਦੋਸਤ ਇਸ ਨੂੰ ਢਾਵਾਂਗੇ ਪੁਆਇੰਟ ਨੂੰ ਕੱਟ ਕਰਾਂਗੇ ਤੇ ਬਟੇ ਦੇ ਵਿੱਚ ਕਿੰਨਾ ਲੱਗ ਜੂਗਾ 1000 ਲੱਗ ਜੂਗਾ। ਬਟੇ ਦੇ ਵਿੱਚ ਮੇਰੇ ਪਿਆਰੇ ਬੱਚੋ ਕਿੰਨਾ ਲੱਗ ਜੂਗਾ 1000 ਲੱਗ ਜੂਗਾ। ਠੀਕ ਹੈ ਜੀ, ਜੇ 1000 ਲੱਗ ਜੂਗਾ ਤਾਂ ਇਸ ਨੂੰ ਤੁਸੀਂ ਲਿਖੋਗੇ ਸਹੀ ਕਰਕੇ ਤੇ ਕਿੰਨਾ ਮੰਨ ਹੋਏਗਾ 999/9 ਗੁਣਾ ਤੁਹਾਡੇ ਕੋਲੇ ਕਿੰਨਾ ਚਲਿਆ ਜਾਊਗਾ ਉੱਪਰ 1000 ਚਲਿਆ ਜਾਊਗਾ। ਤੇ ਕੱਟ ਦੋ ਜੀ, ਇਸ ਨੂੰ ਕਿੰਨਾ ਬਣ ਗਿਆ ਜੀ 111। 111 ਦੇ ਪਿੱਛੇ 3 ਜ਼ੀਰੋ, 111 ਪਿੱਛੇ 3 ਜ਼ੀਰੋ, ਆਪਸ਼ਨ ਨੰਬਰ B। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਆਉਂਦੇ ਹਾਂ। ਹਾਂਜੀ ਤੇ A ਪੁਆਇੰਟ ਹੈਜ਼ ਗॉट ਇੱਕ ਬਿੰਦੂ ਕੀ ਹੁੰਦਾ ਜੀ ਬਿੰਦੂ ਦੀ ਡੈਫੀਨੇਸ਼ਨ ਲਿਖ ਸਕਦੇ ਹੋ ਜੀ ਇਸ ਦੀ ਪੁਆਇੰਟ ਦੀ। ਪੁਆਇੰਟ ਮੇਰੇ ਪਿਆਰੇ ਬੱਚੋ ਇਸ ਦੀ ਡੈਫੀਨੇਸ਼ਨ ਲਿਖ ਸਕਦੇ ਹੋ ਜੀ 0 ਰੇਡੀਅਸ। ਜਿਸ ਦਾ ਕੀ ਹੋਵੇ ਜੀ ਜਿਸ ਦਾ 0 ਰੇਡੀਅਸ ਹੋਵੇ ਉਸ ਨੂੰ ਆਪਾਂ ਕੀ ਪੜ੍ਹਦੇ ਹਾਂ ਜੀ ਉਸ ਨੂੰ ਆਪਾਂ ਪੁਆਇੰਟ ਪੜ੍ਹਦੇ ਹਾਂ ਜੀ। ਕੋਈ ਲੰਬਾਈ ਨਹੀਂ, ਕੋਈ ਚੜਾਈ ਨਹੀਂ ਜਾਂ ਕੋਈ ਮੋਟਾਈ ਨਹੀਂ। ਹਾਂਜੀ ਬਿਲਕੁਲ ਆਪਸ਼ਨ ਨੰਬਰ D ਸਹੀ ਹੈ ਜੀ। ਨਾ ਕੇਵਲ ਲੰਬਾਈ ਹੁੰਦੀ ਨਾ ਚੜਾਈ ਹੁੰਦੀ ਨਾ ਵਿਆਸ ਹੁੰਦਾ, ਕੁਝ ਵੀ ਨਹੀਂ ਹੁੰਦਾ ਇਸ ਦੇ ਵਿੱਚ। ਇਸ ਦੇ ਕਾਰਨ ਇਸ ਦੀ ਆਪਸ਼ਨ ਕਿਹੜੀ ਹੋਊਗੀ ਜੀ D ਹੋਊਗੀ ਜੀ। ਨੋ ਲੈਂਥ ਬ੍ਰੈਡਥ ਤੇ ਨੋ ਥਿਕਨੈਸ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਆਉਂਦੇ ਹਾਂ। 12 ਮੈਟ੍ਰਿਕ ਟਨ 8 ਕੁਆਂਟਲ ਵਿੱਚੋਂ 8 ਮੈਟ੍ਰਿਕ ਟਨ 50 ਕਿਲੋਗ੍ਰਾਮ ਘਟਾਉਣ ਅਸੀਂ ਪ੍ਰਾਪਤ ਕਰਾਂਗੇ। ਹੁਣ ਮੇਰੇ ਪਿਆਰੇ ਦੋਸਤੋ ਦੋ ਤਿੰਨ ਚੀਜ਼ਾਂ ਧਿਆਨ ਚ ਰੱਖਣੀਆਂ। ਅਗਰ ਗੱਲ ਕਰੀਏ 1 ਮੈਟ੍ਰਿਕ ਟਨ ਦੀ, 1 ਮੈਟ੍ਰਿਕ ਟਨ ਇਹ ਕਿਸ ਦੇ ਬਰਾਬਰ ਹੁੰਦਾ ਜੀ ਇਹ ਹੁੰਦਾ ਜੀ 1000 kg ਦੇ ਬਰਾਬਰ ਹੁੰਦਾ। ਇੰਨੀ ਚੀਜ਼ ਤੁਸੀਂ ਧਿਆਨ ਚ ਰੱਖਣੀ ਆ। ਤੇ ਜੇਕਰ ਗੱਲ ਕਰੀਏ ਜੀ 1 ਕੁਆਂਟਲ ਦੀ, ਇੱਕ ਮੇਰੇ ਪਿਆਰੇ ਬੱਚਿਓ 1 ਕੁਆਂਟਲ ਹਾਂਜੀ 8 ਹਾਂਜੀ 1 ਕੁਆਂਟਲ ਦੀ ਗੱਲ ਕਰਦੇ ਹਾਂ ਜੀ। 1 ਕੁਆਂਟਲ ਮੇਰੇ ਪਿਆਰੇ ਬੱਚਿਓ ਇਹ ਬਰਾਬਰ ਹੁੰਦਾ ਜੀ 100 kg ਦੇ। ਇੰਨੀਆਂ ਚੀਜ਼ਾਂ ਤੁਸੀਂ ਧਿਆਨ ਵਿੱਚ
ਰੱਖੀਆਂ ਨੇ। ਇਸ ਤੋਂ ਬਾਅਦ ਕੁਐਸਚਨ ਦੇ ਕੋਲ ਕੁਝ ਵੀ ਨਹੀਂ ਬਚਿਆ। 1 ਮੈਟ੍ਰਿਕ ਟਨ ਦੇ ਵਿੱਚ 1000 ਕੇਜੀ ਹੁੰਦਾ ਤੇ 1 ਕੁਆਂਟਲ ਦੇ ਵਿੱਚ ਕਿੰਨਾ ਹੁੰਦਾ ਜੀ 100 ਕੇਜੀ ਹੁੰਦਾ। ਸੋ ਹੁਣ ਗੱਲ ਕਰਦੇ ਹਾਂ ਜੀ 1200, ਇਹ ਕਿੰਨਾ ਬਣ ਜਾਵੇਗਾ ਜੀ, ਇਹ 12000 ਕੇਜੀ ਬਣ ਜਾਊਗਾ। 12000 ਕੇਜੀ, ਕਿਉਂਕਿ 1 ਮੈਟ੍ਰਿਕ ਟਨ ਦੇ ਵਿੱਚ ਕਿੰਨਾ ਹੋ ਗਿਆ 1000 ਕੇਜੀ ਹੋ ਗਿਆ। ਸੋ ਇਸੇ ਤਰੀਕੇ ਨਾਲ 1000 ਕਿਲੋ ਹੋ ਗਿਆ, ਸਿੱਧਾ ਪੰਜਾਬੀ ਚ ਗੱਲ ਕਰੀਏ ਮੇਰੇ ਪਿਆਰੇ ਬੱਚਿਓ, ਤੇ 12 ਮੈਟ੍ਰਿਕ ਟਨ ਦੇ ਵਿੱਚ ਕਿੰਨਾ ਹੋ ਗਿਆ 12000 ਕਿਲੋ। ਠੀਕ ਹੈ ਜੀ। ਇਸੇ ਤਰੀਕੇ ਨਾਲ ਅੱਗੇ ਗੱਲ ਕਰਦੇ ਹਾਂ 1 ਕੁਆਂਟਲ ਦੇ ਵਿੱਚ 100, 1 ਕੁਆਂਟਲ ਦੇ ਵਿੱਚ ਕਿੰਨੇ ਹੁੰਦੇ ਆ ਜੀ 100, ਤੇ 8 ਕੁਆਂਟਲ ਦੇ ਵਿੱਚ ਮੇਰੇ ਪਿਆਰੇ ਦੋਸਤ ਕਿੰਨਾ ਹੋ ਜਾਊਗਾ 800 ਕੇਜੀ ਹੋ ਜਾਊਗਾ। ਅਗਰ ਟੋਟਲ ਤੁਸੀਂ ਜੋੜ ਦੋਗੇ ਤੇ ਕਿੰਨਾ ਬਣ ਜਾਊਗਾ ਜੀ 12800, 12800 ਕੇਜੀ। ਇੱਥੋਂ ਤੱਕ ਦਾ ਆਪਣੇ ਕੋਲ ਆਨਸਰ ਆ ਚੁੱਕਿਆ ਹੈ। ਅੱਗੇ ਗੱਲ ਕਰਦੇ ਹਾਂ ਜੀ 8 ਮੈਟ੍ਰਿਕ ਟਨ 50 ਕਿਲੋ। 1 ਮੈਟ੍ਰਿਕ ਟਨ ਦੇ ਵਿੱਚ ਮੇਰੇ ਪਿਆਰੇ ਦੋਸਤੋ 1 ਮੈਟ੍ਰਿਕ ਟਨ ਦੇ ਵਿੱਚ 1000 ਕੇਜੀ ਤੇ 8 ਦੇ ਵਿੱਚ ਕਿੰਨਾ ਹੋ ਗਿਆ 8000, 8000 ਤੇ 50 ਕਿਲੋ। ਕਹਿਣ ਤੋਂ ਮੀਨਿੰਗ ਕਿੰਨਾ ਬਚ ਗਿਆ ਮੇਰੇ ਪਿਆਰੇ ਬੱਚਿਓ, ਇਸ ਨੂੰ ਤੁਸੀਂ ਲਿਖ ਸਕਦੇ ਹੋ 8050। ਕਿੰਨਾ ਲਿਖ ਸਕਦੇ ਹੋ ਮੇਰੇ ਪਿਆਰੇ ਬੱਚਿਓ, ਟੋਟਲ weight ਕਿੰਨਾ ਬਣ ਰਿਹਾ ਹੋਊਗਾ 8050 ਤੁਹਾਡੇ ਕੋਲੇ ਟੋਟਲ weight ਬਣ ਰਿਹਾ ਹੋਊਗਾ। ਤੇ ਜੇਕਰ ਤੁਸੀਂ ਮਾਈਨਸ ਕਰੋਗੇ ਤੇ ਇਸ ਦੇ ਵਿੱਚੋਂ ਮਾਈਨਸ ਕਰੋਗੇ ਤੇ ਤੁਹਾਡੇ ਕੋਲ ਕਿੰਨਾ ਬਚ ਰਿਹਾ ਹੋਊਗਾ ਜੀ, ਇਸ ਦੇ ਵਿੱਚੋਂ ਮਾਈਨਸ ਕਰਨ ਤੇ 4750। ਸੋ ਹੁਣ ਮੇਰੇ ਪਿਆਰੇ ਦੋਸਤੋ ਥੋੜੀ ਜਿਹੀ ਆਪਸ਼ਨ ਉਸਨੇ ਟੈਕਨੀਕਲੀ ਦੇ ਦਿੱਤੀ, ਕਿਉਂਕਿ 4000 ਤੋਂ ਮੀਨਿੰਗ ਕੀ ਹੋ ਗਿਆ 1000 ਦੇ ਪਿੱਛੇ 1 ਮੈਟ੍ਰਿਕ ਟਨ ਤੇ 4000 ਦੇ ਪਿੱਛੇ 4 ਮੈਟ੍ਰਿਕ ਟਨ। 700 ਕਿਲੋ, 700 ਕਿਲੋ ਤੋਂ ਮੀਨਿੰਗ ਮੇਰੇ ਪਿਆਰੇ ਦੋਸਤੋ 7 ਕੁਆਂਟਲ। ਕਿੰਨਾ ਬਣ ਜਾਊਗਾ 7 ਕੁਆਂਟਲ। ਪਿੱਛੇ ਕਿੰਨਾ ਬਚ ਗਿਆ ਜੀ 50। ਆਪਸ਼ਨ ਨੰਬਰ ਇਸ ਦੀ ਸਹੀ ਹੋਊਗੀ ਸੀ। ਤੇ ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਵਧਦੇ ਹਾਂ। ਵਿਦਿਆਰਥੀ ਦੇ ਇੱਕ ਸਵਾਲ ਵਿੱਚ ਇੱਕ ਵਿਦਿਆਰਥੀ ਨੇ 3 ਦੀ ਥਾਂ ਤੇ ਗਲਤੀ ਨਾਲ ਭਾਜਕ ਨੂੰ ਕਿੰਨਾ ਲੈ ਲਿਆ ਜੀ 8 ਲੈ ਲਿਆ। 8 ਲਿਆ ਤੇ ਉੱਤਰ ਕਿੰਨਾ ਆ ਗਿਆ ਮੇਰੇ ਪਿਆਰੇ ਬੱਚਿਓ 15। ਹੁਣ ਜਿਹੜਾ ਇਸ ਦਾ ਆਪਸ਼ਨ ਬਣ ਰਿਹਾ ਮੇਰੇ ਪਿਆਰੇ ਬੱਚਿਓ, ਇਸ ਨੂੰ ਤਾਂ ਦੇਖ ਕੇ ਤੁਸੀਂ ਸੋਲਵ ਕਰ ਸਕਦੇ ਹੋ। ਮੈਂ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਕਲੀਅਰ ਕਰ ਦਿੰਦਾ। ਮੰਨ ਲਓ ਜੀ ਤੁਹਾਡੇ ਕੋਲੇ 15 15 ਨੂੰ ਤੁਸੀਂ 3 ਤੇ ਭਾਗ ਕਰ ਰਹੇ ਹੋ ਤੇ ਮੇਰੇ ਬੱਚਿਓ ਆਨਸਰ ਕਿੰਨਾ ਆਊਗਾ ਜੀ 5 ਆਊਗਾ। ਜੇਕਰ ਤੁਹਾਡੇ ਕੋਲੇ 20 ਹੈਗਾ ਤੇ 20 ਨੂੰ ਤੁਸੀਂ 4 ਤੇ ਭਾਗ ਕਰ ਰਹੇ ਹੋ ਤਾਂ ਸੌਰੀ 20 ਨੂੰ ਤੁਸੀਂ 5 ਤੇ ਭਾਗ ਕਰ ਦਿਓ। 20 ਨੂੰ ਕਿੰਨੇ ਕਰ ਦਿਓ ਮੇਰੇ ਪਿਆਰੇ ਬੱਚਿਓ 5 ਤੇ ਭਾਗ, ਆਨਸਰ ਕਿੰਨਾ ਆ ਜਾਊਗਾ 4। ਹੁਣ ਇਸ ਤੋਂ ਰਿਜ਼ਲਟ ਇਹ ਨਿਕਲ ਕੇ ਆਉਂਦਾ ਜੀ, ਜੇਕਰ ਤੁਸੀਂ 3 ਨੂੰ 5 ਨਾਲ ਗੁਣਾ ਕਰ ਦਿਓ, 3 ਨੂੰ ਮੇਰੇ ਪਿਆਰੇ ਬੱਚਿਓ ਕਿਹਦੇ ਨਾਲ ਗੁਣਾ ਕਰ ਦਿਓ 5। 3 ਨੂੰ ਜੇਕਰ ਤੁਸੀਂ 5 ਨਾਲ ਗੁਣਾ ਕਰੋਗੇ ਤਾਂ ਕਿੰਨਾ ਮਿਲ ਰਿਹਾ ਹੋਊਗਾ 15 ਮਿਲ ਰਿਹਾ ਹੋਵੇਗਾ। ਜੇਕਰ ਤੁਸੀਂ 5 ਨੂੰ 4 ਦੇ ਨਾਲ ਗੁਣਾ ਕਰ ਦਿਓ ਤਾਂ ਮੇਰੇ ਪਿਆਰੇ ਬੱਚਿਓ ਕਿੰਨਾ ਮਿਲ ਰਿਹਾ ਹੋਊਗਾ 20 ਮਿਲ ਰਿਹਾ ਹੋਊਗਾ। ਹੁਣ ਆਪਾਂ ਗੱਲ ਕਰ ਸਕਦੇ ਹਾਂ ਜੀ, ਆਪਾਂ ਮੰਨ ਲੈਂਦੇ ਹਾਂ ਨੰਬਰ n ਹੈਗਾ। ਠੀਕ ਹੈ ਜੀ, ਨੰਬਰ n ਹੈਗਾ। ਉਸਨੇ ਗਲਤੀ ਨਾਲ ਕੀ ਕੀਤਾ ਜੀ 3 ਦੀ ਥਾਂ ਤੇ ਉਸਨੂੰ ਕਿੰਨਾ ਲਿਆ ਜੀ 8 ਨਾਲ ਭਾਗ ਕਰਤਾ। 8 ਨਾਲ ਭਾਗ ਕੀਤਾ ਤੇ 8 ਨਾਲ ਭਾਗ ਕਰਨ ਤੋਂ ਬਾਅਦ ਉੱਤਰ ਕਿੰਨਾ ਆਇਆ ਜੀ 15 ਆਇਆ। ਤੇ ਜੇਕਰ ਇਸ ਨੂੰ ਇਹਦੇ ਨਾਲ ਗੁਣਾ ਕਰਾਂਗੇ ਤੇ ਨੰਬਰ ਆ ਜਾਊਗਾ ਆਪਣੇ ਕੋਲੇ, ਕਿਉਂਕਿ 5 ਨੂੰ ਤੁਸੀਂ 4 ਨਾਲ ਗੁਣਾ ਕੀਤਾ ਕਿੰਨਾ ਆ ਗਿਆ ਆਨਸਰ 20 ਆ ਗਿਆ। ਜੇਕਰ 3 ਨੂੰ ਤੁਸੀਂ 5 ਨਾਲ ਗੁਣਾ ਕੀਤਾ ਕਿੰਨਾ ਮਿਲ ਗਿਆ 15 ਮਿਲ ਗਿਆ। ਇਸੇ ਤਰੀਕੇ ਨਾਲ ਜਿਹੜਾ ਇਹ ਨੰਬਰ ਹੈ, ਜੇਕਰ ਇਸ ਨੂੰ ਇਹਦੇ ਨਾਲ ਗੁਣਾ ਕਰਾਂਗੇ ਤਾਂ ਆਪਾਂ ਨੂੰ ਨੰਬਰ ਮਿਲ ਜਾਵੇਗਾ। ਤੇ ਨੰਬਰ ਮੇਰੇ ਪਿਆਰੇ ਬੱਚਿਓ ਕਿੰਨਾ ਆ ਜਾਊਗਾ ਜੀ 15 8 ਕਿੰਨਾ ਹੋ ਜਾਊਗਾ ਜੀ 40। 8 4 12 120 ਤੇ ਮੇਰੇ ਪਿਆਰੇ ਬੱਚਿਓ 120 ਤੇ 120 ਨੂੰ ਭਾਗ ਉਹਨੇ ਦੇਣਾ ਕਿਹਦੇ ਤੇ ਸੀਗਾ 3 ਤੇ। 3 ਤੇ ਭਾਗ ਕਰ ਦਿਓ ਜੀ, ਆਨਸਰ ਕਿੰਨਾ ਆ ਜਾਊਗਾ ਤੁਹਾਡੇ ਕੋਲੇ 40। ਆਪਸ਼ਨ ਨੰਬਰ ਬੀ ਇਸ ਦਾ ਐਗਜ਼ੈਕਟ ਆਨਸਰ ਹੋਊਗਾ। ਸੋ ਸਾਰੇ ਬੱਚੇ ਇਸ ਨੂੰ ਧਿਆਨ ਦੇ ਨਾਲ ਦੇਖ ਸਕਦੇ ਆ ਜੀ। ਇਸ ਤਰੀਕੇ ਨਾਲ ਆਪਾਂ ਇਸ ਨੂੰ ਸੋਲਵ ਕੀਤਾ। ਇਸ ਤੋਂ ਬਾਅਦ ਅਗਲੇ ਕੁਐਸਚਨ ਤੇ ਆਉਂਦੇ ਹਾਂ। ਰਾਮ ਨੇ ਆਪਣੇ ਘਰ ਵਿਖੇ ਇੱਕ ਸਮਾਗਮ ਲਈ 45 ਲੀਟਰ ਦੁੱਧ ਖਰੀਦਿਆ। ਸਮਾਗਮ ਤੋਂ ਉਪਰੰਤ 2 ਲੀਟਰ ਅਤੇ 7 ਮਿਲੀਲੀਟਰ ਦੁੱਧ ਬਚ ਗਿਆ। ਦੱਸੋ ਸਮਾਗਮ ਦੌਰਾਨ ਕੁੱਲ ਕਿੰਨਾ ਦੁੱਧ ਵਰਤੋਂ ਵਿੱਚ ਲਿਆਂਦਾ ਗਿਆ। ਹੁਣ ਮੇਰੇ ਪਿਆਰੇ ਦੋਸਤੋ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਜੀ। ਕਿਵੇਂ ਕਰ ਸਕਦੇ ਹੋ, ਜੇਕਰ ਦੇਖਦੇ ਹਾਂ ਜੀ 45 ਲੀਟਰ ਦੇ ਵਿੱਚੋਂ ਕਿੰਨਾ ਬਚਿਆ ਜੀ 2 ਲੀਟਰ। ਜੇਕਰ 45 ਲੀਟਰ ਦੇ ਵਿੱਚ 2 ਲੀਟਰ ਚਲਿਆ ਗਿਆ ਤੇ ਬਾਕੀ ਕਿੰਨਾ ਬਚ ਗਿਆ ਜੀ 43 ਲੀਟਰ। ਕਿੰਨਾ ਬਚ ਗਿਆ ਮੇਰੇ ਪਿਆਰੇ ਬੱਚਿਓ। ਇੱਕ ਵਾਰੀ ਇਹ 700 ਵਾਲੀ ਗੱਲ ਭੁੱਲ ਜਾਓ, ਇੱਕ ਵਾਰੀ ਇਸ ਨੂੰ ਤੁਸੀਂ ਛੱਡ ਦਿਓ। ਤੁਸੀਂ ਇੱਕ ਵਾਰ ਕੁਐਸਚਨ ਨੂੰ ਇੱਥੋਂ ਟੈਕਲ ਕਰਤਾ ਜਾ ਸਕਦਾ ਹੈ। ਸੋ 2 ਲੀਟਰ ਜੇਕਰ ਬਚਿਆ ਤੇ 45 ਦੇ ਵਿੱਚੋਂ 2 ਕੱਢਾਂਗੇ ਤਾਂ ਕਿੰਨਾ ਬਚ ਜਾਊਗਾ 43 ਲੀਟਰ ਬਚ ਜਾਊਗਾ ਮੇਰੇ ਪਿਆਰੇ ਬੱਚਿਓ। ਕਿੰਨਾ ਬਚ ਜਾਊਗਾ 43 ਲੀਟਰ। ਕਿੰਨਾ ਬਚ ਜਾਊਗਾ ਮੇਰੇ ਪਿਆਰੇ ਬੱਚਿਓ 43 ਲੀਟਰ। ਸੋ ਹੁਣ ਦੇਖ ਲਿਓ ਜੀ 43 ਲੀਟਰ। 43 ਲੀਟਰ ਨੂੰ ਮੇਰੇ ਪਿਆਰੇ ਬੱਚਿਓ ਕਿਸ ਤਰੀਕੇ ਨਾਲ ਲਿਖਿਆ ਜਾ ਸਕਦਾ ਹੈ ਜੀ 43 ਲੀਟਰ। ਸੋ ਇਹ ਮੇਰੇ ਪਿਆਰੇ ਬੱਚਿਓ ਤੁਸੀਂ ਲਿਖ ਸਕਦੇ ਹੋ 42 ਲੀਟਰ। 42 ਲੀਟਰ ਪਲੱਸ 1000 ਕੀ ਲਿਖ ਸਕਦੇ ਹੋ 1000 ਮਿਲੀਲੀਟਰ। ਕਿੰਨਾ ਲਿਖ ਸਕਦੇ ਹੋ 1000 ਮਿਲੀਲੀਟਰ। ਇੱਕ ਵਾਰੀ ਇੰਨੀ ਚੀਜ਼ ਨੂੰ ਤੁਸੀਂ ਅੰਡਰਸਟੈਂਡ ਕਰਨਾ ਹੈ। ਸੋ 43 ਲੀਟਰ ਕਿੰਦੇ ਬਰਾਬਰ ਹੋਊਗਾ 1000 ਲੀਟਰ ਪਲੱਸ 1000 ਮਿਲੀਲੀਟਰ।
क्योंकि 1000 मिलीलीटर 1000 मेरे प्यारे बच्चों मिलीलीटर बराबर हुंदा है जी 1 लीटर ਦੇ ਬਰਾਬਰ ਹੁੰਦਾ ਹੈ। ਇਹ ਜਿਹੜੀ ਚੀਜ਼ ਹੈ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। 1000 ਮਿਲੀਲੀਟਰ ਬਰਾਬਰ ਕਿੰਦੇ ਹੁੰਦਾ ਹੈ ਜੀ 1 ਲੀਟਰ ਦੇ। 1 ਲੀਟਰ ਨੂੰ ਚਾਹੇ ਤੁਸੀਂ 1000 ਮਿਲੀਲੀਟਰ ਲਿਖ ਲਓ ਚਾਹੇ ਤੁਸੀਂ ਕੀ ਲਿਖ ਲਓ ਉਸ ਨੂੰ 1 ਲੀਟਰ, ਦੋਨਾਂ ਦੀ ਵੈਲਿਊ ਸੇਮ ਆ। ਹੁਣ 42 ਲੀਟਰ ਦਾ ਡਾਇਰੈਕਟ ਬਚ ਗਿਆ। ਸੋ 700 ml 1000 ml ਦੇ ਵਿੱਚੋਂ ਕਿੰਨਾ ਘਟਾਉਣਾ ਜੀ 700 ml। ਸੋ ਕਿੰਨਾ ਬਚ ਜੂਗਾ ਜੀ ਜੇ 700 ਘਟਾਵਾਂਗੇ ਤਾਂ ਕਿੰਨਾ ਬਚ ਜੂਗਾ ਜੀ 42 ਲੀਟਰ 300 ਗ੍ਰਾਮ ਬਚਣਾ ਚਾਹੀਦਾ ਜੀ 42 ਲੀਟਰ 300 ਗ੍ਰਾਮ। ਇਸ ਦੀ ਆਪਸ਼ਨ ਜਿਹੜੀ ਹੋਗੀ ਮੇਰੇ ਪਿਆਰੇ ਬੱਚਿਓ ਕਿੰਨੀ ਹੋਗੀ ਆਪਸ਼ਨ ਨੰਬਰ ਡੀ ਇਸ ਦਾ ਐਗਜ਼ੈਕਟ ਆਨਸਰ ਆਊਗਾ ਕਿਉਂਕਿ ਇਸ ਦੇ ਵਿੱਚੋਂ ਕਿੰਨਾ ਘਟਣਾ ਜੀ 700 ਜਿਹੜਾ ਹੈਗਾ ਜੀ 700 ml ਘਟਾ ਦਾਂਗੇ ਕਿੰਨਾ ਬਚ ਜੂਗਾ ਜੀ 300 ml ਪਲੱਸ 42 ਲੀਟਰ ਇਸ ਦੇ ਐਗਜ਼ੈਕਟ ਆਨਸਰ ਬਣ ਰਿਹਾ ਹੋਊਗਾ ਜਿਹੜਾ ਆਪਸ਼ਨ ਨੰਬਰ ਡੀ ਹੈ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਆਉਂਦੇ ਆ। A ਅਤੇ B ਇੱਕ ਕੰਮ ਨੂੰ 18 ਦਿਨਾਂ ਚ ਕਰ ਸਕਦੇ ਆ ਜੀ। ਇੱਕ ਵਾਰ ਤੁਸੀਂ ਸਾਰੀ ਸਟੇਟਮੈਂਟ ਨੂੰ ਧਿਆਨ ਨਾਲ ਦੇਖੋ ਮੇਰੇ ਪਿਆਰੇ ਬੱਚਿਓ। A ਅਤੇ B ਇੱਕ ਕੰਮ ਨੂੰ ਕਿੰਨੇ ਦਿਨਾਂ ਵਿੱਚ ਜੀ 18 ਦਿਨਾਂ ਵਿੱਚ। B ਅਤੇ C ਮੇਰੇ ਪਿਆਰੇ ਬੱਚਿਓ ਕਿੰਨੇ ਚ 24 ਦਿਨਾਂ ਚ। C ਅਤੇ A ਇਸ ਨੂੰ ਕਿੰਨੇ ਦਿਨਾਂ ਚ 36 ਦਿਨਾਂ ਵਿੱਚ। ਮੈਂ ਇਸ ਦੀ ਨੈਕਸਟ ਸਲਾਈਡ ਲੈ ਕੇ ਹੀ ਇਸ ਨੂੰ ਸੋਲਵ ਕਰ ਲੈਂਦੇ ਆ ਜੀ। A plus B ਮੇਰੇ ਪਿਆਰੇ ਬੱਚਿਓ B plus C ਤੇ C plus A। ਹੁਣ ਗੱਲ ਕਰਦੇ ਜੀ ਇਹਨਾਂ ਦੇ ਦਿਨ ਕਿੰਨੇ ਕਿੰਨੇ ਹੈਗੇ ਜੀ 18 ਹੈਗਾ 24 ਹੈਗਾ 18 ਇਹ 18 ਦਿਨਾਂ ਚ ਇਹ ਮੇਰੇ ਪਿਆਰੇ ਬੱਚਿਓ 24 ਦਿਨਾਂ ਚ ਇਹ ਮੇਰੇ ਪਿਆਰੇ ਬੱਚਿਓ 36 ਦਿਨਾਂ ਵਿੱਚ। ਹੁਣ ਤੁਸੀਂ ਦੋ ਕੁ ਚੀਜ਼ਾਂ ਧਿਆਨ ਚ ਰੱਖਣੀਆਂ ਜੀ। ਜੇਕਰ ਗੱਲ ਕਰੀਏ ਜੀ ਆਪਣੇ ਕੋਲੇ ਜਿਹੜੀ ਐਫੀਸ਼ੀਐਂਸੀ ਹੁੰਦੀ ਹੈ ਐਫੀਸ਼ੀਐਂਸੀ ਜਿਸ ਨੂੰ ਆਪਾਂ ਸਮਰੱਥਾ ਕਹਿੰਦੇ ਆ ਠੀਕ ਹੈ ਜੀ। ਸੋ ਇੱਕ ਮੇਰੇ ਪਿਆਰੇ ਬੱਚਿਓ ਹੁੰਦਾ ਵਰਕ। ਇੱਕ ਕੀ ਹੁੰਦਾ ਜੀ ਪਹਿਲਾਂ ਵਰਕ ਦੀ ਗੱਲ ਕਰ ਲੈਂਦੇ ਆ ਜੀ। ਵਰਕ ਬਰਾਬਰ ਕੀ ਹੋਊਗਾ ਜੀ ਵਰਕ ਬਰਾਬਰ ਮੇਰੇ ਪਿਆਰੇ ਬੱਚਿਓ ਐਫੀਸ਼ੀਐਂਸੀ ਗੁਣਾ ਟਾਈਮ। ਇਹ ਵਾਲੀ ਚੀਜ਼ ਤੁਸੀਂ ਧਿਆਨ ਚ ਰੱਖਣੀ। ਐਫੀਸ਼ੀਐਂਸੀ ਵਰਕ ਬਰਾਬਰ ਕਿੰਦੇ ਹੁੰਦਾ ਜੀ ਮੇਰੇ ਪਿਆਰੇ ਬੱਚਿਓ ਐਫੀਸ਼ੀਐਂਸੀ ਗੁਣਾ ਟਾਈਮ ਦੇ। ਸੋ ਹੁਣ ਜੇ ਗੱਲ ਕਰੀਏ ਮੇਰੇ ਪਿਆਰੇ ਬੱਚਿਓ ਵੀ A plus B ਨੇ 18 ਦਿਨਾਂ ਚ B plus C ਨੇ 24 ਦਿਨਾਂ ਵਿੱਚ C plus A ਨੇ ਕਿੰਨੇ ਦਿਨਾਂ ਵਿੱਚ 36 ਦਿਨਾਂ ਵਿੱਚ। ਤੁਸੀਂ ਇਸ ਨੂੰ ਜਦੋਂ ਆਪਾਂ ਪੂਰਾ ਇਸ ਨੂੰ ਤਰੀਕੇ ਦੇ ਨਾਲ ਪੜ੍ਹ ਰਹੇ ਹੋਵਾਂਗੇ ਟਾਈਮ ਐਂਡ ਵਰਕ ਤੇ ਮੈਂ ਇਸ ਦੀ ਬਹੁਤ ਸਾਰੀ ਚੀਜ਼ਾਂ ਤੁਹਾਨੂੰ ਡਿਟੇਲ ਦੇ ਵਿੱਚ ਪੜਾਉਂਗਾ। ਫਿਲਹਾਲ ਤੁਸੀਂ ਮੇਰੇ ਪਿਆਰੇ ਬੱਚਿਓ ਕੀ ਮੰਨ ਸਕਦੇ ਹੋ ਜੀ ਇਸ ਦਾ ਮੰਨ ਸਕਦੇ ਹੋ ਐਲਸੀਐਮ ਲੈ ਕੇ ਤੁਸੀਂ ਟੋਟਲ ਵਰਕ ਮੰਨ ਸਕਦੇ ਹੋ। ਵੈਸੇ ਕੋਈ ਵੀ ਮੰਨਿਆ ਜਾ ਸਕਦਾ ਹੈ ਪਰ ਐਲਸੀਐਮ ਨਾਲ ਕੀ ਹੋਊਗਾ ਕਿ ਉਸ ਨੂੰ ਪੂਰੇ ਦੇ ਨਾਲ ਕੱਟਿਆ ਜਾ ਸਕੇ ਤਾਂ ਐਫੀਸ਼ੀਐਂਸੀ ਆਪਣੇ ਕੋਲ ਪੁਆਇੰਟ ਦੇ ਵਿੱਚ ਨਹੀਂ ਬਣੇਗੀ। ਸੋ ਤੁਸੀਂ ਜੇਕਰ ਐਲਸੀਐਮ ਲੈ ਕੇ ਇਸ ਦਾ ਵਰਕ ਲੈਟ ਕਰੋਗੇ ਮੇਰੇ ਪਿਆਰੇ ਬੱਚਿਓ ਵਰਕ ਕਿੰਨਾ ਜੀ 18 ਦਾ 24 ਦਾ ਤੇ 36 ਦਾ। ਜੇਕਰ ਐਲਸੀਐਮ ਲੈ ਰਹੇ ਹੋਗੇ ਕਿੰਨਾ ਬਣ ਰਿਹਾ ਹੋਊਗਾ 72 ਬਣ ਰਿਹਾ ਹੋਊਗਾ। ਐਫੀਸ਼ੀਐਂਸੀ ਕਿਸ ਨੂੰ ਕਹਿੰਦੇ ਆ ਮੇਰੇ ਪਿਆਰੇ ਦੋਸਤ ਐਫੀਸ਼ੀਐਂਸੀ ਕਹਿੰਦੇ ਆ ਜੀ ਜਿਹੜਾ ਇੱਕ ਦਿਨ ਦੇ ਵਿੱਚ ਕੀਤਾ ਗਿਆ ਕੰਮ। ਇੱਕ ਦਿਨ ਚ ਕੀਤਾ ਗਿਆ ਕੰਮ ਨੂੰ ਆਪਾਂ ਕੀ ਕਹਿੰਦੇ ਆ ਜੀ ਐਫੀਸ਼ੀਐਂਸੀ ਕਹਿੰਦੇ ਆ। ਇੱਕ ਯੂਨਿਟ ਦੇ ਵਿੱਚ ਕੰਮ ਹੋਣਾ ਚਾਹੀਦਾ ਜੀ। ਜੇਕਰ 72 ਕੰਮ ਮੇਰੇ ਪਿਆਰੇ ਬੱਚਿਓ 18 ਦਿਨਾਂ ਚ ਕੀਤਾ ਜਾ ਰਿਹਾ ਤੇ ਇੱਕ ਦਿਨ ਦੇ ਵਿੱਚ ਮੇਰੇ ਪਿਆਰੇ ਬੱਚਿਓ ਕਿੰਨਾ ਕੀਤਾ ਜਾ ਰਿਹਾ ਹੋਊਗਾ ਜੀ 4 ਕੀਤਾ ਜਾ ਰਿਹਾ ਹੋਵੇਗਾ। ਇੱਕ ਦਿਨ ਚ ਕਿੰਨਾ ਕੀਤਾ ਜਾ ਰਿਹਾ ਹੋਵੇਗਾ 4 ਕੀਤਾ ਜਾ ਰਿਹਾ ਹੋਵੇਗਾ। ਤੇ ਜਿਹੜਾ ਇੱਕ ਦਿਨ ਚ ਕੰਮ ਕੀਤਾ ਜਾਂਦਾ ਉਸ ਨੂੰ ਆਪਾਂ ਕੀ ਕਹਿ ਦਿੰਦੇ ਆ ਐਫੀਸ਼ੀਐਂਸੀ ਕਹਿ ਦਿੰਦੇ ਆ। ਇਸ ਤਰੀਕੇ ਨਾਲ 72 ਕੰਮ ਮੇਰੇ ਪਿਆਰੇ ਬੱਚਿਓ 24 ਦਿਨਾਂ ਚ ਕੀਤਾ ਗਿਆ ਤੇ ਇੱਕ ਦਿਨ ਚ ਕਿੰਨਾ ਕੀਤਾ ਗਿਆ ਹੋਊਗਾ 3 ਕੀਤਾ ਗਿਆ ਹੋਵੇਗਾ। ਇਸ ਤਰ੍ਹਾਂ 72 ਕੰਮ ਹੈ ਜਿਹੜਾ ਕਿੰਨੇ ਦਿਨਾਂ ਚ ਕੀਤਾ ਗਿਆ ਜੀ 36 ਦਿਨਾਂ ਚ ਕੀਤਾ ਗਿਆ। ਇੱਕ ਦਿਨ ਚ ਕਿੰਨਾ ਹੋਇਆ ਹੋਵੇਗਾ 2 ਹੋਇਆ ਹੋਵੇਗਾ। ਤੁਸੀਂ ਕਹਿ ਸਕਦੇ ਹੋ ਜੀ A plus B ਦੀ ਐਫੀਸ਼ੀਐਂਸੀ ਕਿੰਨੀ ਹੈ 4 B plus C ਦੀ ਐਫੀਸ਼ੀਐਂਸੀ 3 ਤੇ C plus A ਦੀ ਐਫੀਸ਼ੀਐਂਸੀ 2। ਤਾਂ ਸੋ ਮੇਰੇ ਪਿਆਰੇ ਬੱਚਿਓ ਇੱਕ ਚੀਜ਼ ਹੋਰ ਧਿਆਨ ਚ ਰੱਖਣੀ ਤੁਸੀਂ ਕਦੇ ਟਾਈਮ ਨੂੰ ਐਡ ਨਹੀਂ ਕਰ ਸਕਦੇ ਐਫੀਸ਼ੀਐਂਸੀ ਨੂੰ ਐਡ ਕਰ ਸਕਦੇ ਹੋ। ਮੰਨ ਲਓ ਜੀ ਮੈਂ ਇੱਕ ਕੰਮ ਕਰ ਰਿਹਾ ਜੀ ਇੱਕ ਰੂਮ ਤਿਆਰ ਕਰਦੇ ਹਾਂ ਜਾਂ ਮੈਂ ਕੋਈ ਬੁੱਕ ਲਿਖ ਰਿਹਾ ਇੱਕ ਬੰਦਾ ਹੋਰ ਮੇਰੇ ਨਾਲ ਬੁੱਕ ਲਿਖਣ ਲਈ ਆ ਗਿਆ ਅਸੀਂ ਕਿਸੇ ਤੋਂ ਕਾਪੀ ਪੇਸਟ ਕਰ ਰਹੇ ਹਾਂ ਠੀਕ ਹੈ। ਸਾਡੇ ਕੋਲ ਸਾਹਮਣੇ ਕੁਝ ਡਾਟਾ ਹੈਗਾ ਜੀ ਅਸੀਂ ਉਹਦੇ ਤੋਂ ਰਿਟਨ ਕਰ ਰਹੇ ਹਾਂ ਕੁਝ ਮੈਂ ਇਕੱਲਾ ਜਿੰਨਾ ਲਿਖ ਰਿਹਾ ਇੱਕ ਬੰਦਾ ਹੋਰ ਮੇਰੇ ਨਾਲ ਆ ਗਿਆ ਇੱਕ ਬੰਦਾ ਹੋਰ ਆ ਗਿਆ। ਹੁਣ ਅਸੀਂ 3 ਜਣੇ ਬੈਠ ਗਏ ਜਿਹੜਾ ਪਹਿਲਾ ਕੰਮ 10 ਦਿਨਾਂ ਚ ਹੋਣਾ ਸੀ ਉਹ 2 ਬੰਦੇ ਹੋਰ ਨਾਲ ਆ ਗਏ ਉਹ ਕੰਮ ਕਿੰਨੇ ਦਿਨਾਂ ਚ ਹੋ ਜਾਊਗਾ ਥੋੜਾ ਜਿਹਾ ਜਲਦੀ ਹੋ ਜਾਊਗਾ 10 ਦਿਨ ਤਾਂ ਨਹੀਂ ਲੱਗਣਗੇ। ਇਸ ਤਰੀਕੇ ਨਾਲ ਐਫੀਸ਼ੀਐਂਸੀ ਐਡ ਹੋ ਜਾਊਗੀ। ਐਫੀਸ਼ੀਐਂਸੀ ਕਹਿਣ ਦਾ ਮਤਲਬ ਕਿ ਕੰਮ ਕਰਨ ਦੀ ਸਮਰੱਥਾ ਵੱਧ ਗਈ। ਸੋ ਕੰਮ ਕਰਨ ਦੀ ਸਮਰੱਥਾ ਵੱਧ ਗਈ ਤਾਂ ਕਹਿਣ ਦਾ ਮਤਲਬ ਕਿ ਤੁਸੀਂ ਐਫੀਸ਼ੀਐਂਸੀ ਜੋੜ ਸਕਦੇ ਹੋ। ਸੋ ਇੱਕ A ਤੇ ਇੱਕ A 2A ਬਣ ਜਾਵੇਗਾ ਇੱਕ B ਤੇ ਇੱਕ B 2B ਇੱਕ C ਤੇ ਇੱਕ C 2C। ਮੈਂ ਸਾਰਿਆਂ ਦੇ ਵਿੱਚੋਂ 2 ਬਾਹਰ ਕੱਢ ਲਿਖਿਆ A plus B plus C। ਸੋ ਟੋਟਲ ਐਫੀਸ਼ੀਐਂਸੀ ਕਿੰਨੀ ਹੈ ਜੀ 7 ਤੇ 2 ਮੇਰੇ ਪਿਆਰੇ ਬੱਚਿਓ ਕਿੰਨੀ ਹੋਗੀ 9 ਤੇ ਕੱਲੀ A plus B plus C ਮੇਰੇ ਪਿਆਰੇ ਬੱਚਿਓ ਕਿੰਨਾ ਆ ਜਾਵੇਗਾ 9/2 ਆ ਜਾਵੇਗਾ। ਤੇ ਮੇਰੇ ਪਿਆਰੇ ਦੋਸਤੋ ਵਰਕ ਕਿੰਨਾ ਹੈਗਾ ਜੀ 72। ਵਰਕ ਕਿੰਨਾ ਹੈਗਾ ਜੀ 72। ਹਾਂਜੀ ਸੋ ਵਰਕ 72 ਹੈ ਜੀ। ਵਰਕ ਦੇ ਬਟੇ ਚ ਕਿੰਨਾ ਆ ਜਾਊਗਾ 9 ਉੱਪਰ ਕਿੰਨਾ ਚਲਾ ਜਾਵੇਗਾ 2 ਇਸ ਨੂੰ ਕੱਟ ਜਾਓ ਜੀ 9 8 72 ਤੇ ਮੇਰੇ ਪਿਆਰੇ ਬੱਚਿਓ ਕਿੰਨਾ ਆ ਜਾਵੇਗਾ
16। इस कारण इसकी जी ऑप्शन आ रही होगी ऑप्शन नंबर सी इसकी राइट आंसर होगा, क्योंकि वर्क बराबर होंगे है जी टाइम गुणा एफिशिएंसी। ते एफिशिएंसी मेरे प्यारे बच्चों की होंगी है जी वर्क बटा टाइम जिहड़ा आपां इंप्लीमेंटेशन की। सो आपां जेकर गल करिए जी जे आपां कढना है जी टाइम सॉरी एफिशिएंसी, एफिशिएंसी बराबर होगी जी वर्क बटा टाइम। तो जेकर गल करिए जी टाइम की, तो टाइम मेरे प्यारे बच्चों ये किंदे बराबर हो जाऊगा जी वर्क बटा एफिशिएंसी। वर्क बटा एफिशिएंसी जिहड़ा आपां कंसैप्ट इत्थे अप्लाई किया जी ये वर्क है जी वर्क बटा एफिशिएंसी 9/2 उपर चलिया गया। सो इस तरीके नाल कितना आंसर आ गया जी अपने कोले 16। इस तो बाद आपां अगले क्वेश्चन वाल आउंदे आ। पहलियां 10 अपा संख्यावां प्राइम नंबर मेरे प्यारे बच्चों प्राइम नंबर जिन्हां दे दो फैक्टर हुंदे आ किहड़ियां हैगियां जी पहलियां पहले प्राइम नंबर किहड़े-किहड़े हैगे आ ठीक है जी। सब तो पहले प्राइम नंबर 10 प्राइम नंबर मेरे प्यारे बच्चों हाँ जी मेरे प्यारे बच्चों केड़ा आऊगा 2 आऊगा 3 आवेगा 5 आवेगा। तो इस तो बाद मेरे प्यारे बच्चों 5 तो बाद 7 आ जाऊगा 9 मेरे प्यारे बच्चों प्राइम नंबर नहीं है क्योंकि ये किंदे किंदे ते डिवाइड हो रहा है 1 ते हो रहा है 3 ते हो रहा है ते 9 ते हो रहा है। प्राइम नंबर होंगे है जिंदे ओनली किन्ने फैक्टर होने चाहिए 2 फैक्टर होने चाहिए इस कारण ये नहीं आऊगा। इनकी जगह ते आपां की लिख लांगे जी इनकी थां ते आपां लिख लांगे मेरे प्यारे बच्चों 9 तो बाद केड़ा आ जाऊगा जी 11 आ जाऊगा 13 आ जाऊगा 13 तो बाद 17 आ जाएगा 19 आ जाएगा 21 भी नहीं होगा 21 तो बाद मेरे प्यारे बच्चों केड़ा आएगा 23 23 तो बाद केड़ा आएगा जी 29। एक बार गिन लो जी 1 2 3 4 5 6 7 8 9 10। सो मेरे प्यारे दोस्तों जेकर गल करिए एवरेज की तो एवरेज मेरे प्यारे बच्चों की होंगे जी सम बटा नंबर। सो सारिਆਂ ਨੂੰ जोड़ दो सारिਆਂ ਨੂੰ ਜਦੋਂ ਤੁਸੀਂ जोड़ रहे होगे तो कितना बन रहा होगा 129 ਤੇ नंबर टोटल किन्ने आ मेरे प्यारे बच्चों 10। सो इसका आंसर कितना आ जाएगा जी 12.9 इसका एग्जैक्ट आंसर ऑप्शन नंबर बी होगी। इस तो बाद आप अगले क्वेश्चन वाल ਵਧਦੇ ਹਾਂ 30 लड़कियां ਅਤੇ 30 लड़के ਅਤੇ लड़कियां ਦਾ औसਤ ਭਾਰ ਕਿੰਨਾ ਜੀ 45 है। ਉਹਨਾਂ ਵਿੱਚੋਂ 20 लड़कियां ਦਾ औसत ਭਾਰ ਕਿੰਨਾ ਹੈਗਾ ਜੀ 43.5 किलोग्राम। तो 10 लड़कियां का औसत भार कितना है। हुण जेकर मैं तुहानूं ये गल करदा मेरे प्यारे बच्चों एक गल ध्यान नाल सुणनी 2 4 6 इसका जोड़ जेकर गल करिए जोड़ सम क्वेश्चन कोई नहीं क्वेश्चन एक सैकेंड च हो जाऊगा इसकी जी ऑप्शन आनी है ऑप्शन इसके 48 है इसनूं मैनूं पता है किवें आ रही है बस इसनूं थोड़ा आपां डिटेल दे विच जानना है। हुण मेरे प्यारे बच्चों जेकर इसनूं जोड़िए तो इसका जोड़ कितना बन रहा जी 6 4 10 ते 2 कितना बन गया जी 12 जोड़ कितना बन गया जी 12 बन गया। जेकर मैं हुण गल करदा जी एवरेज की तो एवरेज मेरे प्यारे बच्चों की हुंदा है सम जोड़ बटा नंबर हुंदा जी जोड़ बटा नंबर हुंदा तो जोड़ बटा नंबर तो मीनिंग जोड़ कितना बन रहा जी 12 बन रहा नंबर किन्ने है जी 3 है। जेकर आंसर कढ़िए तो मेरे प्यारे बच्चों कितना आ गया 4 आ गया। एवरेज कितनी आ गई 4 आ गई। मैं एक छोटा जिहा कंसैप्ट लैके समझा रहा फिर आप क्वेश्चन ते आउणे आ। एवरेज कितनी आ गई जी 4 आ गई तो नंबर किन्ने सीगे 3। हुण तुसीं दोनों चीज़ां देखो जी अगर तुसीं एवरेज नूं मेरे प्यारे बच्चों एवरेज नूं नंबर नाल गुणा कर दिंदे हो तुहाडे कोल की आ जाऊगा सम आ जाऊगा। इस रिजल्ट नूं तुसीं ध्यान दे विच रखना है क्योंकि जिहड़ी एवरेज नूं किंदे नाल गुणा करता जी नंबर नाल ते इह बराबर किंदे हो जाऊगा सम दे बराबर हो जाऊगा टोटल दे जोड़ दे बराबर हो जाऊगा। आ तुसीं देखो जी हुण इह वाला रहा जी 4 अपने कोल की आ गया एवरेज ते नंबर मेरे प्यारे बच्चों किन्ने हैगे ने 3 ते जोड़ तुसीं देखो जी 12 बन रहा बिल्कुल बन रहा अपने कोल जोड़ कितना आ रहा सी 12 आ रहा सीगा। इन्नी चीज़ तुसीं ध्यान दे विच रखनी आ। सो इत्थों ही अपना कंसैप्ट बनता है जी जेकर तुसीं सारे दे विचों टोटल नूं घटा दोगे देखो जी हुण इसकी गल कर लीए इस क्वेश्चन की मेरे प्यारे बच्चों तो क्वेश्चन दे विच की है जी एवरेज कितना दे रखा जी 30 लड़कियां अते लड़कियां दा औसत भार 45 है। हुण औसत भार कहण तो मीनिंग एवरेज गुणा नंबर अपने को की आ जाऊगा टोटल आ जाऊगा ये बराबर किंदे हुंदा जी ये जोड़ दे बराबर हुंदा मेरे प्यारे बच्चों किंदे बराबर हुंदा जी जोड़ दे। एवरेज कितना दे रखा जी 45 एवरेज मेरे प्यारे बच्चों 45 है ते नंबर किन्ने हैगे ने जी 30 ठीक है जी टोटल जोड़ ये आ जाऊगा। इस तरीके नाल जेकर इहदे चों माइनस कर दी आपां ठीक है जी माइनस किन्ने दा करना है जी 20 ये 20 की हैगा जी अपने कोले नंबर ते एवरेज कितना है जी 43.5 इस टोटल ਦੇ ਵਿੱਚੋਂ ਇਹ ਟੋਟਲ ਘਟਾ ਦਾਂਗੇ
ਤੇ ਨਿਕਲ ਜੂਗਾ ਆਪਣੇ ਕੋਲੇ 10 ਨੰਬਰ ਦਾ। ਇਹ ਕਿੰਨਾ ਬਣ ਜੂਗਾ ਮੇਰੇ ਪਿਆਰੇ ਬੱਚਿਓ, ਇਹ ਤੁਹਾਡੇ ਕੋਲੇ ਬਣ ਜੂਗਾ ਜੀ 5 ਤੀਏ 15, ਠੀਕ ਹੈ ਜੀ, 12 ਤੇ 1 1350। ਹਾਂਜੀ, ਇਸ ਨੂੰ ਕਰੋਗੇ ਮੇਰੇ ਖਿਆਲ 870। ਇਹ ਕਿੰਨਾ ਬਣ ਜੂਗਾ ਮੇਰੇ ਪਿਆਰੇ ਬੱਚਿਓ 870। ਤੇ ਜਦੋਂ ਤੁਸੀਂ ਇਸ ਨੂੰ ਘਟਾ ਰਹੇ ਹੋਗੇ ਤੇ ਕਿੰਨਾ ਬਣ ਜੂਗਾ ਜੀ ਇਹ ਵਾਲਾ। ਤੇ ਟੋਟਲ ਹੈ ਕਿੰਨੇ ਸੀਗੇ, ਲਓ ਜੀ ਟੋਟਲ ਆਪਣੇ ਕੋਲ ਜੋੜ ਬਚ ਗਿਆ ਕਿੰਨਾ 480। ਐਵਰੇਜ ਕੱਢਣਾ, ਐਵਰੇਜ ਕਿੰਨੇ ਦਾ ਕਰਨਾ ਜੀ 10 ਦਾ, 10 ਨਾਲ ਭਾਗ ਦੇਤਾ ਕਿੰਨਾ ਬਣ ਗਿਆ ਜੀ 48। ਇਸ ਨੂੰ ਹੋਰ ਤਰੀਕੇ ਨਾਲ ਵੀ ਕੀਤਾ ਜਾ ਸਕਦਾ, ਇਸ ਤੋਂ ਵੀ ਈਜ਼ੀ ਮੈਥਡ ਦੇ ਨਾਲ। ਉਹ ਜਦੋਂ ਆਪਾਂ ਐਵਰੇਜ ਪੜ੍ਹ ਰਹੇ ਹੋਵਾਂਗੇ ਮੇਰੇ ਪਿਆਰੇ ਬੱਚਿਓ, ਹੋਰ ਸ਼ਾਰਟ ਟ੍ਰਿਕਾਂ ਇਸ ਦੇ ਵਿੱਚ ਆਪਾਂ ਲੈ ਕੇ ਆਵਾਂਗੇ। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਵੱਲ ਆਉਂਦੇ ਹਾਂ। ਹਾਂਜੀ, 4 ਕੀ ਹੈਗਾ ਮੇਰੇ ਪਿਆਰੇ ਬੱਚਿਓ 2 ਦਾ ਸਕੁਅਰ ਹੈਗਾ ਜੀ। ਇਸੇ ਤਰੀਕੇ ਨਾਲ 9 ਕਿੰਦਾ ਸਕੁਅਰ ਹੈ ਜੀ 3 ਦਾ। ਬਹੁਤ ਸੌਖਾ ਕੁਐਸਚਨ ਹੈ ਜੀ। 5 ਕਿੰਦਾ ਸੌਰੀ 25 ਕਿੰਦਾ ਹੋ ਗਿਆ ਮੇਰੇ ਪਿਆਰੇ ਬੱਚਿਓ 5 ਦਾ ਸਕੁਅਰ। ਤੇ 49 ਮੇਰੇ ਪਿਆਰੇ ਬੱਚਿਓ ਕਿੰਦਾ ਹੋ ਗਿਆ ਜੀ 7 ਦਾ ਸਕੁਅਰ। ਇਸ ਤੋਂ ਬਾਅਦ ਮੇਰੇ ਪਿਆਰੇ ਦੋਸਤ ਕਿੰਦਾ ਆਊਗਾ 11 ਦਾ, ਕਿਉਂਕਿ ਇਹ ਸਾਰੇ ਪ੍ਰਾਈਮ ਨੰਬਰ ਦਾ ਕਰ ਰਿਹਾ ਜੀ। 4 9 25 49 ਤੇ 11 ਤੇ 11 ਦਾ ਸਕੁਅਰ ਮੇਰੇ ਪਿਆਰੇ ਦੋਸਤ ਕਿੰਨਾ ਆ ਜਾਊਗਾ 111। ਇਸ ਤੋਂ ਬਾਅਦ ਆਪਾਂ ਅਗਲੇ ਕੁਐਸਚਨ ਤੇ ਆਉਂਦੇ ਆ। ਤੇ ਜੇਕਰ ਗੱਲ ਕਰੀਏ ਜੀ 2 15 41 ਤੇ 80 ਤੇ ਮੇਰੇ ਪਿਆਰੇ ਦੋਸਤ ਇਸ ਦਾ ਫਰਕ ਕਿੰਨਾ ਹੈ ਜੀ 13 ਦਾ। ਇਸ ਦਾ ਫਰਕ ਕਿੰਨਾ ਜੀ 26 ਦਾ। ਤੇ ਮੇਰੇ ਪਿਆਰੇ ਬੱਚਿਓ ਇਸ ਦਾ ਸ਼ਬਦ ਫਰਕ ਕਿੰਨਾ ਜੀ 52 ਸੌਰੀ 39 ਦਾ। ਮੇਰੇ ਪਿਆਰੇ ਬੱਚਿਓ ਇੱਥੇ ਕਿੰਨਾ ਫਰਕ ਹੈਗਾ ਜੀ 39 ਦਾ 39। ਸੋ ਤੁਸੀਂ ਡਿਫਰੈਂਸ ਲੈ ਕੇ ਦੇਖ ਰਹੇ ਹੋ ਜੀ, ਇੱਥੇ 13 ਦਾ ਬਣ ਰਿਹਾ ਤੇ 26 ਦਾ, ਇੱਥੇ 39 ਦਾ। ਤੇ ਅੱਗੇ ਮੇਰੇ ਪਿਆਰੇ ਬੱਚਿਓ ਡਿਫਰੈਂਸ ਕਿੰਨੇ ਦਾ ਬਣਨਾ ਚਾਹੀਦਾ ਜੀ 52 ਦਾ। ਤੇ ਜੇਕਰ 52 ਦਾ ਡਿਫਰੈਂਸ ਬਣਨਾ ਚਾਹੀਦਾ ਤੇ 80 ਦੇ ਵਿੱਚ ਤੁਸੀਂ 52 ਐਡ ਕਰ ਦਿਓ ਜੀ, ਕਿੰਨਾ ਬਣ ਜਾਊਗਾ ਜੀ 2 8 5 13 ਮੇਰੇ ਪਿਆਰੇ ਬੱਚਿਓ 132 ਇਸ ਦਾ ਐਗਜ਼ੈਕਟ ਆਨਸਰ ਹੋਊਗਾ। ਇਸੇ ਤਰੀਕੇ ਦੇ ਨਾਲ ਮੇਰੇ ਪਿਆਰੇ ਦੋਸਤੋ ਜਿਹੜਾ ਆਪਣਾ 2020 ਵਾਲਾ ਪੇਪਰ ਆ ਉਹ ਖਤਮ ਹੁੰਦਾ ਹੈ ਜੀ। ਇਸ ਤੋਂ ਬਾਅਦ ਜਿਹੜਾ ਨੈਕਸਟ ਪੇਪਰ ਆ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਕਲਾਸ ਨੂੰ ਇੱਕ ਵਾਰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜੀ, ਜਿੰਨੇ ਵੀ ਸਟੂਡੈਂਟ ਤੱਕ ਵੱਧ ਤੋਂ ਵੱਧ ਪਹੁੰਚਾ ਸਕਦੇ ਹੋ। ਇਸ ਤਰੀਕੇ ਨਾਲ ਜਿਹੜੀ ਆਉਣ ਵਾਲੀ ਕਲਾਸਿਸ ਨੇ ਇਸ ਤਰੀਕੇ ਦੇ ਹੀ ਤੁਹਾਨੂੰ ਕਨਸੈਪਟ ਜਿਹੜੇ ਪ੍ਰੋਵਾਈਡ ਕਰਵਾਏ ਜਾਣਗੇ।